हाँ जी, सत श्री अकाल बाई सारिਆਂ ਨੂੰ। सक्सैस ट्री पंजाब के यूट्यूब चैनल पर स्वागत है तुहाडा सारिਆਂ ਦਾ। देखो इन्नी की जानकारी सारे विद्यार्थियों को है कि PSSB ने ਜਿਹੜੇ ਸਾਡੇ कुछ इंपॉर्टेंट एग्जाम्स जनवरी महीने च ਲੈਣੇ ਸੀ ਉਹ ਤਾਂ पोस्टपोन कर ਦਿੱਤੇ ਨੇ। ਮੈਂ ਜਿਹੜੇ ਇਮਤਿਹਾਨਾਂ ਲਈ ਵਿਦਿਆਰਥੀ ਤਿਆਰ ਸੀਗੇ ਉਹਨਾਂ ਲਈ ਹੁਣ ਸਾਨੂੰ 15-20 ਦਿਨ ਜਾਂ ਹੋ ਸਕਦਾ ਮਹੀਨਾ ਡੇਢ ਮਹੀਨਾ ਹੋਰ ਉਡੀਕਣਾ ਪੈਣਾ। पर ਅਸੀਂ ਇੰਨੀ ਕੁ ਗੱਲ ਧਿਆਨ 'ਚ ਰੱਖੀਏ ਕਿ ਸਾਡੇ ਕੋਲ ਕੋਈ ਹੋਰ ਹੀਲਾ ਨਹੀਂ ਹੈਗਾ ਸਿਵਾਏ ਕਿ ਆਪਣੀ ਤਿਆਰੀ ਨੂੰ ਜਾਰੀ ਰੱਖੀਏ, ਕਿਉਂਕਿ PSSB ਚਾਹੇ ਅੱਜ ਇਹ ਇਮਤਿਹਾਨ ਲੈ ਲੇ ਤੇ ਚਾਹੇ ਲਵੇ 6 ਮਹੀਨੇ ਖੜ ਕੇ ਮੁਕਾਬਲਾ ਪੰਜਾਬ ਦੇ ਉਹਨਾਂ ਵਿਦਿਆਰਥੀਆਂ ਦੇ ਵਿੱਚ ਹੀ ਹੈ। ਪੇਪਰ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ ਇੱਕ ਹਿੱਸੇ ਦਾ ਕਲੀਅਰ ਹੋਣਾ ਤਾਂ ਇਸ ਕਰਕੇ ਪੇਪਰ ਕਲੀਅਰ ਕਰਨ ਦੇ ਲਈ ਜਿੰਨੀ ਕੁ ਮਿਹਨਤ ਦੀ ਲੋੜ ਹੈ ਅਸੀਂ ਆਪਣੀ ਉਸ ਮਿਹਨਤ ਨੂੰ ਲਗਾਤਾਰ ਜਾਰੀ ਰੱਖੀਏ। ਸਕਸੈਸ ਟਰੀ ਪੰਜਾਬ ਤੇ ਪਿਛਲੇ ਮਹੀਨੇ ਤੋਂ ਇੱਕ YouTube ਤੇ ਸੀਰੀਜ਼ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਰੋਜ਼ ਦੁਪਹਿਰੇ 12 ਵਜੇ ਤੁਸੀਂ GS ਦਾ ਇੱਕ ਸਬਜੈਕਟ ਜਾਂ ਕਰੰਟ ਅਫੇਅਰ ਸਟੈਟਿਕ ਇਹ ਸਾਰੀ ਕਲਾਸ ਦੇਖ ਰਹੇ ਹੋ ਤੇ ਨਾਲ ਹੀ ਰੋਜ਼ ਦੁਪਹਿਰੇ 3 ਵਜੇ ਤੁਸੀਂ ਮੈਥ ਰੀਜ਼ਨਿੰਗ ਇੰਗਲਿਸ਼ ਦਾ ਇੱਕ ਸੈਸ਼ਨ ਦੇਖ ਰਹੇ ਹੋ। ਤਾਂ ਉਸੇ ਲੜੀ ਦੇ ਵਿੱਚ ਅੱਜ ਮੈਥ ਦੀ ਕਲਾਸ ਆ। ਬਿਨਾਂ ਕੋਈ ਟਾਈਮ ਵੇਸਟ ਕੀਤੇ ਪਹਿਲਾਂ ਮੈਂ ਅੱਧੇ ਕੁ ਮਿੰਟ ਦੇ ਵਿੱਚ ਇਹ ਜਾਣਕਾਰੀ ਦੇ ਦੇਣਾ ਕਿ ਅੱਜ ਦੇ ਸੈਸ਼ਨ ਦੇ ਵਿੱਚ ਤੁਸੀਂ ਇੱਕ ਤਾਂ ਜਿਹੜੇ ਪਰਸੈਂਟੇਜ ਚੈਪਟਰ ਦੇ ਵਿੱਚ ਇਲੈਕਸ਼ਨਸ ਵਾਲੇ ਕੁਐਸਚਨ ਬਣਦੇ ਨੇ ਕਿ ਕਿਸੇ ਪਿੰਡ ਦੇ ਵਿੱਚ 2 ਉਮੀਦਵਾਰਾਂ ਦੇ ਵਿੱਚ ਚੋਣਾਂ ਹੋਈਆਂ, ਉਹਦੇ ਵਿੱਚੋਂ ਇੰਨੇ % ਲੋਕ ਵੋਟ ਪਾਉਣ ਹੀ ਨਹੀਂ ਗਏ, ਫਿਰ ਜਿੰਨੇ ਲੋਕ ਵੋਟ ਪਾਉਣ ਗਏ ਉਹਦੇ ਵਿੱਚੋਂ ਇੰਨੇ % ਵੋਟਾਂ ਕਹਿੰਦੇ ਜੀ ਇਨਵੈਲਿਡ ਹੋ ਗਈਆਂ। ਜਿਹੜੇ ਇਹ ਇਲੈਕਸ਼ਨਸ ਵਾਲੇ ਸਵਾਲ ਦੇਖਦੇ ਹੋ ਇਸ ਫਾਰਮੈਟ ਦੇ ਅਸੀਂ ਕੁਐਸਚਨਸ ਕਰਾਂਗੇ। ਫਿਰ ਇਲੈਕਸ਼ਨਸ ਵਾਲੇ ਕੁਐਸਚਨ ਜਿਸ ਫਾਰਮੈਟ ਦੇ ਉੱਤੇ ਹੋਣਗੇ ਉਹਦੇ ਵਿੱਚ कुछ नवे तरह के सवाल जो होने इस तरीके नाल ने पर क्वेश्चन बिल्कुल वक्रे डिजाइन होए ने वो क्वेश्चंस देखांगे। तो पहले कुछ क्वेश्चंस तुहाडे परसेंटेज दे विचों होणगे, फिर इस तो बाद तुहाडे टाइम एंड वर्क दे एक इंटरेस्टिंग जिहा टाइप है बहुत सौखे तरीके नाल हल हो जांदा हैगा। उस टाइप दे टाइम एंड वर्क दे क्वेश्चन देखांगे जिहदे विचों पंजाब दे पुराने पेपरां दे विच SSC दे विच बैंक दे एग्जामां दे विच कुछ क्वेश्चंस आए होए ने, वो प्रीवियस ईयर पेपरां दे क्वेश्चन आपां देखांगे। फिर अखीर ते कुछ आप सिंपल इंटरस्ट के सवाल देखने। सिंपल इंटरस्ट वाले सवाल थोड़े जिहे टिपिकल ने, टाइम एंड वर्क वाले इन्ने औखे नहीं है, सौखे हो जाएंगे। सिंपल इंटरस्ट वाले थोड़े जिहे टिपिकल सवाल ने वो चंगी तरह देखांगे ते अखीर ते मैंसूरेशन के कुछ सवाल देखांगे। तो तुसीं थंबनेल दे विच भी ये चैप्टर्स पढ़ पा रहे होवोगे कि ਇਹ ਅੱਜ ਸਵਾਲ ਦੇਖੇ ਜਾਣੇ ਆ। ਤਾਂ ਆਪਾਂ ਇਲੈਕਸ਼ਨਸ ਵਾਲੇ ਸਵਾਲਾਂ ਤੋਂ ਸ਼ੁਰੂ ਕਰਨਾ। ਪਰਸੈਂਟੇਜ ਬੇਸਡ ਕੁਐਸਚਨਸ ਨੇ। ਬਿਨਾਂ ਟਾਈਮ ਵੇਸਟ ਕੀਤੇ ਸੈਸ਼ਨ ਸਟਾਰਟ ਕਰਦੇ ਆ। ਸਵਾਲ ਦੋਨਾਂ ਭਾਸ਼ਾਵਾਂ ਦੇ ਵਿੱਚ ਹੋਣਗੇ। ਜਿੰਨੇ ਵਿਦਿਆਰਥੀ ਜੁੜ ਚੁੱਕੇ ਨੇ ਮੇਰੀ ਬੇਨਤੀ ਹੈ ਕਿ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਬਾਕੀ ਵਿਦਿਆਰਥੀਆਂ ਨਾਲ ਸੈਸ਼ਨ ਨੂੰ ਸਾਂਝਾ ਕਰ ਦਿਓ ਤੇ ਸੈਸ਼ਨ ਸਟਾਰਟ ਕਰਦੇ ਆ। ਬੱਚੇ ਐਗਜ਼ਾਮੀਨਰ ਕਹਿੰਦਾ ਇਹਨਾਂ ਨੇ ਇਲੈਕਸ਼ਨ ਬਿਟਵੀਨ 2 ਕੈਂਡੀਡੇਟਸ 2 ਉਮੀਦਵਾਰਾਂ ਦੇ ਵਿੱਚ ਚੋਣਾਂ ਹੋਈਆਂ, ਉਹਦੇ ਵਿੱਚ 75% ਆਫ ਦਾ ਵੋਟਰਸ ਕਾਸਟ देयर ਵੋਟਸ। ਤਾਂ ਕਹਿੰਦੇ 2 ਉਮੀਦਵਾਰਾਂ ਦੇ ਵਿੱਚ ਵੋਟਾਂ ਪੈਣੀਆਂ ਸੀ ਤਾਂ 75% ਲੋਕ ਹੀ ਵੋਟ ਪਾਉਣ ਗਏ। ਤਾਂ ਸਿੱਧਾ ਮਤਲਬ ਹੈ 25% ਲੋਕ ਵੋਟ ਪਾਉਣ ਹੀ ਨਹੀਂ ਗਏ, 75% ਵੋਟ ਪਾਉਣ ਗਏ। ਤੇ ਇੰਨਾ ਕੁ ਪੜ੍ਹ ਕੇ ਸਾਡੇ ਦਿਮਾਗ 'ਚ ਇਹ ਵੀ ਆ ਜਾਣਾ ਚਾਹੀਦਾ ਕਿ ਫ੍ਰੈਕਸ਼ਨ 'ਚ ਗੱਲ ਕਰੀਏ ਤਾਂ 3/4 ਲੋਕ ਵੋਟ ਪਾਉਣ ਗਏ। ਆਊਟ ਆਫ ਵਿੱਚ ਜਿਹੜੇ ਲੋਕ ਵੋਟ ਪਾਉਣ ਗਏ ਉਹਨਾਂ ਦੇ ਵਿੱਚੋਂ 2% of the votes were found invalid। ਜਿਹੜੇ ਲੋਕ ਵੋਟ ਪਾਉਣ ਗਏ, ਪਹਿਲੀ ਗੱਲ ਤਾਂ ਸਾਰੇ ਲੋਕ ਵੋਟ ਪਾਉਣ ਨਹੀਂ ਗਏ, ਸਿਰਫ 75% ਗਏ, ਯਾਨੀ ਕਿ ਟੋਟਲ ਦਾ 3/4 ਇੰਨੇ ਲੋਕ ਵੋਟ ਪਾਉਣ ਗਏ, ਉਹਦੇ ਵਿੱਚੋਂ 2% ਵੋਟਾਂ ਇਨਵੈਲਿਡ ਹੋ ਗਈਆਂ। ਤਾਂ ਕਿਉਂਕਿ ਆਊਟ ਆਫ ਵਿੱਚ ਸ਼ਬਦ ਲਿਖਿਆ ਨਾ ਕਿ ਉਹਦੇ ਵਿੱਚੋਂ 2% ਵੋਟਾਂ, ਤਾਂ ਇਹਦਾ ਮਤਲਬ 2% ਦਾ ਬੇਸ ਕੀ ਹੈ, ਜਿੰਨੇ ਲੋਕ ਵੋਟ ਪਾਉਣ ਗਏ ਉਹਦਾ ਗਾਹਾਂ 2% ਇਨਵੈਲਿਡ ਹੋ ਗਈਆਂ। ਤਾਂ ਜਿਹੜੇ ਲੋਕ ਵੋਟ ਪਾਉਣ ਗਏ ਜੇ ਉਹ ਆਪਣੇ ਆਪ 'ਚ ਅਸੀਂ 100 ਮੰਨ ਲਈਏ ਤਾਂ 2% ਇਨਵੈਲਿਡ ਦਾ ਮਤਲਬ ਬਾਕੀ 98% ਵੈਲਿਡ। ਤਾਂ ਇੱਥੇ ਕੁਝ ਵਿਦਿਆਰਥੀ ਗਲਤੀ ਕਰਨਗੇ ਕਿ ਸਰ 75% ਲੋਕ ਵੋਟ ਪਾਉਣ ਗਏ, ਜੇ 2% ਇਨਵੈਲਿਡ ਹੈ ਤਾਂ 73% ਵੈਲਿਡ ਹੈ। ਇਹ ਗਲਤੀ ਨਹੀਂ ਕਰਨੀ। 75 ਦੇ ਵਿੱਚੋਂ 2 ਨਹੀਂ ਮਾਈਨਸ ਕਰਨਾ। ਐਗਜ਼ਾਮੀਨਰ ਨੇ ਇਹ ਨਹੀਂ ਕਿਹਾ ਕਿ ਟੋਟਲ ਦਾ 25% ਵੋਟ ਪਾਉਣ ਨਹੀਂ ਗਏ, ਯਾਨੀ ਕਿ 75% ਵੋਟ ਪਾਉਣ ਗਏ, ਤੇ ਟੋਟਲ ਦਾ 2% ਨਹੀਂ ਕਿਹਾ ਗਿਆ ਕਿ ਇਨਵੈਲਿਡ ਹੋ ਗਈਆਂ। ਜੇ ਤਾਂ ਟੋਟਲ ਦਾ 2% ਇਨਵੈਲਿਡ ਹੋਈਆਂ ਹੁੰਦੀਆਂ ਫਿਰ ਤਾਂ ਅਸੀਂ 25 ਵੋਟ ਪਾਉਣ ਨਹੀਂ ਗਏ, 2 ਇਨਵੈਲਿਡ ਹੋ ਗਈਆਂ ਤਾਂ 75 ਚੋਂ 2 ਕਢਾ ਕੇ ਕਹਿ ਦਿੰਦੇ 73% ਵੈਲਿਡ ਨੇ। ਬੱਚੇ ਐਗਜ਼ਾਮੀਨਰ ਨੇ ਕਿਹਾ ਕਿ ਜਿੰਨੇ ਲੋਕ ਵੋਟ ਪਾਉਣ ਗਏ ਜੋ ਕਿ ਟੋਟਲ ਦਾ 3/4 ਹੈ ਉਹਦਾ ਗਾਹਾਂ 2% ਇਨਵੈਲਿਡ ਹੈ। ਤਾਂ ਉਹ ਆਪਣੇ ਆਪ 'ਚ ਜੇ 100 ਹੈ ਤਾਂ ਉਹਦਾ 2% ਇਨਵੈਲਿਡ ਕੱਢ ਕੇ ਬਾਕੀ 98% ਵੈਲਿਡ ਹੈ। ਅੱਗੇ ਕਹਿੰਦਾ ਅ ਕੈਂਡੀਡੇਟ ਗੋਟ 9261 ਵੋਟਸ ਵਿਚ ਵਰ 75% ਆਫ ਦਾ ਟੋਟਲ ਵੈਲਿਡ ਵੋਟਸ। ਐਗਜ਼ਾਮੀਨਰ ਕਹਿੰਦਾ ਉਹਨਾਂ ਚੋਂ ਫਿਰ ਦੋਨਾਂ ਚੋਂ ਇੱਕ ਉਮੀਦਵਾਰ ਨੂੰ 9261 ਵੋਟਾਂ ਮਿਲੀਆਂ ਜੋ ਕਿ ਕੀ ਹੈ 75% ਆਫ ਦਾ ਟੋਟਲ ਵੈਲਿਡ ਵੋਟਸ। ਤਾਂ 75% ਦਾ ਬੇਸ ਕੀ ਹੈ ਵੈਲਿਡ ਵੋਟਾਂ। ਤਾਂ ਦੱਸੋ ਫਾਈਂਡ ਦਾ ਟੋਟਲ ਨੰਬਰ ਆਫ ਐਨਰੋਲਡ ਵੋਟਰਸ। ਤਾਂ ਕੁੱਲ ਕਿੰਨੇ ਵੋਟਰ ਸੀਗੇ ਆਪਾਂ ਇਹ ਦੱਸਣਾ। ਤਾਂ ਬੱਚੇ ਟੋਟਲ ਵੋਟਰਸ ਜਿੰਨੇ ਵੀ ਸੀ ਉਹਨੂੰ ਆਪਾਂ ਵੋਟਰਸ ਹੀ ਲਿਖ ਲੈਂਦੇ ਆ।
ਇਸ ਕੁਐਸਚਨ ਨੂੰ ਤੁਸੀਂ ਜੇ ਧਿਆਨ ਨਾਲ ਦੇਖੋ ਤਾਂ ਇਹ ਕੁਐਸਚਨ ਕਾਦੇ ਤੇ ਚੱਲ ਰਿਹਾ ਹੈ? ਇਹ ਚੱਲ ਰਿਹਾ ਆਊਟ ਆਫ ਦਾ ਰਿਮੇਨਿੰਗ ਦੇ ਉੱਤੇ। ਆਊਟ ਆਫ ਵਿੱਚ ਸ਼ਬਦ ਵੀ ਲਿਖਿਆ ਹੈ, 75% ਦਾ ਬੇਸ ਵੈਲਿਡ ਵੀ ਲਿਖਿਆ। ਵੈਲਿਡ ਵੀ ਜੋ ਬਚ ਚੁੱਕੇ ਨੇ ਉਹੀ ਵੈਲਿਡ ਹੈ, ਉਹੀ ਰਿਮੇਨਿੰਗ ਹੈ ਤੇ ਉਹੀ ਵੈਲਿਡ ਹੈ। ਤਾਂ ਇਹ ਕੁਐਸਚਨ ਆਫ ਦਾ ਰਿਮੇਨਿੰਗ ਤੇ ਕਿਵੇਂ ਚੱਲ ਰਿਹਾ ਕਿ ਸਭ ਤੋਂ ਪਹਿਲਾਂ 25% ਲੋਕ ਵੋਟ ਪਾਉਣ ਹੀ ਨਹੀਂ ਗਏ, ਤਾਂ ਟੋਟਲ ਦਾ 25% ਜੋ ਕਿ 1/4 ਹੋਊਗਾ ਉਹ ਵੋਟ ਪਾਉਣ ਨਹੀਂ ਗਏ, ਤਾਂ ਬਾਕੀ 3/4 75% ਵੋਟ ਪਾਉਣ ਗਏ ਨੇ, 3/4 ਵੋਟ ਪਾਉਣ ਗਏ। ਜਿੰਨੇ ਵੋਟ ਪਾਉਣ ਗਏ ਉਹਦੇ ਵਿੱਚੋਂ 2% ਇਨਵੈਲਿਡ ਹੈ, ਤਾਂ ਆਫ ਦਾ ਰਿਮੇਨਿੰਗ ਹੋ ਗਿਆ ਨਾ ਕਿ ਜਿੰਨੇ ਬਚ ਗਏ ਉਹ ਚੋਂ 2% ਇਨਵੈਲਿਡ ਹੈ ਤਾਂ ਬਾਕੀ 98% ਵੈਲਿਡ ਹੈ, ਤਾਂ ਉਹਦਾ 98% ਵੈਲਿਡ ਕੱਢ ਲਾਂਗੇ। ਤਾਂ ਜਿੰਨਾ ਵੈਲਿਡ ਆ ਗਿਆ ਉਹਦਾ 75% ਇੱਕ ਕੈਂਡੀਡੇਟ ਨੂੰ ਮਿਲਿਆ ਜੋ ਕਿ 9261 ਦੇ ਬਰਾਬਰ ਹੈ। ਤਾਂ ਟੋਟਲ ਵੋਟਾਂ ਦੇ ਵਿੱਚੋਂ ਹੀ ਕਿਸੇ ਕੈਂਡੀਡੇਟ ਨੂੰ 9261 ਵੋਟਾਂ ਮਿਲੀਆਂ ਨੇ, ਤਾਂ ਆਪਾਂ ਟੋਟਲ ਵੋਟਾਂ ਜਿੰਨੀਆਂ ਵੀ ਨੇ ਉਹਦੇ ਵਿੱਚੋਂ 9261 ਤੇ ਪਹੁੰਚਦੇ ਆ। ਤਾਂ ਸਭ ਤੋਂ ਪਹਿਲਾਂ 75% ਲੋਕ ਵੋਟ ਪਾਉਣ ਗਏ, ਤਾਂ 75% ਹੋ ਗਿਆ 3/4। ਇਹ ਕੀ ਸੀ? ਵੋਟਰਸ ਕੀ ਸੀ? ਟੋਟਲ ਵੋਟਾਂ ਜਿਹੜੀਆਂ ਫਾਈਂਡ ਕਰਨੀਆਂ ਨੇ ਉਹਦਾ 3/4 ਕਰਤਾ, ਤਾਂ ਇਹ ਲੋਕ ਵੋਟ ਪਾਉਣ ਗਏ, ਇਹ ਵੋਟਾਂ ਪੋਲ ਹੋਈਆਂ। ਇਹਦੇ ਵਿੱਚੋਂ 2% ਇਨਵੈਲਿਡ ਹੈ, ਤਾਂ ਜਿਹੜੀਆਂ 9261 ਵੋਟਾਂ ਨੇ ਉਹ ਇਨਵੈਲਿਡ ਚੋਂ ਤਾਂ ਨਹੀਂ ਨਿਕਲਣੀਆਂ, ਉਹ ਵੈਲਿਡ ਚੋਂ ਨਿਕਲਣਗੀਆਂ। ਤਾਂ ਇਹਦਾ ਜੇ 2% ਇਨਵੈਲਿਡ ਹੈ ਤਾਂ ਇਹਦਾ 98% ਵੈਲਿਡ ਹੋ ਜਾਊਗਾ। ਆਪਾਂ ਉਹ 9261 ਥੋੜਾ ਜਿਹਾ ਪਰਾਂ ਲਿਖ ਦਿੰਦੇ ਆ, ਇਹਦਾ 98% ਵੈਲਿਡ ਹੋ ਗਿਆ। ਤਾਂ ਇਹ ਸਾਡੇ ਕੋਲ ਵੈਲਿਡ ਵੋਟਾਂ ਆ ਗਈਆਂ। ਇਹਨਾਂ ਵੈਲਿਡ ਵੋਟਾਂ ਦਾ 75% 75% ਆਫ ਦਾ ਵੈਲਿਡ ਵੋਟਸ, ਇਹਨਾਂ ਦਾ 75% ਇੱਕ ਕੈਂਡੀਡੇਟ ਨੂੰ ਮਿਲਿਆ ਜੋ ਕਿ 9261 ਦੇ ਬਰਾਬਰ ਹੈ। ਤਾਂ ਇਹਨਾਂ ਦਾ 75% ਯਾਨੀ ਕਿ 3/4 ਕਰਤਾ, ਉਹ 9261 ਦੇ ਬਰਾਬਰ ਹੈ। ਤਾਂ ਟੋਟਲ ਵੋਟਾਂ ਨਿਕਲ ਆਉਣਗੀਆਂ ਸਾਡੀਆਂ। ਤਾਂ ਟੋਟਲ ਵੋਟਾਂ ਕਿੰਨੀਆਂ ਬਣਨਗੀਆਂ ਬੱਚੇ? ਕੈਲਕੂਲੇਸ਼ਨ ਦੇਖੋ ਜੀ, ਧਿਆਨ ਨਾਲ ਕਰਨ ਵਾਲੀ ਹੈ। 3 × 3 9 ਹੋ ਗਿਆ, 9 ਕੱਟਿਆ ਤਾਂ 1029 1029 ਆ ਗਿਆ। ਇਸ ਤੋਂ ਬਾਅਦ 98 ਦੇ ਟੇਬਲ 'ਚ ਕੱਟਣਾ ਹੋਣਾ, ਜਾਂ ਤਾਂ ਸਾਨੂੰ 98 ਦਾ ਹੀ ਟੇਬਲ ਆਉਂਦਾ ਹੋਵੇ। ਜੇ 98 ਦਾ ਟੇਬਲ ਨਹੀਂ ਆਉਂਦਾ ਤਾਂ 7 ਦੇ ਟੇਬਲ 'ਚ ਕੱਟ ਦਿਓ ਜੀ। 7 ਦੇ ਟੇਬਲ 'ਚ ਕੱਟਿਆ 14, ਇਹਨੂੰ 7 ਦੇ ਟੇਬਲ 'ਚ ਕੱਟਿਆ ਤਾਂ ਸਾਡਾ ਆ ਜਾਊਗਾ 147। ਹੋਰ ਕੁਝ ਕੱਟਿਆ ਜਾਂਦਾ, ਫਿਰ 7 ਦੇ ਟੇਬਲ 'ਚ ਕੱਟਿਆ ਗਿਆ 2, ਇਹ 7 ਦੇ ਟੇਬਲ 'ਚ ਕੱਟਿਆ ਗਿਆ 21। ਤਾਂ ਆ 2 ਤੇ 4 ਕੱਟਤਾ, ਥੱਲੇ 2 ਆ ਗਿਆ। ਤਾਂ 2 × 4 8 ਪਰਲੇ ਪਾਸੇ, ਕਿਉਂਕਿ ਉੱਪਰ ਸਭ ਕੁਝ ਕੱਟਿਆ ਗਿਆ, ਤਾਂ 2 × 4 8 ਪਰਲੇ ਪਾਸੇ ਗਿਆ, 21 ਦੇ ਨਾਲ 168, ਆ 100 ਵੀ ਪਰਲੇ ਪਾਸੇ ਚੱਲ ਜੂ, ਤਾਂ 168 ਦੇ ਨਾਲ 100 ਗੁਣਾ ਕਰਕੇ ਆਨਸਰ ਆ ਜਾਊਗਾ 16800 ਵੋਟਾਂ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਕਿੰਨਾ ਆ ਜਾਊਗਾ? ਸੀ ਆਪਸ਼ਨ 16800। ਤਾਂ ਇਲੈਕਸ਼ਨਸ ਵਾਲੇ ਕੁਐਸਚਨ ਐਗਜ਼ਾਮ ਦੇ ਵਿੱਚ ਦੋ ਤਰ੍ਹਾਂ ਨਾਲ ਬਣਦੇ ਨੇ, ਜਿਹਦੇ ਵਿੱਚੋਂ ਇੱਕ ਤਰ੍ਹਾਂ ਦੇ ਸਵਾਲ ਨੇ ਕਿ ਜਦੋਂ ਆਫ ਦਾ ਰਿਮੇਨਿੰਗ ਦੇ ਉੱਤੇ ਸਵਾਲ ਬਿਲਡ ਹੁੰਦਾ ਹੈਗਾ, ਤਾਂ ਆਫ ਦਾ ਰਿਮੇਨਿੰਗ ਦੇ ਉੱਤੇ ਸਵਾਲ ਹੋਊਗਾ ਤਾਂ ਜੋ ਬਚਦਾ ਜਾਂਦਾ ਹੈ ਉਹਨੂੰ ਮਲਟੀਪਲਾਈ, ਉਹਦੀ ਫਰੈਕਸ਼ਨ ਨੂੰ ਮਲਟੀਪਲਾਈ ਕਰ ਦਿਓ ਤੇ ਜਿਹਦੇ ਬਰਾਬਰ ਪੁੱਟ ਕਰਨਾ ਹੈਗਾ ਅਖੀਰ ਤੇ ਉਹਦੇ ਬਰਾਬਰ ਪੁੱਟ ਕਰਕੇ ਸਾਡੀ ਇਨੀਸ਼ੀਅਲ ਵੈਲਿਊ ਪੂਰੀ ਦੀ ਪੂਰੀ ਆ ਜਾਂਦੀ ਹੈ। ਤਾਂ ਇਹਦੇ ਨਾਲ ਦਾ ਇੱਕ ਹੋਰ ਕੁਐਸਚਨ ਦੇਖੋ ਬੱਚੇ, ਐਗਜ਼ਾਮੀਨਰ ਕਹਿੰਦਾ ਇਹ PYQ ਨਾ, ਪਿਛਲਾ ਸ਼ਾਇਦ PYQ ਸੀ, ਦੋਨਾਂ ਚੋਂ ਇੱਕ ਪੁਰਾਣਾ ਕੁਐਸਚਨ ਹੈ। 10% ਆਫ ਦਾ ਵੋਟਰਸ ਡਿਡਨਟ ਕਾਸਟ देयर ਵੋਟ। ਐਗਜ਼ਾਮੀਨਰ ਕਹਿੰਦਾ ਕਿਸੇ ਇਲੈਕਸ਼ਨ 'ਚ ਦੋ ਕੈਂਡੀਡੇਟਾਂ ਦੇ ਵਿੱਚ ਚੋਣਾਂ ਹੋਣੀਆਂ ਨੇ, ਉਹਦੇ ਵਿੱਚ 10% ਲੋਕ ਵੋਟ ਪਾਉਣੀ ਨਹੀਂ ਗਏ। ਜੇ 10% ਲੋਕ ਵੋਟ ਪਾਉਣ ਨਹੀਂ ਗਏ ਤਾਂ ਸਾਡੇ ਦਿਮਾਗ 'ਚ ਨਾਲ ਦੀ ਨਾਲ ਆ ਜਾਣਾ ਚਾਹੀਦਾ ਕਿ 10% ਦੀ ਫਰੈਕਸ਼ਨ ਹੁੰਦੀ ਹੈ 1/10, ਇਹ ਵੋਟ ਪਾਉਣ ਨਹੀਂ ਗਏ ਤਾਂ ਬਾਕੀ 90% ਵੋਟ ਪਾਉਣ ਗਏ, ਉਹ ਹੋ ਗਿਆ 9/10। ਤਾਂ ਅੱਗੇ ਐਗਜ਼ਾਮੀਨਰ ਕਹਿੰਦਾ, ਪਹਿਲਾਂ ਤਾਂ ਕਹਿੰਦਾ 10% ਡਿਡਨਟ ਕਾਸਟ देयर ਵੋਟ, ਫਿਰ ਕਹਿੰਦਾ 10% ਆਫ ਦਾ ਵੋਟਸ ਪੋਲਡ, ਜਿੰਨੀਆਂ ਪੋਲ ਹੋਈਆਂ ਉਹਦਾ 10% ਵਰ ਫਾਊਂਡ ਇਨਵੈਲਿਡ। ਤਾਂ ਇਨਵੈਲਿਡ ਕਿੰਨੀਆਂ ਹੋਈਆਂ? ਉਹ ਵੀ 10%, ਪਰ ਕਿਹਦਾ 10%? ਜਿਹੜੀਆਂ ਪੋਲ ਹੋਈਆਂ ਉਹਦਾ 10%। ਤਾਂ ਪੋਲ ਕਿੰਨੀਆਂ ਹੋਈਆਂ? ਟੋਟਲ ਦਾ 9/10, ਕਿਉਂਕਿ ਟੋਟਲ ਚ 10% ਜੇ ਵੋਟ ਪਾਉਣ ਨਹੀਂ ਗਏ ਤਾਂ ਬਾਕੀ 90% ਯਾਨੀ ਕਿ 9/10 ਵੋਟ ਪਾਉਣ ਗਏ, ਤਾਂ ਟੋਟਲ ਦਾ 9/10 ਇਹ ਪੋਲ ਹੋਈਆਂ, ਉਹਦਾ ਗਾਹ 10% ਇਨਵੈਲਿਡ ਹੈ ਤਾਂ ਉਹਦਾ 9/10 ਵੈਲਿਡ ਹੈ। The successful candidate got 54% of the valid votes। ਜਿੱਤਣ ਵਾਲੇ ਨੂੰ ਕੀ ਮਿਲਿਆ? 54% ਵੋਟਾਂ ਮਿਲੀਆਂ ਵੈਲਿਡ ਦਾ। ਤਾਂ ਵੈਲਿਡ ਨੂੰ ਆਪਣੇ ਆਪ ਚ ਦੇਖੀਏ ਤਾਂ ਉਹਦਾ 54% ਜੇ ਜਿੱਤਣ ਵਾਲੇ ਨੂੰ ਮਿਲਿਆ ਤਾਂ ਕੈਂਡੀਡੇਟ ਤਾਂ ਦੋ ਹੀ ਨੇ, ਤਾਂ ਹਾਰਨ ਵਾਲੇ ਨੂੰ 46% ਮਿਲਿਆ ਹੋਣਗੇ। 100 ਚੋਂ 54 ਕੱਢੇ, ਹਾਰਨ ਵਾਲੇ ਨੂੰ 46% ਮਿਲਿਆ ਐਂਡ ਵਨ ਬਾਈ ਅ ਮਾਰਜਨ ਆਫ 1620 ਵੋਟਸ। ਤੇ ਉਹ 1620 ਦੇ ਮਾਰਜਨ ਤੇ ਜਿੱਤਿਆ। ਬੱਚੇ ਮਾਰਜਨ ਕੀ ਹੁੰਦਾ? ਮਾਰਜਨ ਹੁੰਦਾ ਜਿੱਤਣ ਵਾਲਾ ਮਾਈਨਸ ਹਾਰਨ ਵਾਲਾ, ਇਹ ਹੁੰਦਾ ਮਾਰਜਨ। ਤਾਂ ਇਸ ਕੁਐਸਚਨ ਦੇ ਵਿੱਚ ਜਿੱਤਣ ਵਾਲੇ ਮਾਈਨਸ ਹਾਰਨ ਵਾਲੇ ਦੀਆਂ ਵੋਟਾਂ 1620 ਨੇ, ਤਾਂ ਪਰਸੈਂਟੇਜ ਦੇ ਵਿੱਚ ਕਿੰਨਾ ਮਾਰਜਨ ਬਣਿਆ? ਜਿੱਤਣ ਵਾਲੇ ਨੂੰ ਜੇ 54% ਮਿਲੀਆਂ ਤਾਂ ਹਾਰਨ ਵਾਲੇ ਨੂੰ 46% ਮਿਲੀਆਂ ਹੋਣਗੀਆਂ। ਤਾਂ ਇਸ ਕੁਐਸਚਨ ਦੇ ਵਿੱਚ ਤੁਹਾਡਾ ਮਾਰਜਨ ਆ ਜਾਊਗਾ 8% ਦਾ। ਤਾਂ ਇੱਥੇ ਵੀ ਆਪਾਂ ਟੋਟਲ ਵੋਟਰ ਫਾਈਂਡ ਕਰਨੇ ਕਿੰਨੇ ਹੋਣਗੇ, ਤਾਂ ਟੋਟਲ ਵੋਟਾਂ ਕਿੰਨੀਆਂ ਨੇ?
ਉਹਦੇ ਵਿੱਚੋਂ ਆਪਾਂ 1620 ਤੇ ਪਹੁੰਚਣਾ ਹੈ। ਪਿਛਲੇ ਕੁਐਸਚਨ 'ਚ ਸਾਨੂੰ ਐਕਚੁਅਲ ਵੈਲਿਊ 9261 ਦਿੱਤੀ ਸੀ ਤਾਂ ਟੋਟਲ ਵੋਟਾਂ 'ਚੋਂ 9261 ਤੇ ਪਹੁੰਚੇ। ਇਸ ਕੁਐਸਚਨ 'ਚ ਟੋਟਲ ਵੋਟਾਂ ਦੇ ਵਿੱਚੋਂ ਸਾਨੂੰ ਐਕਚੁਅਲ 1620 ਦੀ ਵੈਲਿਊ ਦਿੱਤੀ ਹੈ ਤਾਂ 1620 ਤੇ ਪਹੁੰਚਾਂਗੇ। ਤਾਂ ਸਭ ਤੋਂ ਪਹਿਲਾਂ ਕੀ ਹੋਇਆ? ਸਭ ਤੋਂ ਪਹਿਲਾਂ 10% ਲੋਕ ਵੋਟ ਪਾਉਣ ਨਹੀਂ ਗਏ। 10% ਜਿਹਦੀ ਫ੍ਰੈਕਸ਼ਨ 1/10 ਹੁੰਦੀ ਹੈ, ਇਹ ਲੋਕ ਵੋਟ ਪਾਉਣ ਨਹੀਂ ਗਏ ਤਾਂ 1620 ਕਿਹਦੇ ਵਿੱਚੋਂ ਨਿਕਲੂਗਾ? ਜਿਹੜੇ ਵੋਟ ਪਾਉਣ ਨਹੀਂ ਗਏ 1/10 ਉਹਦੇ ਵਿੱਚੋਂ, ਜਾਂ ਜਿਹੜੇ ਵੋਟ ਪਾਉਣ ਗਏ ਬਾਕੀ 90% ਯਾਨੀ ਕਿ 9/10 ਉਹਦੇ ਵਿੱਚੋਂ। ਤਾਂ ਓਬਵੀਅਸਲੀ 90% ਚੋਂ ਤਾਂ ਟੋਟਲ ਵੋਟਾਂ ਦਾ 9/10 ਕਰਤਾ। ਇਹ ਲੋਕ ਵੋਟ ਪਾਉਣ ਗਏ, ਵੋਟਸ ਜਿਹੜਾ ਲਿਖਿਆ ਉਹ ਟੋਟਲ ਵੋਟਾਂ ਨੇ, ਉਹਦਾ 9/10 ਕਰਤਾ ਤਾਂ ਇਹ ਵੋਟਾਂ ਭੁਗਤੀਆਂ, ਇਹ ਪੋਲ ਹੋਈਆਂ। ਉਹ ਜਿੰਨੀਆਂ ਪੋਲ ਹੋਈਆਂ ਉਹਦਾ 10% ਇਨਵੈਲਿਡ ਹੈ। 10% ਯਾਨੀ ਕਿ 1/10 ਇਨਵੈਲਿਡ ਹੈ ਤਾਂ ਬਾਕੀ 9/10 ਵੈਲਿਡ ਹੈ। ਤਾਂ ਸਾਨੂੰ 1620 ਕਿਹਦੇ ਵਿੱਚੋਂ ਮਿਲਣਾ? ਮਾਰਜਨ ਸਾਨੂੰ ਵੈਲਿਡ ਵੋਟਾਂ ਚੋਂ ਹੀ ਮਿਲਣਾ ਨਾ, ਜਿਹੜੀਆਂ A ਤੇ B ਚ ਵੰਡੀਆਂ ਜਾਣੀਆਂ ਨੇ। ਤਾਂ ਇਹਦਾ 9/10 ਵੈਲਿਡ ਵੋਟਾਂ ਨੇ, ਕਿਉਂਕਿ ਅਸੀਂ ਇਨਵੈਲਿਡ ਨਹੀਂ ਗਿਣਨੀਆਂ, 1620 ਵੈਲਿਡ ਦੇ ਵਿੱਚੋਂ ਨਿਕਲਣੀਆਂ ਨੇ ਤਾਂ ਵੈਲਿਡ ਕੱਢ ਲਿਆ ਫਰਦਰ 9/10 ਕਰਕੇ। ਇਹ ਵੈਲਿਡ ਵੋਟਾਂ ਆ ਗਈਆਂ। ਇਹ ਵੈਲਿਡ ਵੋਟਾਂ ਦੇ ਵਿੱਚੋਂ 54% ਇੱਕ ਕੈਂਡੀਡੇਟ ਲੈ ਗਿਆ, 54% ਆਫ ਦਾ ਵੈਲਿਡ ਵੋਟਸ, ਤਾਂ ਦੂਜੇ ਨੂੰ 46 ਮਿਲੀਆਂ। ਤਾਂ ਸਾਨੂੰ ਕਿਉਂਕਿ ਮਾਰਜਨ 1620 ਦਿੱਤਾ ਤਾਂ ਮਾਰਜਨ ਆ ਜਾਊਗਾ 8%। 8% ਨੂੰ ਸਿੱਧਾ 8/100 ਲਿਖ ਲਓ। ਇਹ ਮਾਰਜਨ 1620 ਦੇ ਬਰਾਬਰ ਹੈ। ਤਾਂ ਕੈਲਕੂਲੇਸ਼ਨ ਕਰਕੇ ਤੁਹਾਡੀਆਂ ਟੋਟਲ ਵੋਟਾਂ ਨਿਕਲੀ ਹੋਣਗੀਆਂ। ਤਾਂ 9 × 9 81, 81 ਦਾ ਦੁੱਗਣਾ 162 ਹੁੰਦਾ ਤਾਂ ਦੁੱਗਣਾ ਮਤਲਬ ਪਿੱਛੇ 0 ਵੀ ਲੱਗ ਜੂ, 20 ਗੁਣਾ ਤਾਂ ਪੂਰਾ 81 ਕੱਟਿਆ ਗਿਆ। 8 ਤੋਂ 20 ਕੀ ਆ ਜਾਊਗਾ? 4 ਦੇ ਟੇਬਲ 'ਚ 2, 4 ਦੇ ਟੇਬਲ 'ਚ 5, ਆ 2 ਤੇ 10 ਵੀ ਕੱਟਤਾ 5। ਤਾਂ ਬੱਚੇ ਆਹ ਤੁਹਾਡਾ 5 ਉੱਪਰ ਚਲ ਗਿਆ 25, 1 0 2 0 ਹੋਰ ਤਾਂ 25 ਦੇ ਪਿੱਛੇ 3 0, ਤੁਹਾਡੀਆਂ ਟੋਟਲ ਵੋਟਾਂ ਕਿੰਨੀਆਂ ਆ ਜਾਣਗੀਆਂ? 25,000। ਤਾਂ ਇਸ ਕੁਐਸਚਨ ਦਾ ਤੁਹਾਡਾ ਆਨਸਰ ਆ ਜਾਊਗਾ 25,000। ਤਾਂ ਪਹਿਲਾ ਆਪਸ਼ਨ ਤੁਹਾਡਾ ਆਨਸਰ ਆਏਗਾ। ਤਾਂ ਬੱਚੇ ਇਹ ਜਿਹੜੇ ਸਾਰੇ ਦੇ ਸਾਰੇ ਇਲੈਕਸ਼ਨਸ ਵਾਲੇ ਕੁਐਸਚਨ ਆਫ ਦਾ ਰਿਮੇਨਿੰਗ ਤੇ ਚੱਲਦੇ ਆ, ਇਹਨਾਂ ਦਾ ਹਿਸਾਬ ਕਿਤਾਬ ਜਾਂ ਕੀ ਬਣਦਾ ਹੈਗਾ ਕਿ ਭਾਈ ਟੋਟਲ ਜਿੰਨੀਆਂ ਵੀ ਵੋਟਾਂ ਨੇ ਉਹਦੇ ਵਿੱਚੋਂ ਇੰਨੇ % ਹਿੱਸਾ ਅੱਗ ਲੱਗੀ, ਇਹਨੂੰ ਵੋਟ ਪਾਉਣ ਨਹੀਂ ਗਏ, ਕੁਝ ਵੀ ਹੋਇਆ, ਇੰਨੇ % ਹਿੱਸਾ ਕੱਢਤਾ ਤਾਂ ਜਿਹੜਾ ਮਗਰ ਬਚ ਗਿਆ ਉਹਦਾ ਇੰਨੇ % ਫੇਰ ਅੱਗ ਲੱਗੀ, ਉਹ ਇਨਵੈਲਿਡ ਹੋ ਗਿਆ, ਕੁਝ ਵੀ ਹੋ ਗਿਆ, ਮਤਲਬ ਜਿਹੜਾ ਗਿਣਨਾ ਨਹੀਂ ਹੈਗਾ। ਤਾਂ ਬਚੇ ਹੋਏ ਦਾ ਇੰਨੇ %, ਫਿਰ ਜੋ ਬਚ ਗਿਆ ਉਹਦਾ ਇੰਨੇ %, ਫਿਰ ਜੋ ਬਚ ਗਿਆ ਉਹਦਾ ਇੰਨੇ %। ਤਾਂ ਜਦੋਂ ਬਚੇ ਹੋਏ ਦਾ ਇੰਨੇ % ਆਪਾਂ ਕੱਢਦੇ ਜਾਣਾ ਹੈ ਤਾਂ ਸਿੱਧਾ ਫ੍ਰੈਕਸ਼ਨਾਂ ਮਲਟੀਪਲਾਈ ਹੋ ਕੇ ਜੋ ਅਖੀਰ ਤੇ ਐਕਚੁਅਲ ਵੈਲਿਊ ਦਿੱਤੀ ਹੋਊਗੀ ਆਪਾਂ ਉਹਦੇ ਬਰਾਬਰ ਲੈ ਜਾਣਾ ਹੈਗਾ। ਤਾਂ ਆਫ ਦਾ ਰਿਮੇਨਿੰਗ ਦੇ ਸਵਾਲ ਹਮੇਸ਼ਾ ਇਸੇ ਤਰ੍ਹਾਂ ਹੋਣਗੇ। ਇਲੈਕਸ਼ਨਸ ਵਾਲੇ ਕੁਐਸਚਨ ਨੇ ਉਹ ਵੀ ਇਸੇ ਤਰ੍ਹਾਂ ਹੋਣਗੇ। 2 ਸਵਾਲ ਅਗਲੇ ਦੇਖਿਓ ਤੁਸੀਂ, ਬਿਲਕੁਲ ਅਲੱਗ ਫਾਰਮੈਟ ਦੇ ਵਿੱਚ ਡਿਜ਼ਾਈਨ ਹੋਣਗੇ, ਤਰੀਕਾ ਇਹੀ ਰਹਿਣਾ ਸੋਲਵ ਕਰਨ ਦਾ। ਤਾਂ ਅਗਲਾ ਕੁਐਸਚਨ ਦੇਖੋ ਬੱਚੇ ਕੀ ਹੈ। ਅਗਲੇ ਕੁਐਸਚਨ 'ਚ ਐਗਜ਼ਾਮੀਨਰ ਕਹਿੰਦਾ ਕਿਸੇ ਸਕੂਲ ਦੇ ਵਿੱਚ 4% ਆਫ ਦਾ ਸਟੂਡੈਂਟਸ ਡਿਡਨਟ ਅਪੀਅਰ ਫॉर ਦਾ ਐਨੂਅਲ ਐਗਜ਼ਾਮ। ਕਹਿੰਦਾ ਕਿਸੇ ਸਕੂਲ ਦੇ ਵਿੱਚ 4% ਜਵਾਕ ਪੇਪਰ ਦੇਣ ਨਹੀਂ ਆਏ ਹੈਗੇ, ਡਿਡਨਟ ਅਪੀਅਰ ਫॉर ਦਾ ਐਨੂਅਲ ਐਗਜ਼ਾਮਸ। ਜਿਵੇਂ ਪਿਛਲੇ ਸਵਾਲ 'ਚ 10% ਲੋਕ ਵੋਟ ਪਾਉਣ ਨਹੀਂ ਸੀ ਗਏ, ਇੱਥੇ 4% ਨਿਆਣੇ ਪੇਪਰ ਦੇਣ ਨਹੀਂ ਗਏ ਹੈਗੇ। ਜਿਹੜੇ ਪੇਪਰ ਦੇਣ ਗਏ 10% ਆਫ ਦਾ ਸਟੂਡੈਂਟਸ ਹੂ ਅਪੀਅਰਡ, ਜਿਹੜੇ ਪੇਪਰ ਦੇਣ ਗਏ ਉਹਦਾ 10%, ਮਤਲਬ ਬਚੇ ਹੋਏ ਦਾ 10% ਆ ਗਿਆ ਨਾ। ਜਿਹੜੇ 4% ਪੇਪਰ ਦੇਣ ਹੀ ਨਹੀਂ ਗਏ ਉਹ ਤਾਂ ਕੱਢਤੇ, ਬਾਕੀ 96% ਪੇਪਰ ਦੇਣ ਗਏ, ਉਹਦਾ 10% ਕੁਡ ਨਾਟ ਪਾਸ ਦਾ ਐਗਜ਼ਾਮ, ਉੱਡ ਗਏ, ਫੇਲ ਹੋ ਗਏ। ਤਾਂ ਆਫ ਦਾ ਰਿਮੇਨਿੰਗ ਦੇ ਉੱਤੇ ਚੱਲ ਪਿਆ ਨਾ। ਇੱਥੇ ਜਿਹੜਾ ਅਪੀਅਰਡ ਸ਼ਬਦ ਹੈ, ਅਪੀਅਰਡ ਕੀ ਹੈ? 10% 4% ਤਾਂ ਅਪੀਅਰ ਹੀ ਨਹੀਂ ਹੋਏ, ਬਾਕੀ ਜਿਹੜੇ ਰਿਮੇਨਿੰਗ ਨੇ ਉਹ ਅਪੀਅਰ ਹੋਏ ਨਾ, ਅਪੀਅਰ ਰਿਮੇਨਿੰਗ ਹੈ ਤਾਂ ਰਿਮੇਨਿੰਗ ਦਾ 10% ਪਾਸ ਨਹੀਂ ਹੋ ਸਕੇ। ਤਾਂ ਆਊਟ ਆਫ ਦਾ ਰਿਮੇਨਿੰਗ, ਇੱਥੇ ਰਿਮੇਨਿੰਗ ਲਿਖਤਾ, ਜਿਹੜੇ ਪਾਸ ਹੋਏ ਇਹਨੂੰ 10% ਨੂੰ ਵੀ ਛੱਡ ਕੇ ਬਾਕੀ 9/10 ਜਿਹੜੇ ਪਾਸ ਹੋਏ ਉਹਦੇ ਵਿੱਚੋਂ 50% ਗੋਟ ਡਿਸਟਿੰਕਸ਼ਨ ਮਾਰਕਸ, 50% ਦੇ ਡਿਸਟਿੰਕਸ਼ਨ ਨੰਬਰ ਆਏ ਤੇ ਅਖੀਰ ਤੇ 432 ਇਹੋ ਜਿਹੇ ਨਿਆਣੇ ਸੀ ਜਿਹੜੇ ਪਾਸ ਤਾਂ ਹੋਏ ਪਰ ਡਿਸਟਿੰਕਸ਼ਨ ਨਹੀਂ ਲੈ ਸਕੇ। ਤਾਂ ਦੱਸੋ ਟੋਟਲ ਕਿੰਨੇ ਸਟੂਡੈਂਟਸ ਨੇ? ਤਾਂ ਬਿਲਕੁਲ ਸੇਮ ਤਰੀਕੇ ਨਾਲ ਟੋਟਲ ਸਟੂਡੈਂਟਸ ਨੂੰ ਆਪਾਂ ਸਟੂਡੈਂਟਸ ਲਿਖ ਲੈਂਦੇ ਆ, ਉਹਦੇ ਵਿੱਚੋਂ ਆਪਾਂ 432 ਤੇ ਪਹੁੰਚਣਾ ਹੈਗਾ। ਤਾਂ 432 ਬੱਚੇ ਕਿੱਥੋਂ ਨਿਕਲਣਗੇ? ਸਭ ਤੋਂ ਪਹਿਲਾਂ 4% ਪੇਪਰ ਦੇਣੀ ਨਹੀਂ ਆਏ ਹੈਗੇ, ਫੜ ਲਓ ਜੀ ਮਾਰ ਗਏ। ਤਾਂ 4% ਹੁੰਦਾ ਫ੍ਰੈਕਸ਼ਨ 'ਚ 1/25, 4% ਨੂੰ ਜੇ 1/25 ਨਹੀਂ ਯਾਦ ਰੱਖ ਸਕਦੇ, 4/100 ਤਾਂ ਯਾਦ ਹੀ ਰੱਖ ਸਕਦੇ ਨਾ, 4/100 1/25 ਬਣ ਗਿਆ। ਤਾਂ 1/25 ਪੇਪਰ ਦੇਣ ਨਹੀਂ ਗਏ ਤਾਂ 432 ਜਵਾਕ ਕਿਹਦੇ ਵਿੱਚੋਂ ਨਿਕਲਣਗੇ? ਜਿਹੜੇ ਪੇਪਰ ਦੇਣ ਨਹੀਂ ਗਏ ਜਾਂ ਜਿਹੜੇ ਗਏ? ਓਬਵੀਅਸਲੀ ਜਿਹੜੇ ਗਏ। ਤਾਂ ਜਿਹੜੇ ਗਏ ਉਹ ਨੇ 24/25। ਇਹ ਬੱਚੇ ਪੇਪਰ ਦੇਣ ਗਏ, ਇਹਦਾ 10% ਪਾਸ ਹੀ ਨਹੀਂ ਹੋ ਸਕੇ। ਤਾਂ ਉਹ 432 ਬੱਚੇ ਤਾਂ ਪਾਸ ਵਾਲੇ ਚੋਂ ਲੱਭਣਗੇ ਨਾ। ਤਾਂ 10% ਜੇ ਪਾਸ ਨਹੀਂ ਹੋ ਸਕੇ ਤਾਂ ਬਾਕੀ 90% ਪਾਸ ਹੋਏ, 90% ਯਾਨੀ ਕਿ 9/10 ਇਹ ਪਾਸ ਹੋਏ। ਇਹਦੇ ਵਿੱਚੋਂ 50% ਆਫ ਦਾ ਰਿਮੇਨਿੰਗ ਹੈ ਨਾ, ਇਹਦੇ ਵਿੱਚੋਂ 50%
ਪਾਸ ਤਾਂ ਹੋਏ ਪਰ ਡਿਸਟਿੰਕਸ਼ਨ ਲੈ ਗਏ। ਤਾਂ ਜੇ 50% ਡਿਸਟਿੰਕਸ਼ਨ ਲੈ ਗਏ ਇਹ ਬੱਚੇ ਕਿਹੜੇ ਜਿਹੜੇ ਡਿਸਟਿੰਕਸ਼ਨ ਨਹੀਂ ਲੈ ਕੇ ਜਾ ਸਕੇ, ਤਾਂ ਇਹਦਾ 50% ਜੇ ਡਿਸਟਿੰਕਸ਼ਨ ਲੈ ਗਏ ਤਾਂ ਬਾਕੀ ਵੀ 50% ਬਚਿਆ, ਤਾਂ ਉਹ ਨਹੀਂ ਲੈ ਕੇ ਗਏ, ਤਾਂ ਬਾਕੀ 50% ਬਚਿਆ, ਯਾਨੀ ਕਿ 1/2 ਜਿਨ੍ਹਾਂ ਨੂੰ ਡਿਸਟਿੰਕਸ਼ਨ ਨਹੀਂ ਮਿਲੀ ਤਾਂ ਉਹ 432 ਦੇ ਬਰਾਬਰ ਹੈ। ਤਾਂ ਤੁਹਾਡੇ ਟੋਟਲ ਸਟੂਡੈਂਟਸ ਕਿੰਨੇ ਆ ਜਾਣਗੇ ਬੱਚੇ? 9 ਦੇ ਟੇਬਲ 'ਚ ਕੱਟੋ, 9 ਦੇ ਟੇਬਲ 'ਚ 9 ਚੌਕੇ 36, 9 8 72, 48 ਆ ਗਿਆ। 24 ਦਾ ਸਿੱਧਾ ਦੁੱਗਣਾ 48 ਹੋ ਗਿਆ, ਸਾਰਾ ਕੁਝ ਕੱਟਿਆ ਗਿਆ ਉੱਪਰ ਥੱਲੇ 25 ਦੂਨੇ 50, 50 10 500, 500 ਦਾ ਦੁੱਗਣਾ 1000, ਤਾਂ ਟੋਟਲ ਕਿੰਨੇ ਸਟੂਡੈਂਟਸ ਆ ਗਏ? 1000 ਸਟੂਡੈਂਟਸ ਆ ਗਏ। ਤਾਂ ਇਸ ਕੁਐਸਚਨ ਵਿੱਚ ਤੁਹਾਡਾ ਆਨਸਰ ਕਿੰਨਾ ਆ ਜਾਊਗਾ ਬੱਚੇ? 1000 ਸਟੂਡੈਂਟਸ, ਸੀ ਆਪਸ਼ਨ। ਤਾਂ ਇਹ ਕੁਐਸਚਨ ਵੀ ਬਿਲਕੁਲ ਇਲੈਕਸ਼ਨਸ ਵਾਲੇ ਸਵਾਲਾਂ ਦੇ ਉੱਤੇ ਬੇਸਡ ਹੈ। ਫਾਰਮੈਟ ਬਦਲ ਗਿਆ, ਤਰੀਕਾ ਉਹੀ ਹੈ ਸੋਲਵ ਕਰਨ ਦਾ। ਇਸ ਤੋਂ ਅਗਲਾ ਕੁਐਸਚਨ ਹੈ ਜਿਹੜਾ ਉਹ ਬਿਲਕੁਲ ਅਲੱਗ ਫਾਰਮੈਟ ਚ ਆ ਜਾਊਗਾ ਸਵਾਲ, ਉਹ ਵੀ ਇਸੇ ਤਰੀਕੇ ਨਾਲ ਹੱਲ ਹੋਊਗਾ। ਤਾਂ ਪਰਸੈਂਟੇਜ ਦੇ ਵਿੱਚ ਇੱਕ ਪੂਰੇ ਦਾ ਪੂਰਾ ਭੰਡਾਰ ਹੁੰਦਾ ਸਵਾਲਾਂ ਦਾ, ਜਿਹੜੇ ਆਪਸ ਚ ਸਾਲੇ ਇੱਕ ਦੂਜੇ ਨਾਲ ਜਮਾ ਹੀ ਨਹੀਂ ਮੇਲ ਖਾਂਦੇ ਹੁੰਦੇ, ਪਰ ਉਹਨਾਂ ਨੂੰ ਸੋਲਵ ਕਰਨ ਦਾ ਤਰੀਕਾ ਬਿਲਕੁਲ ਸੇਮ ਰਹਿਣਾ ਹੈਗਾ। ਅਗਲਾ ਕੁਐਸਚਨ ਦੇਖੋ ਬੱਚੇ ਕੀ ਹੈ। ਅਗਲਾ ਸਵਾਲ ਹੈ, ਐਗਜ਼ਾਮੀਨਰ ਕਹਿੰਦਾ ਸੋਨਮ ਗੇਵ 14.2% ਆਫ ਹਰ ਇਨਕਮ ਟੂ ਹਰ ਹਸਬੈਂਡ। ਸੋਨਮ ਨੇ ਆਪਣੀ ਕੁੱਲ ਕਮਾਈ ਚੋਂ 14.2% 14.2% ਜਦੋਂ ਤੁਸੀਂ ਪੜਿਆ ਤਾਂ ਦਿਮਾਗ 'ਚ ਆ ਜਾਊਗਾ ਕਿ 1/7। ਸੋਨਮ ਨੇ ਆਪਣੀ ਕੁੱਲ ਕਮਾਈ ਚੋਂ 1/7 ਹਿੱਸਾ ਆਪਣੇ ਘਰ ਵਾਲੇ ਨੂੰ ਦੇਤਾ। 16.2/3% ਆਫ ਦਾ ਰਿਮੇਨਿੰਗ, ਜੋ ਪੈਸੇ ਬਚ ਗਏ ਉਹਦਾ 16.2/3% ਜਿਹਦੀ ਫ੍ਰੈਕਸ਼ਨ 1/6 ਹੁੰਦੀ ਹੈ, ਉਹ ਆਪਣੀ ਵੱਡੀ ਕੁੜੀ ਨੂੰ ਦੇਤਾ। ਐਂਡ 40% ਆਫ ਦਾ ਫਰਦਰ ਰਿਮੇਨਿੰਗ, ਗਾਹਾਂ ਜੋ ਬਚ ਗਏ ਉਹਦਾ 40% ਆਪਣੀ ਛੋਟੀ ਕੁੜੀ ਨੂੰ ਦੇਤਾ। ਇਫ ਸ਼ੀ ਇਜ਼ ਨਾਓ ਲੈਫਟ ਵਿਦ ਰੁਪੀਜ਼ 3600, ਵਟ ਇਜ਼ ਹਰ ਟੋਟਲ ਇਨਕਮ। ਜੇ ਅਖੀਰ ਤੇ ਉਹਦੇ ਕੋਲ 3600 ਰੁਪਏ ਬਚ ਗਏ ਤਾਂ ਉਹਦੀ ਟੋਟਲ ਇਨਕਮ ਦੱਸੋ ਜੀ ਕੀ ਹੈ। ਤਾਂ ਜਿਵੇਂ ਇੱਥੇ ਇਸ ਕੁਐਸਚਨ 'ਚ ਉਹਨੇ ਆਪਣੀ ਕੁੱਲ ਕਮਾਈ ਚੋਂ 14.2/7% ਯਾਨੀ ਕਿ 1/7 ਘਰ ਵਾਲੇ ਨੂੰ ਦੇਤਾ, ਤੇ ਫਿਰ ਕੁੜੀ ਕੋਲ ਵੱਡੀ ਕੁੜੀ ਕੋਲ ਬਚੇ ਹੋਏ ਪੈਸੇ ਲੈ ਕੇ ਗਈ ਤੇ ਉਹਦਾ 16.2/3% ਦਿੱਤਾ। ਤਾਂ ਇਹ ਸਵਾਲ ਬਿਲਕੁਲ ਉਸੇ ਤਰੀਕੇ ਨਾਲ ਹੀ ਹੋ ਰਿਹਾ ਹੈ ਕਿ ਭਾਈ ਟੋਟਲ ਦੇ ਵਿੱਚੋਂ 10% ਲੋਕ ਵੋਟ ਪਾਉਣ ਨਹੀਂ ਗਏ, ਬਚੇ ਹੋਏ ਚੋਂ ਇੰਨੇ ਪਰਸੈਂਟ ਇਨਵੈਲਿਡ ਹੋ ਗਏ। ਇੱਥੇ ਟੋਟਲ ਚੋਂ 10% ਉਹਨੇ ਆਪਣੇ ਘਰ ਵਾਲੇ ਨੂੰ ਦੇਤਾ, ਹਾਲਾਂਕਿ 14.2/7% ਮੈਂ ਵੈਸੇ 10% ਕਹਿ ਰਿਹਾ। ਟੋਟਲ ਚੋਂ 10% ਘਰ ਵਾਲੇ ਨੂੰ ਦੇਤਾ, ਤਾਂ ਬਚੇ ਹੋਏ ਚੋਂ 25% ਉਹਨੇ ਆਪਣੀ ਵੱਡੀ ਕੁੜੀ ਨੂੰ ਦੇਤਾ। ਤਾਂ ਇਹ ਵੀ ਕੁਐਸਚਨ ਬਚੇ ਹੋਏ ਚੋਂ, ਕਿਉਂਕਿ ਜਦੋਂ ਇੱਕ ਪੈਸਿਆਂ ਦਾ ਇੱਕ ਹਿੱਸਾ ਘਰ ਵਾਲੇ ਨੂੰ ਦੇਤਾ ਤਾਂ ਵੱਡੀ ਕੁੜੀ ਨੂੰ ਬਚੇ ਹੋਏ ਪੈਸਿਆਂ ਦਾ ਹੀ ਹਿੱਸਾ ਦਊਗੀ ਨਾ। ਤਾਂ ਆਫ ਦਾ ਰਿਮੇਨਿੰਗ ਕੁਐਸਚਨ 'ਚ ਲਿਖਿਆ ਹੋਇਆ। ਤਾਂ ਇੱਥੇ ਆਪਾਂ ਮੰਨ ਲੈਂਦੇ ਆ ਕਿ ਸੋਨਮ ਕੋਲ ਟੋਟਲ ਪੈਸੇ ਇੰਨੇ ਆ, ਮਨੀ ਲਿਖ ਲੈਂਦੇ ਆ। ਤਾਂ ਅਖੀਰ ਤੇ ਉਹਨਾਂ ਪੈਸਿਆਂ ਦੇ ਵਿੱਚੋਂ ਜਿਹੜੇ 3600 ਰੁਪਏ ਬਚਦੇ ਨੇ, ਆਪਾਂ 3600 ਤੇ ਕਿਵੇਂ ਪਹੁੰਚਣਾ ਹੈ? ਆਫ ਦਾ ਰਿਮੇਨਿੰਗ 'ਚ ਇੱਕ ਲਾਈਨ 'ਚ ਆਨਸਰ ਆ ਜਾਊਗਾ। ਸਭ ਤੋਂ ਪਹਿਲਾਂ 1/7 ਉਹਨੇ ਆਪਣੇ ਘਰ ਵਾਲੇ ਨੂੰ ਦੇਤੇ, ਤਾਂ ਜੇ 1/7 ਘਰ ਵਾਲੇ ਨੂੰ ਦੇਤੇ ਤਾਂ ਅਖੀਰ ਤੇ ਜਿਹੜੇ 3600 ਬਚ ਗਏ ਉਹ ਕੀ 1/7 ਚੋਂ ਮਿਲਣਗੇ, ਜਾਂ ਬਾਕੀ ਜਿਹੜੇ 6/7 ਰਹਿ ਗਏ ਤਾਂ 6/7 ਚੋਂ ਮਿਲਣਗੇ। ਤਾਂ ਮਨੀ ਜਿਹੜੀ ਸੀ ਟੋਟਲ ਉਹਦੇ ਕੋਲ, ਉਹਦਾ 6/7 ਕਰਤਾ। ਇਹ ਬਚੇ ਹੋਏ ਪੈਸੇ ਨੇ ਘਰ ਵਾਲੇ ਨੂੰ 1/7 ਦੇਣ ਤੋਂ ਬਾਅਦ ਬਚੇ ਹੋਏ ਪੈਸੇ। ਤਾਂ ਇਹਨਾਂ ਪੈਸੇ ਨੂੰ ਲੈ ਕੇ ਵੱਡੀ ਕੁੜੀ ਕੋਲ ਗਈ ਤੇ 1/6 ਫੜਾਤੇ। 1/6 ਦੇਣ ਦਾ ਮਤਲਬ ਬਾਕੀ 5/6 ਰਹਿ ਗਏ, ਤਾਂ ਬਾਕੀ 5/6 ਰਹਿ ਗਏ। ਤਾਂ ਇਹ 5/6 ਜਿਹੜੇ ਰਹਿ ਗਏ, ਇਹ ਪੈਸੇ ਲੈ ਕੇ ਉਹ ਛੋਟੀ ਕੁੜੀ ਕੋਲ ਗਈ ਤੇ ਛੋਟੀ ਨੂੰ 40% ਦੇਤਾ। 40% ਹੁੰਦਾ ਬੱਚੇ ਤੁਹਾਡਾ 2/5। ਜੇ ਛੋਟੀ ਨੂੰ 2/5 ਦੇਤੇ ਤਾਂ ਬਚੇ 3/5, ਤਾਂ ਇਹਦਾ 3/5 ਬਚ ਗਿਆ। ਉਹ ਕਹਿੰਦੇ 3600 ਦੇ ਬਰਾਬਰ ਹੈ, ਤਾਂ ਕੁੱਲ ਪੈਸੇ ਦੱਸੋ ਕਿੰਨੇ ਨੇ। ਤਾਂ ਸਾਰੀ ਦੀ ਸਾਰੀ ਕੈਲਕੂਲੇਸ਼ਨ ਬਹੁਤ ਸੌਖੀ ਹੈ। 6 ਨਾਲ 6 ਗਿਆ, 5 ਨਾਲ 5 ਗਿਆ, ਉੱਪਰ 3 ਥੱਲੇ 7 ਬਚ ਗਿਆ। 3 ਤੇ 36 ਕੱਟਿਆ 1200, ਆ 7 ਉਧਰ ਗੁਣਾ ਹੋ ਜੂ, ਤਾਂ ਟੋਟਲ ਪੈਸੇ ਹੋ ਗਏ 1200 ਦਾ 7 ਗੁਣਾ 8400 ਰੁਪਏ। ਤਾਂ ਉਹਦੇ ਕੋਲ ਕੁੱਲ 8400 ਰੁਪਏ ਸੀਗੇ। ਸੀ ਆਪਸ਼ਨ ਤੁਹਾਡਾ ਆਨਸਰ ਆ ਗਿਆ ਇਸ ਕੁਐਸਚਨ ਦਾ। ਤਾਂ ਇਹ ਉਹਦੇ ਕੋਲ ਕੁੱਲ ਪੈਸੇ ਸੀ ਜਿਹੜੇ ਸ਼ੁਰੂ ਦੇ ਵਿੱਚ ਸੀ। ਤਾਂ ਇਲੈਕਸ਼ਨਸ ਵਾਲੇ ਕੁਐਸਚਨਸ ਤੁਸੀਂ ਦੇਖ ਲਏ। ਸਕੂਲ ਦੇ ਵਿੱਚ ਇੰਨੇ ਵਿਦਿਆਰਥੀ, ਉਹਦੇ ਵਿੱਚੋਂ ਪਹਿਲਾਂ 4% ਪੇਪਰ ਹੀ ਨਹੀਂ ਦੇਣ ਗਏ, ਫਿਰ ਜਿੰਨੇ ਦੇਣ ਗਏ ਆਫ ਦਾ ਰਿਮੇਨਿੰਗ 10% ਫੇਲ ਹੋ ਗਏ, ਜਿੰਨੇ ਨਹੀਂ ਫੇਲ ਹੋਏ ਯਾਨੀ ਕਿ ਜਿਹੜੇ ਪਾਸ ਹੋ ਗਏ ਆਫ ਦਾ ਰਿਮੇਨਿੰਗ ਇੰਨੇ ਪਰਸੈਂਟ 50% ਡਿਸਟਿੰਕਸ਼ਨ ਲੈ ਗਏ, ਬਾਕੀ 432 ਨੂੰ ਡਿਸਟਿੰਕਸ਼ਨ ਨਹੀਂ ਮਿਲੇ। ਤਾਂ ਟੋਟਲ ਕਿੰਨੇ ਬੱਚੇ ਸੀ ਉਹ ਆਪਾਂ, ਕਿਉਂਕਿ ਆਫ ਦਾ ਰਿਮੇਨਿੰਗ ਦੇ ਉੱਤੇ ਚੱਲ ਰਿਹਾ ਤਾਂ ਫ੍ਰੈਕਸ਼ਨਾਂ ਮਲਟੀਪਲਾਈ ਹੋ ਜਾਣਗੀਆਂ। ਇਲੈਕਸ਼ਨ ਵਾਲੇ ਚ ਆਫ ਦਾ ਰਿਮੇਨਿੰਗ ਦੇ ਉੱਤੇ ਚੱਲਦਾ ਫ੍ਰੈਕਸ਼ਨਾਂ ਮਲਟੀਪਲਾਈ ਹੋ ਜਾਣਗੀਆਂ। ਇਸ ਕੁਐਸਚਨ 'ਚ ਜਿਹੜੇ ਉਹਨੇ ਘਰ ਵਾਲੇ ਨੂੰ ਹਿੱਸਾ ਦਿੱਤਾ, ਫਿਰ ਗਾਹਾਂ ਵੱਡੀ ਕੁੜੀ ਨੂੰ ਦਿੱਤਾ, ਫਿਰ ਗਾਹਾਂ ਛੋਟੀ ਕੁੜੀ ਨੂੰ ਦਿੱਤਾ, ਤਾਂ ਜਿੰਨੇ ਉਹਨਾਂ ਨੂੰ ਜਿੰਨੇ ਪਰਸੈਂਟ ਪੈਸੇ ਦਿੱਤੇ ਜਾ ਰਹੇ ਨੇ ਉਹ ਬਚੇ ਹੋਏ ਚੋਂ ਦਿੱਤੇ ਜਾ ਰਹੇ ਨੇ ਨਾ। ਬਚੇ ਹੋਏ ਦਾ ਇੰਨੇ ਪਰਸੈਂਟ, ਬਚੇ ਹੋਏ ਦਾ ਇੰਨੇ ਪਰਸੈਂਟ, ਤਾਂ ਇਹ ਵੀ ਆਫ ਦਾ ਰਿਮੇਨਿੰਗ ਦੇ ਉੱਤੇ। ਆਫ ਦਾ ਰਿਮੇਨਿੰਗ ਵਾਲੇ ਸਵਾਲ ਤੁਹਾਡੇ ਸਿੱਧੇ ਇੱਕ ਲਾਈਨ ਦੇ ਵਿੱਚ ਇਸ ਤਰ੍ਹਾਂ ਹੋਣਗੇ, ਹਮੇਸ਼ਾ ਧਿਆਨ 'ਚ ਰੱਖਣਾ ਹੈ। ਇਸ ਤੋਂ ਬਾਅਦ ਬੱਚੇ ਆਪਾਂ ਟਾਈਮ ਐਂਡ ਵਰਕ ਵਾਲੇ ਸਵਾਲ ਦੇਖਦੇ ਹਾਂ। ਟਾਈਮ ਐਂਡ ਵਰਕ ਵਾਲੇ ਸਵਾਲ
ਹਾਲਾਂਕਿ ਬਹੁਤ ਸਿੰਪਲ ਸਵਾਲ ਨੇ, ਪੇਡ ਬੈਚ ਵਾਲੇ ਬੱਚੇ ਕੁਐਸਚਨ ਪੜਨ ਸਾਰ ਆਨਸਰ ਕਰਨਗੇ, ਇਹਦੇ ਵਿੱਚ ਪੈਨ ਵੀ ਚੱਕਣ ਦੀ ਲੋੜ ਨਹੀਂ ਪੈਂਦੀ। ਤਾਂ ਇਹਨਾਂ ਸਵਾਲਾਂ ਦੇ ਵਿੱਚ ਜਿਹੜੇ ਵਿਦਿਆਰਥੀ ਕੁਝ ਨਵੇਂ ਇਸ ਚੈਨਲ ਨਾਲ ਜੁੜੇ ਨੇ, ਇੱਕ ਤਾਂ ਬਾਈ ਬਣ ਕੇ ਮੇਰੀ ਬੇਨਤੀ ਹੈ, ਜਿੰਨੇ ਸਟੂਡੈਂਟ ਹੁਣ ਸੈਸ਼ਨ ਨੂੰ ਦੇਖ ਰਹੇ ਆ, ਸੈਸ਼ਨ ਨੂੰ ਅੱਧਾ ਸਕਿੰਟ ਲਾ ਕੇ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ ਬਾਕੀ ਸਟੂਡੈਂਟਸ ਦੇ ਨਾਲ, ਤੇ ਜਿਹੜੇ ਕੁਝ ਨਵੇਂ ਵਿਦਿਆਰਥੀ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਿਹੜੇ ਨਵੇਂ ਵਿਦਿਆਰਥੀਆਂ ਨੇ ਇਹ ਸਵਾਲ ਨਹੀਂ ਕਦੇ ਦੇਖਿਆ, ਮੈਂ ਡਿਟੇਲ ਦੇ ਵਿੱਚ ਨਾ ਜਾਂਦੇ ਹੋਏ ਇਸ ਕੁਐਸਚਨ ਨੂੰ ਸੋਲਵ ਕਿਵੇਂ ਕਰਨਾ ਉਹ ਮੈਂ ਦੱਸ ਦਿੰਨਾਗਾ। ਐਗਜ਼ਾਮੀਨਰ ਕਹਿੰਦਾ ਕਿਸੇ ਕੰਮ ਨੂੰ ਕਰਨ ਦੇ ਲਈ, ਟੂ ਕੰਪਲੀਟ ਅ ਸਰਟਨ ਪੀਸ ਆਫ ਵਰਕ, A ਤੇ B ਇਕੱਠੇ ਕਿੰਨਾ ਸਮਾਂ ਲੈ ਰਹੇ ਨੇ? ਟੇਕਸ 5 days ਲੈਸ ਦੈਨ A ਅਲੋਨ ਤੇ 45 days ਲੈਸ ਦੈਨ B ਅਲੋਨ। ਤਾਂ ਐਗਜ਼ਾਮੀਨਰ ਕਹਿੰਦਾ ਕਿ A ਤੇ B ਟੁਗੇਦਰ ਕਿਸੇ ਕੰਮ ਨੂੰ ਕਿੰਨੇ ਸਮੇਂ ਚ ਕਰ ਰਹੇ ਨੇ? A ਨਾਲੋਂ 5 ਦਿਨ ਘੱਟ, मतलब A ਕੱਲਾ 5 ਦਿਨ ਜ਼ਿਆਦਾ ਲੈਂਦਾ ਹੋਊਗਾ। ਜੇ ਐਗਜ਼ਾਮੀਨਰ ਨੇ ਕਿਹਾ ਕਿ A ਤੇ B ਰਲ ਕੇ ਕੱਲੇ A ਨਾਲੋਂ 5 ਦਿਨ ਘੱਟ ਲੈ ਰਹੇ ਨੇ, ਮਤਲਬ ਕੱਲਾ ਇਹ 5 ਦਿਨ ਜ਼ਿਆਦਾ ਲੈ ਰਿਹਾ ਤੇ ਕੱਲੇ B ਨਾਲੋਂ 45 ਦਿਨ ਘੱਟ, ਯਾਨੀ ਕਿ B 45 ਦਿਨ ਜ਼ਿਆਦਾ ਲੈ ਰਿਹਾ ਹੈ, ਤਾਂ 5 ਦਿਨ ਤੇ 45 ਦਿਨ ਕੀ ਹੈ? A ਤੇ B ਦਾ ਗੈਪ ਹੈ। A ਟੁਗੇਦਰ ਤੋਂ 5 ਦਿਨ ਜ਼ਿਆਦਾ, B ਟੁਗੇਦਰ ਤੋਂ 45 ਦਿਨ ਜ਼ਿਆਦਾ। ਤਾਂ ਇਹੋ ਜਿਹੇ ਸਵਾਲਾਂ 'ਚ A ਤੇ B ਇਕੱਠੇ ਕਿੰਨਾ ਸਮਾਂ ਲੈਣਗੇ? ਜਿੰਨਾ A ਦਾ ਗੈਪ ਹੈ ਇਨਟੂ ਜਿੰਨਾ B ਦਾ ਗੈਪ ਹੈ ਉਹਦਾ ਸਕੁਆਇਰ ਰੂਟ। ਇਹ ਮੈਂ ਸਮਝਾਇਆ ਸੀਗਾ ਕਿਵੇਂ ਆਉਂਦਾ ਹੈਗਾ, ਕਿਵੇਂ ਕਰਨਾ ਹੈਗਾ, ਅਖੀਰ ਤੇ ਸਕੁਆਇਰ ਰੂਟ ਕਰਕੇ ਤੁਹਾਡਾ ਆਨਸਰ ਆ ਜਾਊਗਾ। ਤਾਂ 5 ਗੁਣਾ 45 ਹੋ ਗਿਆ ਤੁਹਾਡਾ 225, 225 ਦਾ ਸਕੁਆਇਰ ਰੂਟ ਹੋ ਗਿਆ 15 ਡੇਜ਼। ਤਾਂ ਬੱਚੇ ਜੇ ਤਾਂ ਤੁਸੀਂ ਕੁਐਸਚਨ ਦੇ ਵਿੱਚ ਟੁਗੇਦਰ ਫਾਈਂਡ ਕਰਨਾ ਕਿ ਇਕੱਠੇ ਕਿੰਨਾ ਸਮਾਂ ਲੈਣਗੇ, ਤਾਂ ਇਕੱਠਿਆਂ ਦਾ ਸਮਾਂ ਹੋ ਜਾਊਗਾ A ਕੱਲਾ ਜਿੰਨੇ ਦਿਨ ਜ਼ਿਆਦਾ ਟੁਗੇਦਰ ਤੋਂ A ਕੱਲਾ 5 ਦਿਨ ਜ਼ਿਆਦਾ, B ਕੱਲਾ 45 ਦਿਨ ਜ਼ਿਆਦਾ। ਤਾਂ A ਦਾ ਗੈਪ 5, B ਦਾ 45 ਆ ਗਿਆ। ਤਾਂ ਇਕੱਠੇ ਕਿੰਨਾ ਸਮਾਂ ਲੈਣਗੇ? 5 ਗੁਣਾ 45 ਦਾ ਸਕੁਆਇਰ ਰੂਟ ਕਰ ਦੋ, ਤਾਂ ਉਹ ਤੁਹਾਡਾ 15 ਦਿਨ ਆ ਗਿਆ। ਤੇ ਜੇ ਕਿਤੇ ਇਸ ਕੁਐਸਚਨ 'ਚ ਤੁਹਾਡਾ A ਅਲੋਨ ਜਾਂ B ਅਲੋਨ ਪੁੱਛਿਆ ਹੁੰਦਾ, ਫਿਰ ਤੁਸੀਂ ਟੁਗੇਦਰ ਤਾਂ ਕੱਢਣਾ ਹੀ ਹੈ, 15 ਦਿਨ ਤਾਂ ਆਨਸਰ ਆਊਗਾ। 15 ਦੇ ਵਿੱਚ 5 ਜੋੜ ਦੋ, A ਆ ਜਾਂਦਾ 20 ਦਿਨ, 15 ਚ 45 ਜੋੜ ਦੋ, B ਆ ਜਾਂਦਾ 60 ਦਿਨ। ਜੇ A ਅਲੋਨ ਜਾਂ B ਅਲੋਨ ਪੁੱਛਿਆ ਹੁੰਦਾ ਐਗਜ਼ਾਮੀਨਰ ਨੇ, ਅਸੀਂ A ਐਂਡ B ਟੁਗੇਦਰ ਕੱਢਣਾ ਹੀ ਹੈ, A ਪਲੱਸ B ਕੱਢਣਾ ਹੀ ਹੈ। A ਦਾ ਗੈਪ ਤੇ B ਦਾ ਗੈਪ ਗੁਣਾ ਕਰੋ ਤੇ ਉਹਦਾ ਸਕੁਆਇਰ ਰੂਟ ਕਰ ਦੋ, ਫਿਰ ਉਹ ਚ A ਦਾ ਗੈਪ ਜੋੜ ਦੋ, ਕੱਲੇ A ਦਾ ਸਮਾਂ, B ਦਾ ਜੋੜ ਦੋ, ਕੱਲੇ B ਦਾ ਸਮਾਂ, ਆਨਸਰ ਆ ਜਾਊਗਾ। ਇਹ ਇੱਕ ਸਿੰਪਲ ਕੁਐਸਚਨ ਹੈ, ਪੰਜਾਬ ਦੇ ਪੇਪਰਾਂ 'ਚ ਇੱਕ ਅੱਧੀ ਵਾਰ ਦੇਖਿਆ, SSC ਵਾਲਿਆਂ ਨੇ ਬਹੁਤ ਵਾਰ ਪਾਇਆ, SSC ਨੇ ਪਾਇਆ, CDS ਨੇ ਪਾਇਆ, ਸਿਵਲਸ ਨੇ ਪਾਇਆ, ਹੋਰ ਕੁਝ ਇਮਤਿਹਾਨਾਂ ਦੇ ਵਿੱਚ ਇਹ ਕੁਐਸਚਨ ਆਮ ਤੌਰ ਤੇ ਦੇਖਿਆ ਗਿਆ। ਤੇ ਇਹਦੇ ਵਿੱਚ ਬਿਲਕੁਲ ਆ ਬਹੁਤ ਸੌਖਾ ਕੁਐਸਚਨ ਹੈ ਜਿਹੜਾ ਮੈਂ ਉਮੀਦ ਕਰਦਾ ਕਿ ਵਿਦਿਆਰਥੀ ਦੇਖਣ ਸਾਰ ਆਨਸਰ ਕਰਨਗੇ। ਇਹਦੇ ਵਿੱਚ ਟਿਪੀਕਲ ਸਟੇਟਮੈਂਟਸ ਦੇਖੋ ਜੋ ਪੁਰਾਣੇ ਪੇਪਰਾਂ 'ਚ ਆਈਆਂ ਹੋਈਆਂ ਨੇ, ਉਹ ਮੈਂ ਇੱਕ ਅਗਲਾ ਸਵਾਲ ਤਾਂ ਸੌਖਾ ਹੀ ਹੈ, ਉਸ ਤੋਂ ਅਗਲੇ 2 ਸਵਾਲ ਦੇਖਿਓ ਇਹਦੇ ਵਿੱਚੋਂ ਹੀ ਕੀ ਬਣ ਜਾਣਗੇ। ਅੱਗੇ ਐਗਜ਼ਾਮੀਨਰ ਕਹਿੰਦਾ ਇਨ ਆਰਡਰ ਟੂ ਕੰਪਲੀਟ ਅ ਵਰਕ, ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ A ਅਲੋਨ ਟੇਕਸ 1.5 ਦਿਨ ਮੋਰ ਦੈਨ A ਐਂਡ B ਟੁਗੇਦਰ। A ਕੱਲਾ ਇਕੱਠਿਆਂ ਤੋਂ 1.5 ਦਿਨ ਜ਼ਿਆਦਾ ਲੈਂਦਾ, ਜਦ ਕਿ B ਅਲੋਨ ਟੇਕਸ 13.5 ਦਿਨ ਮੋਰ ਦੈਨ A ਐਂਡ B ਟੁਗੇਦਰ। ਤਾਂ ਐਗਜ਼ਾਮੀਨਰ ਕਹਿੰਦਾ ਕਿਸੇ ਕੰਮ ਨੂੰ ਕਰਨ ਦੇ ਲਈ A ਅਤੇ B ਟੁਗੇਦਰ ਤੋਂ, A ਪਲੱਸ B ਤੋਂ A ਕੱਲਾ 1.5 ਦਿਨ ਵੱਧ ਲੈਂਦਾ ਤੇ B ਕੱਲਾ 13.5 ਦਿਨ ਵੱਧ ਲੈਂਦਾ। ਸੋ ਐਗਜ਼ਾਮੀਨਰ ਕਹਿੰਦਾ ਇਨ ਹਾਊ ਮੈਨੀ ਡੇਜ਼ ਸ਼ੈਲ A ਅਲੋਨ, A ਕੱਲਾ ਫਾਈਂਡ ਕਰਨਾ, ਤਾਂ A ਅਲੋਨ B ਅਲੋਨ A ਪਲੱਸ B ਤੋਂ ਕਿੰਨਾ ਜ਼ਿਆਦਾ? ਤਾਂ ਬੱਚੇ A ਕੱਲਾ 1.5 ਦਿਨ ਜ਼ਿਆਦਾ, B ਕੱਲਾ 13.5 ਦਿਨ ਜ਼ਿਆਦਾ, ਇਹੀ ਸਾਨੂੰ ਦਿੱਤਾ ਹੋਇਆ। ਤਾਂ ਇੱਥੋਂ A ਪਲੱਸ B ਦਾ ਸਮਾਂ ਕਿੰਨਾ ਆ ਜਾਊਗਾ? A ਪਲੱਸ B ਦਾ ਸਮਾਂ ਆ ਜਾਊਗਾ ਬੱਚੇ 1.5 ਨੂੰ ਆਪਾਂ 3/2 ਲਿਖ ਸਕਦੇ ਹਾਂ, 13.5 ਨੂੰ ਆਪਾਂ 27/2 ਲਿਖ ਸਕਦੇ ਹਾਂ, ਉਹਦਾ ਸਕੁਆਇਰ ਰੂਟ। ਤਾਂ 3 ਗੁਣਾ 27 ਹੋ ਗਿਆ 81, ਉਹਦਾ ਸਕੁਆਇਰ ਰੂਟ 9, 2 × 2 ਹੋ ਗਿਆ 4, ਉਹਦਾ ਸਕੁਆਇਰ ਰੂਟ 2, ਤਾਂ 9/2 ਯਾਨੀ ਕਿ 4.5 ਡੇਜ਼ ਆ ਗਿਆ। ਤਾਂ ਜੇ ਤਾਂ ਅਸੀਂ A ਐਂਡ B ਟੁਗੇਦਰ ਫਾਈਂਡ ਕਰਨਾ ਹੁੰਦਾ ਫਿਰ ਤਾਂ ਆ ਜਾਂਦਾ 4.5 ਦਿਨ, ਪਰ ਅਸੀਂ A ਅਲੋਨ ਫਾਈਂਡ ਕਰਨਾ ਹੈ। ਤਾਂ A ਅਲੋਨ ਲਈ ਮੈਂ ਕੀ ਕਿਹਾ ਸੀਗਾ ਕਿ A ਐਂਡ B ਟੁਗੇਦਰ ਤਾਂ ਫਾਈਂਡ ਕਰੋ, A ਐਂਡ B ਟੁਗੇਦਰ 4.5 ਆ ਗਿਆ, ਉਹਦੇ ਵਿੱਚ A ਦਾ ਗੈਪ ਜੋੜ ਦੋ, ਆਨਸਰ ਆ ਜਾਊਗਾ। ਤਾਂ 4.5 ਦੇ ਵਿੱਚ 1.5 ਦਿਨ ਜੋੜੋ, ਤੁਹਾਡਾ ਆਨਸਰ ਆ ਜਾਊਗਾ 6 ਡੇਜ਼। ਤਾਂ ਕਿਸੇ ਸਟੂਡੈਂਟ ਨੇ ਇਸ ਕੁਐਸਚਨ ਦਾ ਆਨਸਰ 4.5 ਨਹੀਂ ਮਾਰਕ ਕਰਨਾ। A ਐਂਡ B ਟੁਗੇਦਰ ਪੁੱਛਿਆ ਹੁੰਦਾ ਤਾਂ 4.5 ਦਿਨ ਆ ਗਿਆ ਸੀਗਾ, A ਅਲੋਨ ਪੁੱਛਿਆ ਤਾਂ 4.5 ਕੱਢ ਕੇ 1.5 ਜੋੜ ਦੋ, A ਦਾ ਗੈਪ ਜੋੜ ਦੋ ਤਾਂ A ਦਾ ਸਮਾਂ ਆ ਜੂ। ਜੇ B ਪੁੱਛਿਆ ਹੁੰਦਾ ਤਾਂ 4.5 ਚ 13.5 ਜੋੜ ਦਿੰਦੇ, 18 ਦਿਨ B ਦਾ ਆਨਸਰ ਆ ਜਾਂਦਾ ਕਿ B ਕੱਲਾ ਇੰਨੇ ਸਮੇਂ ਚ ਕਰਦਾ। ਤਾਂ ਇਹ ਕੁਐਸਚਨ ਇੱਕ ਪੂਰਾ ਸਿੰਪਲ ਟਾਈਪ ਬਣਦਾ, ਦੇਖਣ ਸਾਰ ਆਨਸਰ ਆਉਂਦੇ ਨੇਗੇ। ਇਹਦੇ ਵਿੱਚ ਕੀ ਕੀ ਟਿਪੀਕਲ ਕੁਐਸਚਨ ਬਣ ਸਕਦਾ, ਤੇ ਸਿਰਫ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਸਟੇਟਮੈਂਟ ਕੁਛ ਦੀ ਕੁਛ ਬਣ ਜੂਗੀ।
ਇਹੀ ਕੰਸੈਪਟ ਰਹਿਣਾ ਹੈਗਾ, ਇਸੇ ਤਰੀਕੇ ਨਾਲ ਕੁਐਸਚਨ ਸੋਲਵ ਹੋਣਾ ਹੈਗਾ। ਪਰ ਐਗਜ਼ਾਮੀਨਰ ਪੂਰੀ ਦੀ ਪੂਰੀ ਸਟੇਟਮੈਂਟ ਨੂੰ ਘੜਦਾ ਕਿਵੇਂ ਹੈ, ਕਿਵੇਂ ਘੜ ਸਕਦਾ ਹੈਗਾ, ਉਹ ਮਾੜਾ ਜਿਹਾ ਧਿਆਨ ਨਾਲ ਦੇਖਣ ਵਾਲਾ ਹੈਗਾ। ਤਾਂ ਅਗਲਾ ਕੁਐਸਚਨ ਦੇਖੋ ਬੱਚੇ, ਸਟੇਟਮੈਂਟ ਐਗਜ਼ਾਮੀਨਰ ਕਹਿੰਦਾ A alone takes 24 days more, A ਕੱਲਾ 24 ਦਿਨ ਜ਼ਿਆਦਾ ਲੈਂਦਾ ਦੈਨ B। ਹੁਣ ਤੱਕ ਕੀ ਸੀਗਾ, A takes 1.5 ਦਿਨ more than A and B together, ਇਹਦੇ ਵਿੱਚ ਵੀ A takes 5 days more than A and B together, ਹਾਲਾਂਕਿ ਪੁੱਠਾ ਲਿਖਿਆ ਹੋਇਆ ਸੀ ਵੀ A B together takes 5 days less than A, ਤਾਂ ਇੱਕੋ ਗੱਲ ਹੈ A takes 5 days more than A and B। ਇੱਥੇ A takes 1.5 ਦਿਨ more than A and B, ਪਰ ਇੱਥੇ ਕਹਿੰਦੇ A takes 24 ਦਿਨ more than ਕੱਲਾ B, ਕੱਲਾ B ਲਿਖਤਾ। and 32 days more than C, ਤਾਂ ਇਸ ਕੁਐਸਚਨ ਚ ਤੀਜਾ ਬੰਦਾ ਆ ਗਿਆ C। ਤਾਂ ਐਗਜ਼ਾਮੀਨਰ ਕਹਿੰਦਾ A B ਨਾਲੋਂ 24 ਦਿਨ ਜ਼ਿਆਦਾ ਤੇ C ਨਾਲੋਂ 32 ਦਿਨ ਜ਼ਿਆਦਾ ਲੈ ਰਿਹਾ ਹੈਗਾ। ਤਾਂ ਧਿਆਨ ਨਾਲ ਜਿਵੇਂ ਐਗਜ਼ਾਮੀਨਰ ਨੇ ਲਿਖਿਆ ਉਵੇਂ ਲਿਖ ਲਓ, A B ਤੋਂ 24 ਦਿਨ ਜ਼ਿਆਦਾ ਤੇ C ਤੋਂ 32 ਦਿਨ ਜ਼ਿਆਦਾ ਲੈ ਰਿਹਾ। ਇਹ ਤਾਂ ਸਿੱਧਾ ਹੀ ਲਿਖ ਸਕਦੇ ਆ ਆਪਾਂ। To complete a piece of work, C works, C ਕਿੰਨਾ ਕੰਮ ਕਰਦਾ as much as A plus B works। ਤਾਂ ਐਗਜ਼ਾਮੀਨਰ ਕਹਿੰਦਾ C ਕਿੰਨਾ ਕੰਮ ਕਰਦਾ ਜਿੰਨਾ A and B ਕਰਦੇ ਆ, ਮਤਲਬ C ਇਹਨਾਂ ਨੇ ਲਿਖ ਤਾਂ ਦਿੱਤਾ ਪਰ ਉਹ ਕੰਮ ਕਿੰਨਾ ਕਰਦਾ A plus B ਦੇ ਜਿੰਨਾ ਹੀ। ਤਾਂ C ਆਪਣੇ ਆਪ ਚ ਨਾ ਵੀ ਲਿਖੇ, ਉਹਦੀ ਜਗ੍ਹਾ A plus B ਲਿਖ ਦੇ, ਇੱਕੋ ਗੱਲ ਹੈ। ਤਾਂ ਜਿਵੇਂ ਪਿਛਲੇ ਸਵਾਲਾਂ ਚ ਸੀਗਾ ਕਿ A and B ਤੋਂ ਇੰਨਾ, B A and B ਤੋਂ ਇੰਨਾ, ਤਾਂ ਇੱਥੇ A plus B ਦੀ ਜਗ੍ਹਾ C ਲਿਖਤਾ ਤੇ ਅੱਗੇ ਜਾ ਕੇ ਕਹਿੰਦੇ ਵੀ C ਉਨਾ ਹੀ ਕੰਮ ਕਰਦਾ ਜਿੰਨਾ A plus B ਕਰਦੇ ਆ, ਮਤਲਬ ਅਸੀਂ C ਨੂੰ A plus B ਹੀ ਲਿਖ ਲਾਂਗੇ ਤੇ ਪੁਰਾਣਾ ਕੁਐਸਚਨ ਬਣ ਜਾਊਗਾ। ਤਾਂ in how many days will A B and C together, ਤਿੰਨੇ ਰਲ ਕੇ ਕਿੰਨੇ ਸਮੇਂ 'ਚ ਕੰਮ ਕਰਨਗੇ। ਤਾਂ A plus B ਤੋਂ ਹੁਣ ਮੈਂ C ਨਹੀਂ ਬੋਲਦਾ, A plus B ਬੋਲੂੰਗਾ, ਉਹ ਤੋਂ 32 ਦਿਨ ਜ਼ਿਆਦਾ। ਤੇ B ਕਿੰਨੇ ਦਿਨ ਜ਼ਿਆਦਾ ਲੈਂਦਾ ਬੱਚੇ, B ਆਪਾਂ A plus B ਤੋਂ ਦੇਖਣਾ ਨਾ, ਜੇ ਆਹ 32 ਜ਼ਿਆਦਾ, ਇੱਥੇ 24 ਦਾ ਗੈਪ ਹੈ ਤਾਂ ਇੱਥੇ 8 ਦਾ ਹੀ ਗੈਪ ਹੋਊਗਾ। ਇਹ 8 ਕਿਵੇਂ ਆਇਆ, 32 ਦੇ ਵਿੱਚੋਂ 24 ਮਾਈਨਸ ਕਰ ਦੋ, ਇਹ 8 ਆ ਗਿਆ। ਤਾਂ ਬੱਚੇ A ਦਾ ਗੈਪ 32 ਬਣ ਗਿਆ ਤੁਹਾਡਾ 32 ਤੇ B ਦਾ ਗੈਪ 8 ਬਣ ਗਿਆ ਤੁਹਾਡਾ A plus B ਤੋਂ। ਤਾਂ A plus B ਟੁਗੇਦਰ ਕਿੰਨਾ ਆ ਜਾਊਗਾ, A plus B ਟੁਗੇਦਰ ਦਾ ਸਮਾਂ ਆ ਜਾਊਗਾ ਤੁਹਾਡਾ 32 into 8 ਦਾ ਸਕੁਅਰ ਰੂਟ। ਤਾਂ 32 ਗੁਣਾ 8 ਹੋ ਗਿਆ 256, 256 ਦਾ ਸਕੁਅਰ ਰੂਟ ਹੋ ਗਿਆ 16 ਡੇਜ਼। ਤਾਂ 16 ਦਿਨ ਤਾਂ ਆ ਗਿਆ A plus B ਦਾ ਟਾਈਮ। ਤਾਂ A ਤੇ B ਤੇ C, ਤਾਂ A plus B ਤੁਹਾਡਾ 16 ਡੇਜ਼ ਆ ਗਿਆ। ਜੇ A plus B 16 ਹੈ ਤਾਂ C ਵੀ ਤੁਹਾਡਾ 16 ਹੈ, ਕਿਉਂਕਿ C ਉਨਾ ਹੀ ਕੰਮ ਕਰਦਾ ਨਾ ਜਿੰਨਾ A plus B ਕਰਦੇ ਆ। ਤਾਂ ਐਗਜ਼ਾਮੀਨਰ ਨੇ ਤੁਹਾਡਾ A plus B plus C ਪੁੱਛਿਆ ਹੈ, ਤਾਂ A plus B plus C ਕਿੰਨਾ ਸਮਾਂ ਲੈਣਗੇ। ਟੋਟਲ ਵਰਕ ਕਿੰਨਾ ਆ ਗਿਆ 16 ਤੇ 16 ਦਾ ਐਲਸੀਐਮ 16, ਇਹਦੀ ਐਫੀਸ਼ੀਐਂਸੀ 1, ਇਹਦੀ ਐਫੀਸ਼ੀਐਂਸੀ 1, ਤਾਂ 16/2 ਯਾਨੀ ਕਿ 8 ਦਿਨ। ਤਾਂ A B ਤੇ C ਇਕੱਠੇ ਕਿੰਨੇ ਸਮੇਂ 'ਚ ਕੰਮ ਕਰਨਗੇ, 8 ਦਿਨਾਂ ਦੇ ਵਿੱਚ ਕਰਨਗੇ। ਇਸ ਕੁਐਸਚਨ ਦੇ ਵਿੱਚ ਐਗਜ਼ਾਮੀਨਰ ਨੇ C ਨੂੰ ਜਿਹੜਾ ਇੰਟਰੋਡਿਊਸ ਕੀਤਾ ਹੈ, ਨਹੀਂ ਤਾਂ ਐਗਜ਼ਾਮੀਨਰ ਸਿੱਧਾ A plus B ਲਿਖ ਦਿੰਦਾ ਜਿਵੇਂ ਪਿਛਲੇ ਦੋ ਸਵਾਲਾਂ 'ਚ ਲਿਖਿਆ ਹੋਇਆ ਸੀਗਾ ਕਿ A ਕੱਲਾ A plus B ਤੋਂ 1.5 ਦਿਨ ਜ਼ਿਆਦਾ ਤੇ B ਕੱਲਾ A plus B ਤੋਂ 13.5 ਦਿਨ ਜ਼ਿਆਦਾ। ਇੱਥੇ ਵੀ A plus B ਲਿਖ ਦਿੰਦਾ, ਪਰ ਇੱਥੇ ਐਗਜ਼ਾਮੀਨਰ ਨੇ C ਲਿਖਿਆ ਤੇ ਅਗਲੀ ਲਾਈਨ 'ਚ ਕਲੀਅਰ ਕਰਤਾ ਵੀ C ਉਨਾ ਹੀ ਕੰਮ ਕਰਦਾ ਜਿੰਨਾ A plus B ਕਰਦੇ। ਮਤਲਬ ਅਸੀਂ C ਨੂੰ A plus B ਲਿਖ ਸਕਦੇ ਹਾਂ, ਪਰ C ਨੂੰ A plus B ਲਿਖਿਆ ਤਾਂ A plus B ਤੋਂ A 32 ਜ਼ਿਆਦਾ, ਤਾਂ B ਕਿੰਨਾ ਜ਼ਿਆਦਾ, B ਤੋਂ A 24 ਜ਼ਿਆਦਾ, ਤਾਂ ਇੱਥੇ 8 ਹੀ ਜ਼ਿਆਦਾ ਹੋਊਗਾ। 32 ਚੋਂ ਬਾਕੀ 24 ਮਾਈਨਸ ਕਰਤੇ 8 ਜ਼ਿਆਦਾ, ਤਾਂ A plus B ਦਾ ਸਮਾਂ ਆ ਗਿਆ 16 ਦਿਨ। ਅਸੀਂ ਕਿਉਂਕਿ ਜਿਹੜਾ ਟਾਈਮ ਕੱਢਣਾ ਉਹ A B plus C ਦਾ ਕੱਢਣਾ ਹੈ, ਤਾਂ A plus B ਦੀ ਵੈਲਿਊ ਜਿਹੜੀ 16 ਦਿਨ ਆਈ ਹੈ ਤਾਂ ਉਹ C ਦੀ ਵੀ ਉਨੀ ਹੋਣੀ ਹੈ, ਕਿਉਂਕਿ C ਉਨਾ ਹੀ ਕੰਮ ਕਰਦਾ, ਤਾਂ C ਵੀ 16 ਦਿਨ। ਤਾਂ A plus B plus C ਕਿੰਨਾ ਆ ਗਿਆ, ਉਹ ਆਪਾਂ ਟਾਈਮ ਐਂਡ ਵਰਕ ਦਾ ਕੰਸੈਪਟ ਲਾ ਕੇ ਸਿੰਪਲ ਜੇ ਕੁਐਸਚਨ ਤੋਂ ਐਗਜ਼ਾਮੀਨਰ ਨੇ ਕੀ ਦਾ ਕੀ ਸਵਾਲ ਬਣਾ ਲਿਆ। ਤਾਂ ਟਾਈਪ ਉਹੀ ਹੈ, ਤਰੀਕਾ ਕੁਐਸਚਨ ਨੂੰ ਸੋਲਵ ਕਰਨ ਦਾ ਉਹੀ ਹੈ, ਪਰ ਸਟੇਟਮੈਂਟ ਜਿਹੜੀ 2 ਲਾਈਨਾਂ 'ਚ ਲਿਖਣੀ ਸੀ ਉਹ ਐਡੀ ਸਟੇਟਮੈਂਟ ਬਣਾ ਕੇ ਕੁਐਸਚਨ ਦਾ ਕੀ ਬਣਾਤਾ। ਅਗਲਾ ਕੁਐਸਚਨ ਦੇ, ਇਹ ਵੀ ਪੁਰਾਣੇ ਪੇਪਰ ਦਾ ਕੁਐਸਚਨ ਹੈ, ਅਗਲਾ ਕੁਐਸਚਨ ਵੀ SSC CGL ਦਾ ਪੁਰਾਣੇ ਪੇਪਰ ਦਾ ਕੁਐਸਚਨ ਹੈ ਤੇ ਕੁਐਸਚਨ ਧਿਆਨ ਨਾਲ ਦੇਖੋ, ਬਿਲਕੁਲ ਸੇਮ ਕਨਸੈਪਟ ਦੇ ਉੱਤੇ ਬੇਸਡ ਆ, ਪਰ ਸਟੇਟਮੈਂਟ ਕਿਹੋ ਜੀ ਹੈ ਫਿਰ ਉਹਦਾ ਸੋਲੂਸ਼ਨ ਕਿਹੋ ਜਿਹਾ ਹੋਊਗਾ। ਧਿਆਨ ਨਾਲ ਦੇਖੋ ਜੀ, ਸਵਾਲ ਹੈ, ਇੱਥੇ ਪਤਾ ਲੱਗ ਗਿਆ ਕਿ ਸਟੇਟਮੈਂਟ ਲੰਬੀ ਹੈ। ਅ ਸਵਿਮਿੰਗ ਪੂਲ ਇਜ਼ ਫਿਲਡ ਵਿਦ 3 ਪਾਈਪਸ, ਕਹਿੰਦੇ ਸਵਿਮਿੰਗ ਪੂਲ ਨੂੰ 3 ਪਾਈਪਾਂ ਲੱਗੀਆਂ ਹੋਈਆਂ ਨੇ। ਫਸਟ 2 ਪਾਈਪਸ ਆਪਰੇਟਿੰਗ ਸਾਈਮਲਟੇਨੀਅਸਲੀ ਫਿਲ ਦਾ ਪੂਲ ਐਟ ਦਾ ਸੇਮ ਟਾਈਮ, ਕਹਿੰਦੇ ਪਹਿਲੀਆਂ 2 ਪਾਈਪਾਂ ਜੇ ਇਕੱਠੀਆਂ ਚੱਲਣ ਤਾਂ ਉਹ ਪੂਲ ਨੂੰ ਓਨੇ ਹੀ ਸਮੇਂ 'ਚ ਭਰਦੀਆਂ ਨੇ, ਡਿਊਰਿੰਗ ਵਿਚ ਦਾ ਪੂਲ ਇਜ਼ ਫਿਲਡ ਬਾਈ ਦਾ 3rd ਪਾਈਪ।
ਜਿੰਨੇ ਚ ਕੱਲੀ ਤੀਜੀ ਪਾਈਪ ਭਰਦੀ ਹੈ। ਤਾਂ ਜਿਵੇਂ ਪਿਛਲੇ ਕੁਐਸਚਨ ਚ ਕਿਹਾ ਹੋਇਆ ਸੀ ਐਗਜ਼ਾਮੀਨਰ ਨੇ ਕਿ C works as much as A plus B works, ਤੀਜੀ ਪਾਈਪ works as much as ਪਹਿਲੀਆਂ ਦੋ ਪਾਈਪਾਂ। ਤਾਂ ਉਸ ਕੁਐਸਚਨ ਚ ਐਗਜ਼ਾਮੀਨਰ ਨੇ ਇਹੀ ਕਿਹਾ ਕਿ ਪਹਿਲੀਆਂ ਦੋ ਪਾਈਪਾਂ ਇਕੱਠੀਆਂ ਓਨੇ ਹੀ ਸਮੇਂ ਚ ਟੈਂਕ ਨੂੰ ਪੂਲ ਨੂੰ ਭਰਦੇ ਨੇ ਜਿੰਨੇ ਚ ਤੀਜੀ ਪਾਈਪ ਕੱਲੀ ਭਰਦੀ ਆ। ਤਾਂ ਇੱਥੇ ਆਪਾਂ C ਨੂੰ A plus B ਲਿਖ ਦਿੰਦੇ ਆ। The second pipe fills the pool 5 hours faster, faster ਮਤਲਬ ਘੱਟ ਸਮਾਂ ਲੈਂਦੀ ਹੈ, ਤੇਜ਼ ਭਰਨ ਦਾ ਮਤਲਬ ਘੱਟ ਸਮਾਂ ਲਿਆ। ਤਾਂ 5 hours faster ਤੋਂ +5 ਨਾ ਕਰ ਦਿਓ, 5 ਘੰਟੇ ਘੱਟ ਲੈਂਦੀ ਹੈ। ਐਂਡ ਦੈਨ ਦਾ ਫਰਸਟ ਪਾਈਪ ਐਂਡ 4 hours slower, slower ਦਾ ਮਤਲਬ ਜ਼ਿਆਦਾ ਸਮਾਂ ਲੈਂਦੀ ਹੈ ਦੈਨ ਦਾ ਥਰਡ ਪਾਈਪ। ਤਾਂ ਤਿੰਨ ਪਾਈਪਾਂ ਨੇ A B ਤੇ C। ਐਗਜ਼ਾਮੀਨਰ ਨੇ ਸੈਕਿੰਡ ਪਾਈਪ ਕਹੀ ਹੈ, ਮੈਂ ਇੱਥੋਂ ਸਟੇਟਮੈਂਟ ਪੜਨ ਲੱਗਿਆ ਇੱਥੇ ਤੱਕ। ਐਗਜ਼ਾਮੀਨਰ ਕਹਿੰਦਾ ਜਿਹੜੀ ਸੈਕਿੰਡ ਪਾਈਪ ਹੈ B ਹੈ ਉਹ ਪਹਿਲੀ ਪਾਈਪ ਤੋਂ 5 ਘੰਟੇ ਤੇਜ਼ ਛੇਤੀ ਭਰਦੀ ਹੈ, ਮਤਲਬ 5 ਘੰਟੇ ਘੱਟ ਲੈਂਦੀ ਹੈ, ਮਤਲਬ ਪਹਿਲੀ ਪਾਈਪ 5 ਘੰਟੇ ਜ਼ਿਆਦਾ ਲੈਂਦੀ ਹੈ। ਜੇ ਸੈਕਿੰਡ ਪਾਈਪ ਪਹਿਲੀ ਤੋਂ 5 ਘੰਟੇ ਫਾਸਟਰ ਯਾਨੀ ਕਿ ਛੇਤੀ ਭਰਦੀ ਹੈ, ਘੱਟ ਸਮੇਂ 'ਚ ਭਰਦੀ ਹੈ, ਤਾਂ ਪਹਿਲੀ 5 ਜ਼ਿਆਦਾ ਭਰਦੀ ਹੈ, ਤਾਂ ਪਹਿਲੀ 5 ਜ਼ਿਆਦਾ ਦੂਜੀ ਨਾਲੋਂ। ਤੇ ਦੂਜੀ ਪਾਈਪ ਬਾਰੇ ਕਿਹਾ 4 hours slower than the third, ਤੇ ਜਿਹੜੀ ਦੂਜੀ ਪਾਈਪ ਉਹ ਤੀਜੀ ਤੋਂ 4 ਘੰਟੇ ਸਲੋਅਰ ਹੈ, ਮਤਲਬ 4 ਘੰਟੇ ਜ਼ਿਆਦਾ ਲੈਂਦੀ ਹੈ। ਤਾਂ ਇੰਨਾ ਕਲੀਅਰ ਹੈ। ਪਰ C ਨੂੰ ਤਾਂ ਅਸੀਂ A plus B ਲਿਖ ਸਕਦੇ ਹਾਂ। ਇਹ ਵੀ ਮੈਂ ਸਮਝਾਇਆ ਕਿ C ਨੂੰ ਅਸੀਂ A plus B ਲਿਖ ਸਕਦੇ ਹਾਂ ਕਿਉਂਕਿ ਪਹਿਲੀਆਂ ਦੋ ਪਾਈਪਾਂ ਓਨੇ ਹੀ ਸਮੇਂ 'ਚ ਟੈਂਕ ਨੂੰ ਪੂਲ ਨੂੰ ਭਰਦੇ ਨੇ ਜਿੰਨੇ 'ਚ ਤੀਜੀ ਭਰਦੀ ਹੈ। ਤਾਂ ਅਸੀਂ ਜੇ C ਨੂੰ A plus B ਲਿਖ ਸਕਦੇ ਹਾਂ ਤਾਂ A plus B ਤੋਂ B ਕਿੰਨੀ ਹੈ 4 ਜ਼ਿਆਦਾ, ਤੇ A ਕਿੰਨੀ ਹੋ ਜੂਗੀ, ਅਸੀਂ A ਨੂੰ ਵੀ A plus B ਤੋਂ ਯਾਨੀ ਕਿ C ਤੋਂ ਦੇਖਣਾ ਤਾਂ ਉਹ ਹੋ ਜੂਗੀ 5 + 4 9। ਤਾਂ A ਦਾ ਗੈਪ ਆ ਗਿਆ 9, B ਦਾ ਗੈਪ ਆ ਗਿਆ 4, ਤਾਂ A plus B ਰਲ ਕੇ ਕਿੰਨੇ 'ਚ ਭਰਨਗੀਆਂ, A plus B ਰਲ ਕੇ ਭਰਨਗੀਆਂ ਜੋ ਕਿ C ਵੀ ਹੈ। A plus B ਰਲ ਕੇ ਭਰਨਗੀਆਂ 4 ਗੁਣਾ 9 ਦਾ ਸਕੁਅਰ ਰੂਟ, ਤਾਂ 4 ਗੁਣਾ 9 36, 36 ਦਾ ਸਕੁਅਰ ਰੂਟ 6 ਆਵਰਸ। ਤਾਂ ਬੱਚੇ 6 ਘੰਟੇ ਕਿਹਦਾ ਸਮਾਂ ਆ ਗਿਆ, 6 ਘੰਟੇ ਆ ਗਿਆ ਤੁਹਾਡਾ C ਦਾ ਸਮਾਂ ਜੋ ਕਿ A plus B ਹੈ। C ਦਾ ਸਮਾਂ 6। ਅਸੀਂ ਟਾਈਮ ਕਿਹਦਾ ਫਾਈਂਡ ਕਰਨਾ, ਇਨ ਵਟ ਟਾਈਮ ਵਿਲ ਦਾ ਸੈਕਿੰਡ ਐਂਡ ਥਰਡ ਪਾਈਪ। ਅਸੀਂ B ਤੇ C ਦਾ ਸਮਾਂ ਫਾਈਂਡ ਕਰਨਾ ਹੈ। ਤਾਂ ਜਿਹੜਾ A plus B ਦਾ 6 ਘੰਟੇ ਆ ਗਿਆ ਉਹ ਤਾਂ C ਦੇ ਬਰਾਬਰ ਹੀ ਹੈ। ਤਾਂ B ਕਿੰਨਾ, 6 ਤੋਂ 4 ਜ਼ਿਆਦਾ 10 ਘੰਟੇ। ਤਾਂ ਅਸੀਂ B plus C ਫਾਈਂਡ ਕਰਨਾ। ਤਾਂ ਟੈਂਕ ਦੀ ਕਪੈਸਿਟੀ 10 ਤੇ 6 ਦਾ LCM 30 ਲੀਟਰ, ਐਫੀਸ਼ੀਐਂਸੀ ਆ ਜੂਗੀ 10 ਚ 30 ਹੈ ਤਾਂ 3, 6 ਚ 30 ਹੈ ਤਾਂ 5, ਤਾਂ ਇਕੱਠੀਆਂ ਭਰਨਗੀਆਂ 8 ਦੇ ਹਿਸਾਬ ਨਾਲ, ਤਾਂ 30 ਲੀਟਰ 8 ਦੇ ਹਿਸਾਬ ਨਾਲ ਆ ਜੂਗਾ ਤੁਹਾਡਾ 30/8 ਯਾਨੀ ਕਿ 3.75 ਆਵਰਸ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਆ ਜੂਗਾ ਬੱਚੇ ਸੈਕਿੰਡ ਆਪਸ਼ਨ 3.75। ਤਾਂ ਜਿਹੜਾ 2-3 ਸਵਾਲ ਪਹਿਲਾਂ ਆਪਾਂ ਟਾਈਪ ਦੇਖਿਆ, ਮੈਂ ਉਮੀਦ ਕਰਦਾ ਕਾਫੀ ਸਟੂਡੈਂਟਸ ਨੇ ਇਹ ਟਾਈਪ ਪਹਿਲਾਂ ਹੀ ਦੇਖਿਆ ਹੋਊਗਾ। ਪੇਡ ਬੈਚ ਦੇ ਵਿੱਚ ਆਪਾਂ ਲਗਾਤਾਰ ਪੜਿਆ, ਪਿਛਲੇ 'ਚ ਵੀ ਪੜਿਆ ਸੀ, ਹੁਣ ਜਿਹੜਾ ਖਤਮ ਕੀਤਾ ਉਹਦੇ ਵਿੱਚ ਵੀ ਪੜਿਆ ਸੀ, ਪਰ ਇਹ ਉਸੇ ਟਾਈਪ ਦਾ ਸਵਾਲ ਹੈ ਪਰ ਕਿੰਨਾ ਕੁ ਹੀ ਟਿਪੀਕਲ ਬਣ ਸਕਦਾ ਹੈਗਾ। ਸਿੰਪਲ ਤੋਂ ਸਿੰਪਲ ਟਾਈਪ ਵੀ ਜਿਹੜਾ ਹੁੰਦਾ, ਜਿਹੜਾ ਤੁਸੀਂ ਪੰਜਾਬ ਦੇ ਪੇਪਰਾਂ ਦੇ ਵਿੱਚ ਖਾਸ ਕਰਕੇ ਨਾਇਬ ਤਹਿਸੀਲਦਾਰ ਦੇ ਪੇਪਰ 'ਚ ਤਜਰਬਾ ਕੀਤਾ ਸੀਗਾ ਕਿ ਸਰ ਬਹੁਤ ਹੀ ਔਖੇ ਸਵਾਲ ਆ ਗਏ ਸੀਗੇ। ਤੇ ਮੈਂ ਬਾਰ-ਬਾਰ ਕਿਹਾ ਸੀਗਾ ਕਿ ਭਾਈ ਜਿਹੜੇ ਔਖੇ ਸਵਾਲ ਵੀ ਨੇ ਉਹ ਸੌਖੇ ਟਾਈਪਸ ਤੋਂ, ਸੌਖੇ ਬੇਸ ਤੋਂ, ਸੌਖੇ ਕਨਸੈਪਟਸ ਤੋਂ ਹੀ ਔਖੇ ਸਵਾਲ ਬਣਦੇ ਆ। ਤਾਂ ਆ ਇੱਕ ਲੰਬਾ ਟਿਪੀਕਲ ਟਫ ਕੁਐਸਚਨ ਹੈ, ਡਿਫਿਕਲਟ ਕੁਐਸਚਨ ਹੈ, ਮੋਡਰੇਟ ਤੋਂ ਲੈਂਥੀ ਵਾਲਾ ਕੁਐਸਚਨ ਹੈਗਾ, ਪਰ ਇਹ ਸਾਰੇ ਦਾ ਸਾਰਾ ਇੱਕ ਬੇਸਿਕ ਜਿਹੇ ਕਨਸੈਪਟ ਦੇ ਉੱਤੇ ਖੜਾ ਕੁਐਸਚਨ ਹੈ ਤੇ ਉਹਦੇ ਤੋਂ ਐਗਜ਼ਾਮੀਨਰ ਕੀ ਹੀ ਕੁਝ ਬਣਾ ਗਿਆ। ਤਾਂ ਇਸ ਤਰ੍ਹਾਂ ਦੇ ਸਵਾਲ ਪੇਪਰ ਦੇ ਵਿੱਚ ਆਮ ਤੌਰ ਤੇ ਦੇਖੇ ਜਾਂਦੇ ਨੇ। ਤਾਂ ਹਮੇਸ਼ਾ ਧਿਆਨ ਰੱਖਣਾ ਹੈਗਾ ਬੇਸਿਕ ਕਨਸੈਪਟਸ ਕਲੀਅਰ ਹੋਣਗੇ ਤਾਂ ਫਿਰ ਜਿੰਨੀ ਟੀਚਰ ਤੁਹਾਨੂੰ ਪ੍ਰੈਕਟਿਸ ਕਰਵਾਉਂਦਾ ਉਹ ਤੁਹਾਡੇ ਲਈ ਫਲ ਹੈਗਾ। ਬੇਸਿਕਲੀ ਤੁਸੀਂ ਉਸ ਪ੍ਰੈਕਟਿਸ ਦੇ ਉੱਤੇ ਹੀ ਕੱਲ ਨੂੰ ਪੇਪਰ ਕੱਢਣਾ ਹੁੰਦਾ ਹੈਗਾ। ਤਾਂ ਟੀਚਰ ਕਹਿਣ ਨੂੰ ਤਾਂ ਕਹਿ ਦੂਗਾ ਵੀ ਜਿੱਥੋਂ ਮਰਜ਼ੀ ਪੜ੍ਹ ਲਓ, ਪਰ ਤੁਸੀਂ ਟੀਚਰ ਕੀ ਪੜ੍ਹਾ ਰਿਹਾ ਉਹ ਤੇ ਵੀ ਨਿਰਭਰ ਰਹਿਣਾ ਹੈਗਾ। ਟੀਚਰ ਦੇ ਪੜ੍ਹਾਏ ਹੋਏ ਦੇ ਵਿੱਚੋਂ ਹੀ ਬਹੁਤ ਚੀਜ਼ਾਂ ਕਲੀਅਰ ਹੁੰਦੀਆਂ ਨੇ, ਕੱਲ ਨੂੰ ਗਾਹਾਂ ਆਪ ਕੌਨਫੀਡੈਂਸ ਦੇ ਨਾਲ ਪ੍ਰੈਕਟਿਸ ਕਰਨ ਜੋਗੇ ਹੋ ਜਾਂਦੇ। ਤਾਂ ਇਹ ਇੰਪੋਰਟੈਂਟ ਹੈ। ਇਹ ਸਵਾਲ ਹੋ ਗਿਆ ਬੱਚੇ 3.75 ਸੈਕਿੰਡ ਆਪਸ਼ਨ। ਸਾਡੇ ਪਰਸੈਂਟੇਜ ਵਾਲੇ ਜਿਹੜੇ ਇਲੈਕਸ਼ਨਸ ਵਾਲੇ ਕੁਐਸਚਨ ਆਪਾਂ ਆਲਰੇਡੀ ਕਰ ਚੁੱਕੇ, ਟਾਈਮ ਐਂਡ ਵਰਕ ਦੇ ਕੁਐਸਚਨ ਸੀ। ਇਸ ਤੋਂ ਬਾਅਦ ਸਿੰਪਲ ਇੰਟਰਸਟ ਵਾਲੇ ਕੁਝ ਕੁਐਸਚਨਸ ਨੇ, ਸਿੰਪਲ ਇੰਟਰਸਟ ਵਾਲੇ ਕੁਐਸਚਨਸ ਕਰਾਂਗੇ, ਉਹਦੇ ਵਿੱਚ ਕੁਝ ਟਿਪੀਕਲ ਕੁਐਸਚਨਸ ਨੇ ਤੇ ਅਖੀਰ ਤੇ 2-3 ਕੁਐਸਚਨ ਮੈਂਸੂਰੇਸ਼ਨ ਦੇ ਕਰਾਂਗੇ। ਤਾਂ ਅੱਜ ਦਾ ਸੈਸ਼ਨ ਆਪਣਾ ਪੂਰੇ ਦਾ ਪੂਰਾ ਇਹ ਰਹਿਣ ਵਾਲਾ ਹੈਗਾ। ਤਾਂ ਇਸ ਤੋਂ ਬਾਅਦ ਬੱਚੇ ਕੁਐਸਚਨ ਦੇਖੋ ਤੁਹਾਡੇ ਸਿੰਪਲ ਇੰਟਰਸਟ ਦਾ, ਆਪਸ਼ਨਸ ਤੋਂ ਹੀ ਪਤਾ ਲੱਗਦਾ ਕਿ ਟਿਪੀਕਲ ਕੁਐਸਚਨ ਹੈਗਾ। ਸਵਾਲ ਕੀ ਹੈ, ਐਗਜ਼ਾਮੀਨਰ ਕਹਿੰਦਾ ਇਫ ਰਹੀਮ ਡਿਪੋਜ਼ਿਟਡ ਦਾ ਸੇਮ ਅਮਾਉਂਟ ਆਫ ₹X ਇਨ ਅ ਬੈਂਕ ਐਟ ਦਾ ਬਿਗਨਿੰਗ ਆਫ ਸਕਸੈਸਿਵ 3 years। ਕਹਿੰਦੇ ਰਹੀਮ ਜੇ ਆਪਣੇ ਬੈਂਕ ਦੇ ਵਿੱਚ ਹਰ ਸਾਲ ਦੇ ਸ਼ੁਰੂ 'ਚ X ਰੁਪਏ ਜਮ੍ਹਾਂ ਕਰਾਵੇ, X ਰੁਪਏ ਜਮ੍ਹਾਂ ਕਰਾ ਰਿਹਾ ਹਰ ਸਾਲ ਲਗਾਤਾਰ 3 ਸਾਲਾਂ ਦੇ ਲਈ, ਐਂਡ ਦਾ ਬੈਂਕ ਪੇਜ਼ ਸਿੰਪਲ ਇੰਟਰਸਟ ਆਫ 5% ਪਰ ਐਨਮ, ਤੇ ਬੈਂਕ ਜਿਹੜਾ 5% ਦੇ ਹਿਸਾਬ ਨਾਲ ਇੰਟਰਸਟ ਲਾ ਰਿਹਾ ਉਹਨੂੰ, ਦੈਨ ਦਾ ਅਮਾਊਂਟ ਐਟ ਹਿਸ ਕ੍ਰੈਡਿਟ ਐਟ ਦਾ ਐਂਡ ਆਫ 3rd year ਵਿਲ ਬੀ। ਤਾਂ 3 ਸਾਲ ਬਾਅਦ ਉਹਦੇ ਖਾਤੇ 'ਚ ਕਿੰਨੇ ਪੈਸੇ ਹੋਣਗੇ ਇਹ ਦੱਸਣਾ।
ਤਾਂ ਪਹਿਲੇ ਸਾਲ ਬਾਅਦ ਉਹਨੇ ਬੈਂਕ 'ਚ x ਰੁਪਏ ਜਮ੍ਹਾਂ ਕਰਾਏ, ਇਹ ਗੱਲ ਕਲੀਅਰ ਹੈ। ਐਗਜ਼ਾਮੀਨਰ ਪਹਿਲੇ ਸੈਂਟੈਂਸ 'ਚ ਇਹ ਕਹਿ ਰਿਹਾ ਹੈ ਕਿ ਭਾਈ ਉਹਨੇ ਪਹਿਲਾਂ ਤਾਂ x ਰੁਪਏ ਜਮ੍ਹਾਂ ਕਰਾਏ, ਫਿਰ ਮਾਂ ਦਾ ਪੁੱਤ ਹਰ ਸਾਲ x ਰੁਪਏ ਜਮ੍ਹਾਂ ਕਰਵਾ ਰਿਹਾ ਹੈਗਾ, ਦੂਜੇ ਸਾਲ ਬਾਅਦ, ਦੂਜੇ ਸਾਲ ਦੇ ਸ਼ੁਰੂ 'ਚ ਵੀ, ਤੀਜੇ ਸਾਲ ਦੇ ਸ਼ੁਰੂ 'ਚ ਵੀ। ਤਾਂ ਹਰ ਸਾਲ ਦੇ ਸ਼ੁਰੂ 'ਚ ਉਹ ਲਗਾਤਾਰ 3 ਸਾਲ ਲਈ ਹਰ ਸਾਲ ਦੇ ਸ਼ੁਰੂ 'ਚ x ਰੁਪਏ ਜਮ੍ਹਾਂ ਕਰਾ ਰਿਹਾ ਹੈ। ਤੇ ਬੈਂਕ ਹੈ ਜਿਹੜਾ ਉਹ 5% ਦੇ ਹਿਸਾਬ ਨਾਲ ਇੰਟਰਸਟ ਲਾ ਰਿਹਾ ਹੈ, 5% ਪਰ ਐਨਮ, ਯਾਨੀ ਕਿ ਹਰ ਸਾਲ 5% ਲਾ ਰਿਹਾ ਹੈ। ਤਾਂ ਬੱਚੇ ਸਭ ਤੋਂ ਪਹਿਲਾਂ ਉਹਦੇ ਬੈਂਕ ਦੇ ਵਿੱਚ ਕਿੰਨੇ ਪੈਸੇ ਹੋਣਗੇ? ਸਭ ਤੋਂ ਪਹਿਲਾਂ ਉਹ x ਰੁਪਏ ਜਮ੍ਹਾਂ ਕਰਾਊਗਾ, ਫਿਰ ਉਹਦੇ ਪੈਸੇ ਤੇ ਕਿੰਨਾ ਇੰਟਰਸਟ ਲੱਗੂਗਾ? ਉਹਦੇ ਪੈਸੇ ਤੇ ਬੈਂਕ ਦੀ ਗੱਲ ਸਮਝੀਏ ਤਾਂ 5% ਦੇ ਹਿਸਾਬ ਨਾਲ ਇੰਟਰਸਟ ਲੱਗੂਗਾ। 5% ਕਿੰਨਾ ਹੁੰਦਾ ਬੱਚੇ? 5% ਹੁੰਦਾ 1/20, ਤੇ 1/20 ਇੰਟਰਸਟ ਲੱਗਣ ਦਾ ਮਤਲਬ ਜੇ ਤੁਸੀਂ ਪਰਸੈਂਟੇਜ 'ਚ ਦੇਖਣਾ ਤਾਂ 5%, ਫ੍ਰੈਕਸ਼ਨ 'ਚ ਦੇਖਣਾ ਤਾਂ 1/20। 5% ਇੰਟਰਸਟ ਲੱਗਣ ਦਾ ਮਤਲਬ ਕੀ ਹੈ? ਤੁਹਾਡਾ ਪੈਸਾ 105% ਹੋ ਜਾਊਗਾ। 5% 1 ਸਾਲ ਦਾ ਇੰਟਰਸਟ ਲੱਗਣ ਨਾਲ ਤੁਹਾਡਾ ਪ੍ਰਿੰਸੀਪਲ ਤਾਂ 100% ਸੀਗਾ, ਅਮਾਉਂਟ 105% ਹੋ ਜਾਊਗਾ ਨਾ, ਤੇ 105% ਦੀ ਫ੍ਰੈਕਸ਼ਨ ਕੀ ਹੋ ਜਾਊਗੀ? 21/20। ਤਾਂ ਬੱਚੇ 1 ਸਾਲ 'ਚ ਤੁਹਾਡਾ ਪੈਸਾ ਕੀ ਹੋ ਜਾਊਗਾ? 1 ਸਾਲ 'ਚ ਤੁਹਾਡਾ ਪੈਸਾ ਹੋ ਜਾਊਗਾ x ਦਾ 21/20, ਯਾਨੀ ਕਿ 21/20x। ਇਹ ਤਾਂ ਹੋ ਗਿਆ ਪੈਸਾ 1 ਸਾਲ ਬਾਅਦ, ਜੋ ਕਿ ਸਾਡਾ ਇੱਕ ਤੀਜਾ ਆਪਸ਼ਨ ਵੀ ਹੈ। 1 ਸਾਲ ਬਾਅਦ ਪੈਸਾ 21/20x ਹੋ ਗਿਆ, ਦੂਜੇ ਸਾਲ ਵੀ 5% ਲੱਗਣਾ ਹੈ, ਤੀਜੇ ਸਾਲ ਵੀ 5% ਲੱਗਣਾ। ਜੇ ਕਿਤੇ ਉਹਨੇ ਆਹ ਕਰਤੂਤ ਨਾ ਖਿਲਾਰੀ ਹੁੰਦੀ ਵੀ ਹਰ ਸਾਲ x ਰੁਪੀਜ਼ ਜੋੜੀ ਜਾਂਦਾ ਹੈ, ਜੇ ਇੱਕ ਵਾਰੀ x ਰੁਪੀਜ਼ ਧਰ ਦਿੰਦਾ ਬੈਂਕ ਦੇ ਵਿੱਚ ਤੇ ਚੁੱਪ ਕਰਕੇ ਘਰੇ ਬਹਿ ਜਾਂਦਾ, ਫਿਰ ਤਾਂ 5% ਦੇ ਹਿਸਾਬ ਨਾਲ 3 ਸਾਲ ਦਾ ਇੰਟਰਸਟ 15% ਹੋ ਜਾਣਾ ਸੀ, ਤੇ 15% ਮਤਲਬ 3/20, ਤੇ ਅਮਾਉਂਟ ਬਣ ਜਾਂਦਾ 23/20। ਫਿਰ ਤਾਂ ਸਾਡਾ ਆਨਸਰ 23/20x ਆ ਜਾਂਦਾ। ਪਰ ਹੁਣ ਮਾਂ ਦਾ ਪੁੱਤ ਹਰ ਸਾਲ ਕੀ x ਰੁਪਏ ਜੋੜ ਵੀ ਰਿਹਾ, ਤਾਂ 1 ਸਾਲ ਬਾਅਦ ਪੈਸਾ ਜਿਹੜਾ ਤੁਹਾਡਾ 21/20x ਬਣ ਗਿਆ, ਅਗਲੇ ਸਾਲ ਉਹਦੇ ਵਿੱਚ ਉਹ x ਰੁਪੀਜ਼ ਜੋੜ ਰਿਹਾ, ਤਾਂ ਅਗਲੇ ਸਾਲ ਦਾ ਪ੍ਰਿੰਸੀਪਲ ਕੀ ਆ ਗਿਆ ਤੁਹਾਡਾ? 21/20x, ਉਹਦੇ ਵਿੱਚ x ਰੁਪੀਜ਼ ਜੋੜੇ ਤਾਂ ਉਹ ਬਣ ਗਿਆ 41/40x। ਤਾਂ 1 ਸਾਲ ਬਾਅਦ ਦਾ ਪ੍ਰਿੰਸੀਪਲ ਸਾਡਾ 41/40x ਹੈ, ਜੋ ਕਿ 5% ਇੰਟਰਸਟ ਲੱਗਣ ਤੋਂ ਬਾਅਦ ਕੀ ਬਣ ਜਾਊਗਾ? ਪਹਿਲਾਂ ਪ੍ਰਿੰਸੀਪਲ ਦਾ 21/20 ਹੋਇਆ, ਅਗਲੇ ਸਾਲ ਆਹ ਪ੍ਰਿੰਸੀਪਲ ਹੈ ਤਾਂ ਇਹਦਾ 21/20 ਹੋ ਜਾਊਗਾ। ਤਾਂ 21/20 ਆਫ, ਧਿਆਨ ਨਾਲ ਦੇਖੋ, 21/20 ਆਫ 41/40x, ਕਿਉਂਕਿ ਅਗਲੇ ਸਾਲ ਦਾ ਪ੍ਰਿੰਸੀਪਲ ਤੁਹਾਡਾ ਇਹ ਹੋ ਗਿਆ ਨਾ, ਪਿਛਲੇ ਸਾਲ ਜਿੰਨਾ ਅਮਾਉਂਟ ਬਣ ਗਿਆ ਸੀਗਾ ਉਹਦੇ ਵਿੱਚ x ਰੁਪੀਜ਼ ਉਹਨੇ ਪੈਸੇ ਹੋਰ ਧਰਤੇ, ਤਾਂ ਇਹ ਪ੍ਰਿੰਸੀਪਲ ਬਣ ਗਿਆ, ਇਹਦੇ ਤੇ 5% ਇੰਟਰਸਟ ਲੱਗੂਗਾ, ਯਾਨੀ ਕਿ 21/20 ਹੋ ਜਾਊਗਾ। ਤਾਂ ਤੁਹਾਡਾ ਅਮਾਉਂਟ ਕਿੰਨਾ ਬਣ ਜਾਊਗਾ? 41 ਗੁਣਾ 21 ਕਿੰਨਾ ਹੋ ਗਿਆ ਬੱਚੇ? ਤੁਹਾਡਾ 861/800x। ਇਹ ਤੁਹਾਡਾ 2 ਸਾਲ ਬਾਅਦ ਦਾ ਅਮਾਉਂਟ ਬਣ ਗਿਆ, ਜੋ ਕਿ ਆਪਸ਼ਨ ਪਿਆ 861/400 ਪਿਆ, ਚਲੋ ਆਪਸ਼ਨ 861/800x, ਇਹ 2 ਸਾਲ ਬਾਅਦ ਦਾ ਅਮਾਉਂਟ ਆ ਗਿਆ। ਤਾਂ 2 ਸਾਲ ਬਾਅਦ ਜੇ ਅਮਾਉਂਟ ਇਹ ਬਣ ਗਿਆ ਤਾਂ ਤੀਜੇ ਸਾਲ ਪ੍ਰਿੰਸੀਪਲ ਕੀ ਬਣ ਜਾਊਗਾ? ਉਹ ਪੈਸਾ ਤਾਂ ਹੈਗਾ ਹੀ ਆ, ਉਹਦੇ ਵਿੱਚ ਉਹਨੇ x ਰੁਪੀਜ਼ ਹੋਰ ਜੋੜ ਦੇਣੇ ਆ, ਤਾਂ ਉਹਦੇ ਵਿੱਚ x ਰੁਪੀਜ਼ ਜੋੜ ਕੇ ਕੀ ਬਣ ਗਿਆ ਤੁਹਾਡਾ? 1661। ਇਹ ਮੈਂ 2040 ਠੀਕ ਲਿਖਿਆ, ਇੱਥੇ 20 ਸੀਗਾ, ਆਹ ਗਲਤੀ ਹੋਈ ਹੈ, ਇੱਥੇ 20 ਸੀਗਾ, ਇੱਥੇ 20 ਸੀਗਾ, ਤਾਂ ਇੱਥੇ 400 ਆਊਗਾ ਬੱਚੇ। ਇੱਥੇ 20, ਇੱਥੇ ਵੀ 20, ਤਾਂ 20 ਗੁਣਾ 20 400, ਇੱਥੇ 400 ਤਾਂ ਇੱਥੇ 400 ਆਊਗਾ ਤੁਹਾਡਾ, ਇੱਥੇ 400 ਆਊਗਾ, ਤਾਂ ਤੁਹਾਡਾ ਬਣ ਗਿਆ 1261x ਬਟੇ 400। ਹੁਣ ਇਹ ਤੁਹਾਡਾ ਪ੍ਰਿੰਸੀਪਲ ਹੈ, ਇਹਦੇ ਵਿੱਚ ਤੁਹਾਡਾ 21/20 ਇੰਟਰਸਟ ਲੱਗੂਗਾ, ਤਾਂ ਤੁਹਾਡਾ ਅਮਾਉਂਟ ਕੀ ਬਣ ਜਾਊਗਾ? ਤੁਹਾਡਾ ਅਮਾਉਂਟ ਬਣ ਜਾਊਗਾ 21/20 ਆਫ ਕਿਹਦਾ? ਜੋ ਤੁਹਾਡਾ ਪ੍ਰਿੰਸੀਪਲ ਹੈ। ਤਾਂ ਪ੍ਰਿੰਸੀਪਲ ਤੁਹਾਡਾ 1261x ਬਟੇ 400 ਹੈ, ਤਾਂ 1261x ਬਟੇ 400 ਤੁਹਾਡਾ ਪ੍ਰਿੰਸੀਪਲ ਹੈ। ਤਾਂ ਤੁਹਾਡਾ 3 ਸਾਲ ਬਾਅਦ ਅਮਾਉਂਟ ਕੀ ਬਣ ਗਿਆ? 1261 ਗੁਣਾ 21, ਤਾਂ ਇਹ ਹੋ ਗਿਆ 21 ਗੁਣਾ 1, ਥੱਲੇ ਤਾਂ ਆ ਗਿਆ 8000, ਉੱਪਰ ਆ ਗਿਆ x, ਤਾਂ ਥੱਲੇ 8000 ਵਾਲਾ ਵੈਸੇ ਹੀ ਪਤਾ ਲੱਗ ਰਿਹਾ ਕਿ ਆਪਸ਼ਨ ਇੱਕੋ ਹੀ ਹੈਗਾ, ਤਾਂ ਡੀ ਆਪਸ਼ਨ ਆਨਸਰ ਤਾਂ ਆ ਗਿਆ। ਕੈਲਕੂਲੇਸ਼ਨ ਕਰਕੇ ਦੇਖ ਲਿਆ, 26481 ਬਣਦਾ। 21 ਗੁਣਾ 1 21, 1 ਲਿਖਿਆ 2 ਕੈਰੀ, 21 6 126, 2 ਕੈਰੀ 128, 8 ਲਿਖਿਆ 12 ਕੈਰੀ, 21 ਦੂਨੇ 42, 42 ਤੇ 12 ਕੈਰੀ ਸੀਗਾ 54, 4 ਲਿਖਿਆ 5 ਕੈਰੀ, 21 ਗੁਣਾ 1 21 ਤੇ 5 26, 26481 ਬਟੇ 8000, 26481 ਬਟੇ 8000 ਇੰਟੂ x। ਤਾਂ ਬੱਚੇ ਸਾਡਾ 3 ਸਾਲ ਬਾਅਦ ਦਾ ਅਮਾਉਂਟ ਕੀ ਬਣ ਗਿਆ? ਉਹ ਪਿਆ x ਦੀ ਟਰਮਸ ਦੇ ਵਿੱਚ। ਐਗਜ਼ਾਮੀਨਰ ਨੇ ਇੰਨੀ ਕੁ ਗੱਲ ਕਹੀ ਸੀ ਕਿ ਬੰਦੇ ਨੂੰ ਟਿਕਾ ਨਹੀਂ ਸੀ ਹੈਗਾ, ਚੌਲ ਉੱਠਦੀ ਸੀ, ਇਕੱਠੇ ਬੈਂਕ 'ਚ ਪੈਸੇ ਨਹੀਂ ਜਮ੍ਹਾਂ ਕਰਾਏ, ਹਰ ਸਾਲ x ਰੁਪੀਜ਼ ਜਮ੍ਹਾਂ ਕਰਾਈ ਹੁੰਦਾ ਸੀ। ਪਹਿਲਾਂ x ਰੁਪੀਜ਼ ਜਮ੍ਹਾਂ ਕਰਾਏ, ਬੈਂਕ ਨੇ 5% ਇੰਟਰਸਟ ਲਾਤਾ,
1 ਸਾਲ ਬਾਅਦ ਫਿਰ ਚੱਕ ਕੇ x ਰੁਪਏ ਜਮ੍ਹਾਂ ਕਰਾਇਆ, ਬੈਂਕ ਨੇ ਤਾਂ ਫਿਰ 5% ਦੇ ਹਿਸਾਬ ਨਾਲ ਇੰਟਰਸਟ ਲਾਉਣਾ। ਤੀਜੇ ਸਾਲ ਫਿਰ x ਰੁਪਏ ਜਮ੍ਹਾਂ ਕਰਾਇਆ, ਬੈਂਕ ਨੇ ਫਿਰ 5% ਦੇ ਹਿਸਾਬ ਨਾਲ ਇੰਟਰਸਟ ਲਾਤਾ। 3 ਸਾਲ ਬਾਅਦ ਉਹਦੇ ਕੋਲ ਕਿੰਨਾ ਪੈਸਾ ਹੋ ਜਾਊਗਾ? ਤਾਂ ਪਹਿਲਾਂ x ਰੁਪਏ ਸੀ, 5% ਦੇ ਹਿਸਾਬ ਨਾਲ ਇੰਟਰਸਟ ਲੱਗਣ ਦਾ ਮਤਲਬ ਕੀ ਹੈ? 1/20 ਇੰਟਰਸਟ ਲੱਗਾ ਤਾਂ ਅਮਾਊਂਟ 21/20 ਹੋ ਗਿਆ। ਤਾਂ ਪਹਿਲਾਂ x ਰੁਪਏ ਤੋਂ ਪੈਸਾ ਤੁਹਾਡਾ 21/20x ਬਣ ਗਿਆ। ਇਹਨੂੰ ਆਪਾਂ ਸਿੱਧਾ 21/20x ਲਿਖ ਦਿੰਨੇ ਆ। ਫਿਰ ਅਗਲੇ ਸਾਲ 21/20x ਜਿਹੜਾ ਪਿਛਲੇ ਸਾਲ ਬਣ ਗਿਆ ਸੀ ਉਹ ਚ x ਰੁਪਏ ਜੋੜੇ, ਇੰਨਾ ਪ੍ਰਿੰਸੀਪਲ ਬਣ ਗਿਆ, ਉਹਦਾ 21/20 ਇੰਟਰਸਟ ਆ ਗਿਆ, ਇੰਨਾ ਬਣ ਗਿਆ। ਫਿਰ ਉਹਦੇ ਵਿੱਚ x ਰੁਪਏ ਜੋੜੇ ਤਾਂ ਉਹਦਾ 21/20 ਇੰਟਰਸਟ ਲੱਗਿਆ, ਅਮਾਉਂਟ ਬਣ ਗਿਆ ਤੇ ਇੰਨਾ ਅਮਾਉਂਟ ਬਣ ਗਿਆ। ਤਾਂ 3 ਸਾਲ ਬਾਅਦ ਉਹਦੇ ਖਾਤੇ 'ਚ ਇੰਨਾ ਕ੍ਰੈਡਿਟ ਹੈ, ਇੰਨੇ ਰੁਪਏ ਨੇ। ਆਹ ਸਵਾਲ ਸੀਗਾ, ਕੁਛ ਵੀ ਔਖਾ ਨਹੀਂ ਹੈਗਾ। x ਰੁਪਏ ਲਿਖਿਆ, 5% ਦੇ ਹਿਸਾਬ ਨਾਲ ਇੰਟਰਸਟ ਲਾਉਣਾ, ਪਰ ਉਹ x ਰੁਪਏ ਹਰ ਸਾਲ ਜਮ੍ਹਾਂ ਕਰਾਉਣੇ ਆ। ਸਵਾਲ ਦੀ ਕੈਲਕੂਲੇਸ਼ਨ ਆ ਤੁਹਾਡੇ ਸਾਹਮਣੇ ਹੈ। ਇੰਨਾ ਕਿ ਇੰਟਰਸਟਿੰਗ ਕੁਐਸਚਨ ਹੈ, ਕੈਲਕੂਲੇਸ਼ਨ ਧਿਆਨ ਨਾਲ ਕਰਨੀ ਹੈ, ਬਸ ਫਰੈਕਸ਼ਨਾਂ ਜੋੜਨੀਆਂ ਨੇਗੀਆਂ। x ਦੀ ਟਰਮਸ ਦੇ ਵਿੱਚ ਹੈ ਤਾਂ ਥੋੜੀ ਕੈਲਕੂਲੇਸ਼ਨ ਤੰਗ ਕਰੂਗੀ। ਆ ਸਵਾਲ ਹੈਗਾ ਪੇਪਰ ਦੇ ਵਿੱਚ, ਇਹੋ ਜਿਹੇ ਆਮ ਤੌਰ ਤੇ ਦੇਖੇ ਜਾਂਦੇ ਸਵਾਲ ਨੇ। ਅਗਲੇ ਸਵਾਲ ਤੁਸੀਂ ਡੈਫੀਨੇਟਲੀ ਮੇਰੇ ਕੋਲੋਂ ਕੀਤੇ ਹੋਣਗੇ, ਮੈਂ ਪਹਿਲਾਂ ਵੀ YouTube ਤੇ ਸ਼ਾਇਦ ਕਰਾਏ ਨੇ। ਉਹ ਕਹਿੰਦੇ ਸਮ ਆਫ ਰੁਪੀਜ਼ 6000, 6000 ਰੁਪਏ ਪ੍ਰਿੰਸੀਪਲ ਬਿਕਮਸ ਮਤਲਬ ਅਮਾਉਂਟ ਬਣ ਗਿਆ 7200 ਇਨ 4 ਸਾਲ ਐਟ ਅ ਸਰਟਨ ਰੇਟ ਆਫ ਇੰਟਰਸਟ। ਐਗਜ਼ਾਮੀਨਰ ਕਹਿੰਦਾ 6000 ਰੁਪਏ ਪ੍ਰਿੰਸੀਪਲ ਤੋਂ 4 ਸਾਲਾਂ ਬਾਅਦ ਅਮਾਉਂਟ ਸਾਡਾ 7200 ਬਣ ਗਿਆ। ਤਾਂ 4 ਸਾਲਾਂ 'ਚ ਕਿੰਨਾ ਇੰਟਰਸਟ ਲੱਗਿਆ? ਤੁਸੀਂ ਦੇਖ ਲਓਗੇ ਵੀ 4 ਸਾਲਾਂ ਦੇ ਵਿੱਚ ਜੇ ਪੈਸਾ 6000 ਤੋਂ 7200 ਬਣ ਗਿਆ ਤਾਂ 1200 ਰੁਪਏ ਇੰਟਰਸਟ ਲੱਗਿਆ। ਇਹ ਮੈਨੂੰ ਲਿਖਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਲਿਖਣ ਦੀ ਲੋੜ ਨਹੀਂ ਪੈਣੀ, ਤੁਸੀਂ ਸਿੱਧਾ ਦਿਮਾਗ 'ਚ ਵੀ 4 ਸਾਲਾਂ 'ਚ 1200 ਰੁਪਏ ਜੁੜ ਗਏ ਤਾਂ 4 ਸਾਲਾਂ ਦਾ ਇੰਟਰਸਟ 1200। ਫਿਰ ਇੰਨੀ ਗੱਲ ਸਾਰਿਆਂ ਨੂੰ ਪਤਾ ਵੀ ਸਿੰਪਲ ਇੰਟਰਸਟ ਹਰ ਸਾਲ ਬਰਾਬਰ ਹੁੰਦਾ ਹੈ। ਸੋ ਜੇ 4 ਸਾਲਾਂ ਦਾ ਇੰਟਰਸਟ 1200 ਤਾਂ ਹਰ ਇੱਕ ਸਾਲ ਦਾ ਇੰਟਰਸਟ 300 ਰੁਪਏ, ਇਹ ਵੀ ਕਲੀਅਰ ਹੋ ਜਾਊਗਾ। ਉਹ ਕਹਿੰਦੇ ਇਫ ਦਾ ਰੇਟ ਬਿਕਮਸ, ਇਹ ਤਾਂ ਜਿੰਨਾ ਵੀ ਰੇਟ ਸੀਗਾ ਉਹਦੇ ਤੇ ਹੋ ਹੀ ਗਿਆ। ਉਹ ਕਹਿੰਦੇ ਜੇ ਕਿਤੇ ਰੇਟ 1.5 ਗੁਣਾ ਹੋ ਜੇ of itself, then the amount of the same principal in 5 years will be। ਤਾਂ 5 ਸਾਲਾਂ 'ਚ ਕਿੰਨਾ ਅਮਾਉਂਟ ਬਣ ਜੂਗਾ ਇਹ ਦੱਸਣਾ। ਤਾਂ ਪਹਿਲੀ ਗੱਲ ਤਾਂ 4 ਸਾਲਾਂ 'ਚ ਪੈਸਾ 6000 ਤੋਂ 1200 ਬਣਿਆ, 6000 ਤੋਂ 7200 ਬਣਿਆ, ਯਾਨੀ ਕਿ 4 ਸਾਲਾਂ ਦਾ ਇੰਟਰਸਟ 1200 ਤਾਂ 1 ਸਾਲ ਦਾ ਇੰਟਰਸਟ 300। 1 ਸਾਲ ਦਾ ਇੰਟਰਸਟ 300 ਹੈ ਤਾਂ ਬੱਚੇ 5 ਸਾਲਾਂ ਦਾ ਇੰਟਰਸਟ 1500 ਹੋ ਜੂ ਨਾ, ਜਿਹੜਾ 4 ਸਾਲਾਂ ਦਾ 1200 ਹੈ, 5 ਸਾਲਾਂ ਦਾ 1500, ਕਿਉਂਕਿ ਹਰ ਸਾਲ ਬਰਾਬਰ ਹੈ। ਤਾਂ ਜੇ ਰੇਟ 1.5 ਗੁਣਾ ਨਾ ਹੋਵੇ ਫਿਰ ਤੁਹਾਡਾ ਜਿਹੜਾ 600 ਰੁਪਏ ਪ੍ਰਿੰਸੀਪਲ 6000 ਰੁਪਏ ਪ੍ਰਿੰਸੀਪਲ ਹੈ ਉਹਦੇ ਤੇ 1500 ਇੰਟਰਸਟ ਆ ਰਿਹਾ ਹੈ, ਉਹਦੇ ਤੇ 1500 ਰੁਪਏ ਦਾ ਇੰਟਰਸਟ ਜੁੜ ਰਿਹਾ ਤੇ ਉਹ 7500 ਬਣ ਜਾਊਗਾ 5 ਸਾਲਾਂ 'ਚ। ਪਰ ਐਗਜ਼ਾਮੀਨਰ ਕਹਿੰਦਾ ਜੇ ਰੇਟ 1.5 ਗੁਣਾ ਹੋ ਜੇ ਤਾਂ ਤੁਸੀਂ ਧਿਆਨ ਰੱਖੋ ਬਸ ਵੀ ਜੇ ਕਿਤੇ ਰੇਟ 1.5 ਗੁਣਾ ਹੋ ਜੇ, 1.5 ਗੁਣਾ ਦਾ ਮਤਲਬ 3/2 ਹੋ ਜੇ ਤਾਂ ਤੁਹਾਡਾ ਇੰਟਰਸਟ ਵੀ 3/2 ਹੋ ਜਾਊਗਾ। ਜੇ ਤੁਹਾਡਾ ਰੇਟ ਆਫ ਇੰਟਰਸਟ ਪਰਸੈਂਟੇਜ 'ਚ 1.5 ਗੁਣਾ ਹੋ ਰਿਹਾ ਤਾਂ ਉਹ ਰੁਪੀਸ ਦੇ ਵਿੱਚ ਵੀ ਇੰਟਰਸਟ 1.5 ਗੁਣਾ ਹੋ ਜਾਊਗਾ। ਤਾਂ 1.5 ਗੁਣਾ ਦਾ ਮਤਲਬ 2250 ਰੁਪਏ ਦਾ ਇੰਟਰਸਟ ਜੁੜੂਗਾ। 2250 ਰੁਪਏ ਦਾ ਇੰਟਰਸਟ ਜੁੜਿਆ ਤਾਂ ਤੁਹਾਡਾ ਪ੍ਰਿੰਸੀਪਲ ਹੈ ਜਿਹੜਾ ਉਹ 2250 ਦਾ ਇੰਟਰਸਟ ਜੁੜਨ ਤੋਂ ਬਾਅਦ ਅਮਾਉਂਟ ਕੀ ਬਣ ਜੂਗਾ? ਅਮਾਉਂਟ ਬਣ ਜੂਗਾ 6000 ਪਲੱਸ 2250 ਯਾਨੀ ਕਿ 8250 ਰੁਪਏ ਤੁਹਾਡਾ ਇੰਟਰਸਟ ਬਣ ਜੂਗਾ। ਸਮਝ ਆ ਗਈ ਬੱਚੇ ਗੱਲ? ਇਹ ਤੁਹਾਡਾ ਇੰਟਰਸਟ ਅਮਾਉਂਟ ਬਣ ਜੂਗਾ 5 ਸਾਲਾਂ ਬਾਅਦ। 4 ਸਾਲਾਂ ਦਾ ਗਿਵਨ ਸੀ ਕਿ ਪੈਸਾ 6000 ਤੋਂ 7200 ਹੋ ਗਿਆ ਤਾਂ 4 ਸਾਲਾਂ 'ਚ 1200 ਇੰਟਰਸਟ, ਤੁਸੀਂ ਦਿਮਾਗ 'ਚ ਆ ਜਾਊਗਾ ਤੁਹਾਡੇ ਕਿ 1 ਸਾਲ ਦਾ 300। ਐਗਜ਼ਾਮੀਨਰ ਕਹਿੰਦਾ ਜੇ ਰੇਟ 1.5 ਗੁਣਾ ਹੋ ਜੇ ਤਾਂ ਇਹੀ ਪ੍ਰਿੰਸੀਪਲ 4 ਨਹੀਂ 5 ਸਾਲਾਂ ਬਾਅਦ ਕੀ ਬਣੂਗਾ। ਤਾਂ ਤੁਸੀਂ ਰੇਟ ਨੂੰ 1.5 ਗੁਣਾ ਕੀਤੇ ਬਿਨਾ ਦੇਖੋ ਇਹਨੇ 5 ਸਾਲਾਂ 'ਚ ਕੀ ਬਣਨਾ ਸੀ। ਤਾਂ 4 'ਚ 1200 ਤਾਂ 1 'ਚ 300 ਤਾਂ 5 'ਚ 1500 ਹੋ ਜਾਊਗਾ। 5 ਸਾਲਾਂ 'ਚ 1500 ਇੰਟਰਸਟ ਜਿਹੜੇ ਸੁੱਖੀ ਸੰਦੀ ਉਸੇ ਰੇਟ ਤੇ ਗੱਲ ਚੱਲੇ। ਪਰ ਉਹ ਕਹਿੰਦੇ ਰੇਟ 1.5 ਗੁਣਾ ਹੋ ਗਿਆ, ਜੇ ਰੇਟ ਪਰਸੈਂਟੇਜ 'ਚ 1.5 ਗੁਣਾ ਹੋ ਗਿਆ ਤਾਂ ਰੁਪੀਸ 'ਚ ਵੀ 1.5 ਗੁਣਾ 2250 ਜੁੜੂਗਾ। ਤਾਂ ਪ੍ਰਿੰਸੀਪਲ ਤੁਹਾਡਾ 6000 ਹੀ ਹੈ, ਉਹਦੇ ਵਿੱਚ 2250 ਇੰਟਰਸਟ ਜੁੜਿਆ ਤਾਂ ਅਮਾਉਂਟ ਕੀ ਬਣ ਜੂਗਾ? 8250 ਰੁਪਏ। ਤਾਂ ਅਮਾਉਂਟ ਤੁਹਾਡਾ ਬਣ ਜੂ ਸੈਕਿੰਡ ਆਪਸ਼ਨ 8250 ਰੁਪਏ। ਇਹ ਬੱਚੇ ਤੁਹਾਡਾ ਸਿੰਪਲ ਇੰਟਰਸਟ ਦੇ ਵਿੱਚੋਂ ਇੱਕ ਹੋਰ ਟਿਪੀਕਲ ਕੁਐਸਚਨ ਹੈ। ਇਸ ਤੋਂ ਅਗਲਾ ਕੁਐਸਚਨ ਹੋਰ ਜ਼ਿਆਦਾ ਵਿਦਿਆਰਥੀਆਂ ਨੇ ਮੇਰੇ ਕੋਲੋਂ ਦੇਖਿਆ ਹੋਊਗਾ, YouTube ਤੇ ਵੀ ਕਰਵਾਇਆ, ਪੇਡ ਬੈਚ ਦੇ ਵਿੱਚ ਵੀ ਕੀਤਾ। ਐਗਜ਼ਾਮੀਨਰ ਕਹਿੰਦਾ ਦਾ ਇੰਟਰਸਟ ਔਨ ਅ ਸਰਟਨ ਅਮਾਉਂਟ ਆਫ ਮਨੀ ਇਜ਼ 1500 ਰੁਪਏ ਇਨ 12 ਇਅਰਸ। ਕਹਿੰਦੇ ਕਿਸੇ ਪੈਸੇ ਦੇ ਉੱਤੇ 12 ਸਾਲ ਦਾ ਇੰਟਰਸਟ 1500 ਰੁਪਏ ਹੈ। ਜਿਹੜੀ ਗੱਲ ਮੈਂ ਪਿਛਲੇ ਸਵਾਲ 'ਚ ਬੋਲ ਕੇ ਹਟਿਆ ਇੱਥੇ ਵੀ ਭਾਈ ਜੇ 4 ਸਾਲ ਦਾ ਇੰਟਰਸਟ, ਪਿਛਲੇ ਕੁਐਸਚਨ 'ਚ 4 ਸਾਲ ਦਾ ਇੰਟਰਸਟ 1200 ਤਾਂ ਹਰ ਸਾਲ ਦਾ ਬਰਾਬਰ, ਤਾਂ ਇੱਥੇ ਵੀ ਸਿੰਪਲ ਇੰਟਰਸਟ ਹੈ ਤਾਂ ਹਰ ਸਾਲ ਦਾ ਇੰਟਰਸਟ ਬਰਾਬਰ। ਸੋ 12 ਸਾਲਾਂ ਦਾ ਇੰਟਰਸਟ 1500 ਦਿੱਤਾ ਹੋਇਆ। ਉਹ ਕਹਿੰਦੇ ਵਟ ਇਜ਼ ਦਾ ਸਿੰਪਲ ਇੰਟਰਸਟ? ਸਿੰਪਲ ਇੰਟਰਸਟ ਕਿੰਨਾ ਹੋ ਜਾਊਗਾ ਇਫ ਦਾ ਪ੍ਰਿੰਸੀਪਲ ਇਜ਼ ਇਨਕਰੀਜ਼ਡ ਬਾय 10% ਐਂਡ 25% ਫॉर ਆਫਟਰ ਐਵਰੀ 12 ਇਅਰਸ, ਆਫਟਰ ਐਵਰੀ 4 ਇਅਰਸ। ਤਾਂ ਸਾਨੂੰ 12 ਸਾਲ ਦਾ ਡਾਟਾ ਦਿੱਤਾ ਹੋਇਆ ਨਾ ਬੱਚੇ ਐਗਜ਼ਾਮੀਨਰ ਨੇ। ਐਗਜ਼ਾਮੀਨਰ ਕਹਿੰਦਾ 12 ਸਾਲ ਦਾ ਇੰਟਰਸਟ ਕਿੰਨਾ ਹੈ? 1500 ਰੁਪਏ।
ਇਹ ਤਾਂ ਹੈਗਾ ਸੀ ओरिजिनल केस भी ओरिजिनली जिन्ना रेट जिन्ना प्रिंसीपल है जिन्ना रेट है ਉਹਦੇ ਤੇ 12 ਸਾਲ ਦਾ ਇੰਟਰਸਟ 1500 ਆ ਗਿਆ ਪਰ ਐਗਜ਼ਾਮੀਨਰ ਕਹਿੰਦਾ ਵੀ ਇਹ ਜਿਹੜੀ 12 ਸਾਲ ਵਾਲੀ ਕੁੰਡੀ ਆ ਇਹਨੂੰ 4-4 ਸਾਲ ਦੇ 3 ਸਾਲਾਂ ਚ ਤੋੜੋ 4 ਸਾਲ 4 ਸਾਲ 4 ਸਾਲ ਤਾਂ 4 ਸਾਲਾਂ ਬਾਅਦ ਉਹਨੇ ਕਿਉਂ ਤੋੜਿਆ ਉਹ ਕਹਿੰਦਾ ਵੀ ਜੇ ਤਾਂ ओरिजिनल ਕੇਸ ਦੇਖੀਏ ਤਾਂ 12 ਸਾਲ ਦਾ ਇੰਟਰਸਟ 1500 ਆਇਆ ਪਰ ਐਗਜ਼ਾਮੀਨਰ ਕਹਿੰਦਾ ਜੇ ਅਸੀਂ ਕਿਤੇ 12 ਸਾਲ ਦਾ ਇਕੱਠਾ ਨਾ ਦੇਖੀਏ 4-4 ਸਾਲਾਂ ਬਾਅਦ ਅਸੀਂ ਪ੍ਰਿੰਸੀਪਲ ਨੂੰ ਇੱਕ ਵਾਰੀ 10% ਤੇ ਇੱਕ ਵਾਰੀ 25% ਵਧਾ ਦਈਏ ਤਾਂ ਫੇਰ ਸਾਡਾ ਇੰਟਰਸਟ ਦੱਸੋ 12 ਸਾਲਾਂ ਦਾ ਕੀ ਬਣ ਜੂ ਤਾਂ 12 ਸਾਲਾਂ ਨੂੰ 4-4-4 ਚ ਤੋੜਨਾ ਸੋ ਜੇ 12 ਸਾਲ ਦਾ 1500 ਰੁਪਏ ਇੰਟਰਸਟ ਹੈ ਤਾਂ 4 ਸਾਲ ਦਾ 500 ਅਗਲੇ 4 ਸਾਲ ਦਾ 500 ਅਗਲੇ 4 ਸਾਲ ਦਾ 500 ਇਹੀ ਬਣ ਜੂਗਾ ਤਾਂ 4-4 ਸਾਲ ਦਾ ਉਹ 500 500 500 ਬਣ ਜੂਗਾ ਤਾਂ ਬੱਚੇ ਜੇ ਤਾਂ ओरिजिनल ਕੇਸ ਸੀਗਾ ਤਾਂ 12 ਸਾਲ ਦਾ ਇੰਟਰਸਟ ਕਿਉਂ ਜੀ 4 ਸਾਲ ਦਾ 4 ਸਾਲ ਦਾ 4 ਸਾਲ ਦਾ ਜੋੜ ਕੇ 1500 ਪਰ ਉਹ ਕਹਿੰਦੇ ਵੀ ओरिजिनल ਨਾਲੋਂ ਹੁਣ ਕੀ ਕੀਤਾ ਹਰ 4 ਸਾਲਾਂ ਬਾਅਦ ਇੰਟਰਸਟ 10% ਤੇ ਫਿਰ ਦੂਜੀ ਵਾਰੀ 25% ਵਧਾਇਆ ਤਾਂ ਪਹਿਲੇ 4 ਸਾਲ ਤਾਂ ਸੁੱਖੀ ਸੰਦੀ ਲੰਘਣਗੇ ਤਾਂ 500 ਦਾ 500 ਹੀ ਰਹੂਗਾ ਅਗਲੇ ਸਾਲ ਅਗਲੇ ਜਿਹੜੇ 4 ਸਾਲ ਨੇ ਉੱਥੇ ਪ੍ਰਿੰਸੀਪਲ ਅਸੀਂ 10% ਵਧਾਤਾ ਤਾਂ ਸਾਡਾ ਇੰਟਰਸਟ ਵੀ 10% ਵੱਧ ਜੂਗਾ ਤਾਂ 500 ਦਾ 11/10 ਹੋ ਗਿਆ ਤੀਜੀ ਵਾਰੀ ਇੰਟਰਸਟ ओरिजिनली ਸਾਡਾ 500 ਸੀਗਾ ओरिजिनली ਇੰਟਰਸਟ ਸਾਡਾ 500 ਸੀਗਾ ਪਰ ਉੱਥੇ ਅਸੀਂ ਇੰਟਰਸਟ 25% ਵਧਾਤਾ ਤਾਂ 25% ਯਾਨੀ ਕਿ 1/4 ਵਧਾਤਾ ਤਾਂ ਅਮਾਉਂਟ ਸਾਡਾ ਇੰਟਰਸਟ ਸਾਡਾ 5/4 ਹੋ ਗਿਆ ਜੇ ਸਾਡਾ ਪ੍ਰਿੰਸੀਪਲ 10% ਵਧ ਗਿਆ ਤਾਂ ਸਾਡਾ ਓਵਰਆਲ ਇੰਟਰਸਟ ਵੀ 10% ਵਧ ਜੂ ਨਾ ਤਾਂ ਪਹਿਲੇ 4 ਸਾਲ ਤਾਂ ਕੋਈ ਚੇਂਜ ਨਹੀਂ ਹੈਗਾ ਤਾਂ ਜੇ ਇੰਟਰਸਟ 400 ਸੀ ਤਾਂ 400 ਹੀ ਰਹੂਗਾ ਅਗਲੇ 4 ਸਾਲਾਂ ਚ ਇੰਟਰਸਟ ਜਿਹੜਾ 500 ਸੀ ਪ੍ਰਿੰਸੀਪਲ 10% ਵਧ ਗਿਆ ਤਾਂ ਇੰਟਰਸਟ ਵੀ 10% ਵਧ ਜੂ 10% ਵਧਣ ਦਾ ਮਤਲਬ 11/10 ਆਖਰੀ 4 ਸਾਲਾਂ ਚ ਸਾਡਾ ओरिजिनली ਇੰਟਰਸਟ 500 ਸੀ ਪਰ ਪ੍ਰਿੰਸੀਪਲ 25% ਵਧ ਗਿਆ ਤਾਂ ਇੰਟਰਸਟ ਵੀ 25% ਵਧ ਜੂ ਤੇ 25% ਵਧਣ ਦਾ ਮਤਲਬ 5/4 ਤਾਂ ਸਾਡਾ ਓਵਰਆਲ ਅਮਾਉਂਟ ਕਿੰਨਾ ਇੰਟਰਸਟ ਕਿੰਨਾ ਬਣ ਗਿਆ ਇਹ ਹੋ ਗਿਆ 500 ਪਲੱਸ ਇਹ ਹੋ ਗਿਆ 500 ਇਨਟੂ ਆਪਣੇ 50 ਗੁਣਾ 11 550 ਇਹ ਹੋ ਗਿਆ 500 ਦਾ 5/4 625 ਤਾਂ ਸਾਡਾ ਇੰਟਰਸਟ ਹੋ ਜਾਊਗਾ 5 5 5 15 1675 ਰੁਪਏ ਤਾਂ ਸਾਡਾ 3 ਸਾਲ ਦਾ ਇੰਟਰਸਟ ਜਿਹੜਾ 1500 ਸੀ ਉਹ ਕਿੰਨਾ ਬਣ ਜਾਊਗਾ ਸੀ ਆਪਸ਼ਨ 1675 ਰੁਪਏ ਇਹ ਸਾਡਾ ਕੁਐਸਚਨ ਹੈਗਾ ਤਾਂ ਕੁਝ ਇਸ ਤਰ੍ਹਾਂ ਦੇ ਕੁਐਸਚਨਸ ਸਿੰਪਲ ਇੰਟਰਸਟ ਦੇ ਵਿੱਚ ਤੁਸੀਂ ਆਮ ਤੌਰ ਤੇ ਮੈਂ ਉਮੀਦ ਕਰਦਾ ਦੇਖੇ ਹੋਣਗੇ YouTube ਤੇ ਮੈਂ ਇੱਕ ਦੋ ਵਾਰ ਇਹ ਕੁਐਸਚਨਸ ਕਰਵਾਏ ਨੇ ਸਿੰਪਲ ਇੰਟਰਸਟ ਦਾ ਇੱਕ ਹੋਰ ਕੁਐਸਚਨ ਹੈ ਤੁਹਾਡੇ ਸਾਹਮਣੇ ਐਗਜ਼ਾਮੀਨਰ ਕਹਿੰਦਾ 1000 ਰੁਪਏ ਪੁਰਾਣੇ ਪੇਪਰ ਦਾ ਕੁਐਸਚਨ ਹੈ 1000 ਰੁਪਏ ਇਜ਼ ਇਨਵੈਸਟਡ ਐਟ 5% ਪਰ ਐਨਮ ਸਿੰਪਲ ਇੰਟਰਸਟ 1000 ਰੁਪਏ ਪ੍ਰਿੰਸੀਪਲ ਨੂੰ 5% ਇੰਟਰਸਟ ਦੇ ਉੱਤੇ ਰੱਖਿਆ ਗਿਆ ਸਿੰਪਲ ਇੰਟਰਸਟ ਦਾ ਕੁਐਸਚਨ ਹੈ ਇਫ ਦਾ ਇੰਟਰਸਟ ਇਜ਼ ਐਡਿਡ ਜਿੰਨਾ ਤੁਹਾਡਾ ਇੰਟਰਸਟ ਆ ਰਿਹਾ ਹੈ ਇਜ਼ ਐਡਿਡ ਟੂ ਦਾ ਪ੍ਰਿੰਸੀਪਲ ਆਫਟਰ every 10 years ਕਹਿੰਦੇ ਜਿੰਨਾ ਤੁਹਾਡਾ ਇੰਟਰਸਟ ਆ ਰਿਹਾ ਹੈ ਜੇ ਉਹਨੂੰ ਜਿੰਨਾ ਤੁਹਾਡਾ ਐਗਜ਼ਾਮੀਨਰ ਕਹਿੰਦਾ 10 ਸਾਲ ਦਾ ਇੰਟਰਸਟ ਆ ਰਿਹਾ ਹੈ ਜੇ 10 ਸਾਲ ਦੇ ਇੰਟਰਸਟ ਨੂੰ ਤੁਹਾਡੇ ਪ੍ਰਿੰਸੀਪਲ ਦੇ ਵਿੱਚ ਜੋੜ ਦਿੱਤਾ ਜਾਵੇ ਤਾਂ ਦੱਸੋ ਕਿ ਉਹੀ 1000 ਰੁਪਏ ਪ੍ਰਿੰਸੀਪਲ ਕਿੰਨੇ ਸਾਲਾਂ ਚ 2000 ਬਣੂਗਾ ਤਾਂ ਬੱਚੇ ਤੁਸੀਂ ਦੇਖੋ 1000 ਰੁਪਏ ਪ੍ਰਿੰਸੀਪਲ ਨੂੰ ਅਸੀਂ 5% ਇੰਟਰਸਟ ਦੇ ਉੱਤੇ ਰੱਖਿਆ ਸਿੰਪਲ ਇੰਟਰਸਟ ਦੇ ਉੱਤੇ ਐਗਜ਼ਾਮੀਨਰ ਕਹਿੰਦਾ 10 ਸਾਲਾਂ ਦਾ ਜਿਹੜਾ ਇੰਟਰਸਟ ਹੈ ਉਹ ਪ੍ਰਿੰਸੀਪਲ 'ਚ ਜੁੜ ਜਾਇਆ ਕਰੂਗਾ ਤਾਂ 10 ਸਾਲਾਂ ਦਾ ਇੰਟਰਸਟ ਕਿੰਨਾ ਆ ਜਾਊਗਾ ਬੱਚੇ ਜੇ 5% ਪਰ ਐਨਮ ਹੈ ਤਾਂ 10 ਸਾਲ ਦਾ ਇੰਟਰਸਟ ਤੁਹਾਡਾ 50% ਬਣ ਗਿਆ ਤਾਂ 1000 ਰੁਪਏ ਦਾ 50% ਬਣ ਗਿਆ 500 ਰੁਪਏ 1000 ਰੁਪਏ ਦਾ ਇੰਟਰਸਟ ਬਣ ਗਿਆ 500 ਤਾਂ 10 ਸਾਲ ਹੋ ਗਏ 10 ਸਾਲਾਂ ਬਾਅਦ ਕੀ ਹੋ ਜਾਊਗਾ ਇਹ 500 ਰੁਪਏ ਇੰਟਰਸਟ ਤੁਹਾਡੇ ਪ੍ਰਿੰਸੀਪਲ 'ਚ ਜੁੜ ਜਾਊਗਾ ਤੇ ਤੁਹਾਡਾ ਪ੍ਰਿੰਸੀਪਲ ਬਣ ਜਾਊਗਾ 1500 ਰੁਪਏ 1000 + 500 ਨਵਾਂ ਪ੍ਰਿੰਸੀਪਲ 1500 ਆ ਗਿਆ ਹੁਣ ਉਹਦੇ ਤੇ ਵੀ ਇੰਟਰਸਟ ਤਾਂ 5% ਦੇ ਹਿਸਾਬ ਨਾਲ ਹੀ ਲੱਗਣਾ ਐਗਜ਼ਾਮੀਨਰ ਕਹਿੰਦਾ ਕਿੰਨੇ ਸਾਲਾਂ 'ਚ ਪੈਸਾ 2000 ਬਣ ਜਾਊਗਾ ਦੇਖੋ 1500 ਆਲਰੇਡੀ ਬਣ ਚੁੱਕਿਆ ਹੈ ਤਾਂ 2000 ਬਣਾਉਣ ਦਾ ਮਤਲਬ 500 ਰੁਪਏ ਹੋਰ ਇੰਟਰਸਟ ਲਾਉਣਾ ਹੈਗਾ ਤਾਂ 500 ਰੁਪਏ ਇੰਟਰਸਟ 1500 ਦੇ ਉੱਤੇ ਆਊਗਾ ਤਾਂ ਤੁਸੀਂ ਸਿੰਪਲ ਇੰਟਰਸਟ ਜਿਵੇਂ ਕੈਲਕੂਲੇਟ ਕਰਦੇ ਹੋ ਉਵੇਂ ਹੀ ਕਰ ਲਓ ਨਿਊ ਪ੍ਰਿੰਸੀਪਲ ਲਿਖ ਲੈਂਦੇ ਆ ਵੈਸੇ ਆਪਾਂ ਕਿ 1000 ਦੇ ਵਿੱਚ 500 ਪੁਰਾਣਾ 10 ਸਾਲ ਦਾ ਇੰਟਰਸਟ ਜੁੜ ਗਿਆ ਤੇ ਨਵਾਂ ਪ੍ਰਿੰਸੀਪਲ ਤੁਹਾਡਾ 1500 ਆ ਗਿਆ ਤਾਂ ਹੁਣ 2000 ਬਣਾਉਣ ਦੇ ਲਈ 2000 ਬਣਾਉਣ ਦੇ ਲਈ ਤੁਸੀਂ ਇੰਟਰਸਟ 500 ਹੀ ਜੋੜਨਾ ਹੈ ਨਾ ਤਾਂ 500 ਇੰਟਰਸਟ 5% ਦੇ ਹਿਸਾਬ ਨਾਲ ਕਿੰਨੇ ਸਾਲਾਂ ਚ ਆਊਗਾ ਤਾਂ 500 ਰੁਪਏ ਇੰਟਰਸਟ = PRT/100 PR 5% T ਪਤਾ ਨਹੀਂ upon 100 ਤੁਹਾਡਾ ਆਨਸਰ ਆ ਜਾਊਗਾ ਤਾਂ ਇਸ ਕੁਐਸਚਨ ਦੇ ਵਿੱਚ T ਦੀ ਵੈਲਿਊ ਤੁਹਾਡੀ ਕਿੰਨੀ ਆ ਜਾਊਗੀ ਧਿਆਨ ਨਾਲ ਦੇਖੋ 00 ਨਾਲ 00 ਕੱਟੀ 15 5 75 5 ਦੇ ਨਾਲ 500 ਕੱਟਿਆ 100 15 ਥੱਲੇ ਆ ਗਿਆ 5 ਦੇ ਟੇਬਲ ਚ 3 ਤੇ 20 ਤਾਂ ਟਾਈਮ ਤੁਹਾਡਾ ਆ ਗਿਆ 20/3 ਟਾਈਮ ਆ ਗਿਆ ਤੁਹਾਡਾ 20/3
3 दैट इज 6 2/3 ईयर्स। ਤਾਂ 10 ਸਾਲ ਪਹਿਲੇ 6/3 6 2/3 ਉੱਤੇ ਮੈਂ ਮਾਰਕਰ ਦਾ ਕਲਰ ਚੇਂਜ ਕਰਕੇ ਲਿਖ ਦਿੰਨਾਗਾ ਤਾਂ ਕਿ ਦੋਨੇ ਇਕੱਠੇ ਦੇਖੇ ਜਾਣ ਤੇ ਐਡ ਕਰ ਸਕੀਏ। ਇਹ ਆ ਗਿਆ 6 2/3 ਈਅਰਸ। ਤਾਂ ਟੋਟਲ ਟਾਈਮ 10 ਸਾਲ 6 2/3 ਉੱਤੇ, ਤਾਂ ਆਨਸਰ ਆ ਜਾਊਗਾ ਤੁਹਾਡਾ 16 2/3 ਈਅਰਸ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਡੀ ਆਪਸ਼ਨ ਆ ਜਾਊਗਾ 16 2/3 ਈਅਰਸ। ਤਾਂ ਇਸ ਸਵਾਲ ਦੇ ਵਿੱਚ ਐਗਜ਼ਾਮੀਨਰ ਜਿਹੜੀ ਕਲੋਲਜੀ ਕਰ ਰਿਹਾ ਹੈ ਵੀ 10 ਸਾਲਾਂ ਦਾ ਇੰਟਰਸਟ ਪ੍ਰਿੰਸੀਪਲ 'ਚ ਜੋੜ ਰਹੇ ਹਾਂ, ਫਿਰ ਅੱਗੇ ਉਹ ਤੇ ਇੰਟਰਸਟ ਲੱਗੂਗਾ। ਤਾਂ ਪਹਿਲਾਂ ਤਾਂ 1000 ਰੁਪਏ ਦੇ ਉੱਤੇ 5% ਇੰਟਰਸਟ ਲੱਗਣਾ, ਤਾਂ 10 ਸਾਲਾਂ ਦਾ 50% ਬਣ ਗਿਆ ਰੇਟ ਇਨਟੂ ਟਾਈਮ, ਤਾਂ 50% ਇੰਟਰਸਟ ਆ ਗਿਆ 500 ਰੁਪਏ। 10 ਸਾਲਾਂ ਬਾਅਦ ਪ੍ਰਿੰਸੀਪਲ ਕੀ ਹੋ ਜਾਊਗਾ, ਪ੍ਰਿੰਸੀਪਲ 'ਚ ਇੰਟਰਸਟ ਜੁੜ ਜਾਊਗਾ, ਪ੍ਰਿੰਸੀਪਲ ਬਣ ਜੂ 1500। ਐਗਜ਼ਾਮੀਨਰ ਕਹਿੰਦਾ ਕਿੰਨੇ ਸਾਲਾਂ 'ਚ 2000 ਬਣੂਗਾ, ਮਤਲਬ 1500 ਤੋਂ ਵੀ ਗਾਹਾਂ ਵਾਲੇ 2000 ਬਣਾਉਣਾ, 500 ਇੰਟਰਸਟ ਹੋਰ ਜੋੜਨਾ, ਪਰ ਇਹ 500 ਇੰਟਰਸਟ ਜੁੜੂਗਾ 1500 ਦੇ ਉੱਤੇ ਲੱਗੂਗਾ 5% ਦੇ ਹਿਸਾਬ ਨਾਲ। ਤਾਂ ਕਿੰਨਾ ਟਾਈਮ ਆ ਗਿਆ, ਉਹ ਆਪਾਂ PRT ਲਾ ਕੇ ਦੇਖ ਲਿਆ, ਟਾਈਮ ਆ ਗਿਆ 6 2/3। ਤਾਂ ਓਵਰਆਲ 1000 ਰੁਪਏ ਤੋਂ 2000 ਬਣਨ ਲਈ ਕਿੰਨਾ ਟਾਈਮ ਲੱਗਿਆ, 10 ਸਾਲ ਪਹਿਲਾਂ ਲੱਗੇ, 6 2/3 ਉੱਤੇ ਲੱਗੇ, ਤਾਂ 16 2/3 ਈਅਰਸ। ਇਹ ਤੁਹਾਡਾ ਆਨਸਰ ਹੈ ਇਸ ਕੁਐਸਚਨ ਦਾ। ਤਾਂ ਸਿੰਪਲ ਇੰਟਰਸਟ ਦੇ ਕੁਝ ਇਹ ਤੁਹਾਡੇ ਇੰਟਰਸਟਿੰਗ ਕੁਐਸਚਨਸ ਨੇ। ਮੈਂ ਉਮੀਦ ਕਰਦਾ ਕਿ ਭਾਈ ਇਹੋ ਜਿਹੇ ਕੁਐਸਚਨਾਂ ਦੀ ਤੁਸੀਂ ਤਿਆਰੀ ਜੀ ਕੀਤੀ ਹੋਊਗੀ। ਤੁਹਾਡੇ ਪੰਜਾਬ ਦੇ PSSB ਦੇ ਪੇਪਰ ਹੋਣੇ ਨੇ ਕਿ ਮਹੀਨੇ 2 ਮਹੀਨੇ ਨੂੰ ਜਦੋਂ ਵੀ ਹੁਣ ਦੁਬਾਰਾ ਲਏ ਜਾਣਗੇ। PPSC ਸੀਨੀਅਰ ਅਸਿਸਟੈਂਟ ਕਦੇ ਵੀ ਦੇਖਣ ਨੂੰ ਮਿਲ ਸਕਦਾ ਹੈਗਾ। ਪਟਵਾਰੀ ਬਾਰੇ ਕਿਹਾ ਜਾ ਰਿਹਾ ਕਿ 700 ਸਵਾ 700 ਭਰਤੀ ਉਹਦੀ ਨਿਕਲਣੀ ਹੈ। 2100 ਪੰਜਾਬ ਪੁਲਿਸ ਦੀਆਂ ਭਰਤੀਆਂ ਕਹੀਆਂ ਨੇ, 1800 ਪਲੱਸ 300। ਤਾਂ ਇਹ ਜਿਹੜੇ ਅਗਲੇ 4-6 ਮਹੀਨਿਆਂ 'ਚ ਹੁਣ ਪੇਪਰ ਲੈਣੇ ਆ, ਜਨਵਰੀ 'ਚ ਨਹੀਂ ਲੈ ਰਹੇ, ਪਰ ਅੱਗੇ ਜਾ ਕੇ ਜਦੋਂ ਵੀ ਲੈਣਗੇ ਤਾਂ 4-6 ਮਹੀਨੇ 'ਚ ਜਿਹੜੇ ਪੇਪਰ ਹੋਣੇ ਆ PSSB ਦੇ, PPSC ਦੇ, ਪੰਜਾਬ ਪੁਲਿਸ ਦਾ ਆਪਣਾ ਰਿਕਰੂਟਮੈਂਟ ਬੋਰਡ ਹੈ, ਉਹਦੇ ਵਿੱਚ ਇਹੋ ਜਿਹੇ ਸਵਾਲ ਦੇਖੇ ਜਾਣਗੇ। ਤਾਂ ਪੰਜਾਬ ਪੁਲਿਸ ਦੇ ਲਈ ਆਪਾਂ DI ਦੀ ਵੀ ਅਲੱਗ ਤੋਂ ਇੱਕ ਪ੍ਰੈਕਟਿਸ ਚੰਗੀ ਤਰ੍ਹਾਂ ਕਰਾਂਗੇ, ਨੰਬਰ ਸਿਸਟਮ ਦੀ ਆਪਾਂ ਸਾਰੇ ਪੇਪਰਾਂ ਲਈ ਪ੍ਰੈਕਟਿਸ ਚੰਗੀ ਤਰ੍ਹਾਂ ਕਰਾਂਗੇ, ਪਰ ਮੈਥ ਜਿਹੜਾ ਸਾਰੇ ਪੇਪਰਾਂ 'ਚ ਆਉਣਾ, ਇਹੋ ਜਿਹਾ ਮੈਥ ਆਉਣਾ, ਇਹੋ ਜਿਹੇ ਸਵਾਲ ਦੇਖੇ ਜਾਣਗੇ। ਤੁਸੀਂ ਪਿਛਲੇ ਸਮੇਂ 'ਚ ਦੇਖਿਆ, ਤੁਸੀਂ ਅਗਲੇ ਸਮੇਂ 'ਚ ਦੇਖੋਗੇ, ਤਾਂ ਬਾਈ ਬਣ ਕੇ ਇਹਨਾਂ ਦੀ ਤਿਆਰੀ ਤੁਸੀਂ ਇਸੇ ਪੱਧਰ ਤੇ ਰੱਖਣੀ ਹੈਗੀ। ਅਗਲਾ ਸਵਾਲ ਦੇਖੋ ਬੱਚੇ, ਮੈਂਸੂਰੇਸ਼ਨ ਦੇ ਸਵਾਲ। ਪਹਿਲਾ ਕੁਐਸਚਨ ਕੀ ਹੈ ਤੁਹਾਡਾ, ਐਗਜ਼ਾਮੀਨਰ ਕਹਿੰਦਾ ਔਨ ਡਿਕਰੀਜ਼ਿੰਗ ਈਚ ਸਾਈਡ ਆਫ ਐਨ ਇਕੁਲੇਟਰਲ ਟ੍ਰਾਇੰਗਲ। ਇਕੁਲੇਟਰਲ ਟ੍ਰਾਇੰਗਲ ਦੇ ਉੱਤੇ ਸਵਾਲ ਹੈ। ਉਹ ਕਹਿੰਦੇ ਇਕੁਲੇਟਰਲ ਟ੍ਰਾਇੰਗਲ ਦੀ ਹਰ ਇੱਕ ਸਾਈਡ, ਜਿਹੜੀਆਂ 3 ਸਾਈਡਾਂ ਹੁੰਦੀਆਂ ਨੇ, ਜੇ ਅਸੀਂ 2 ਸੈਂਟੀਮੀਟਰ ਦੇ ਨਾਲ ਡਿਕਰੀਜ਼ ਕਰ ਦਈਏ ਤਾਂ देयर इज अ डिक्रीज ऑफ 4/√3 ਸੈਂਟੀਮੀਟਰ ਸਕੁਆਇਰ ਇਨ ਇਟਸ ਏਰੀਆ। ਤਾਂ ਉਹਦਾ ਏਰੀਆ 4√3 ਘਟ ਜਾਂਦਾ ਹੈ। ਫਾਈਂਡ ਦਾ ਲੈਂਥ ਆਫ ਦਾ ਈਚ ਸਾਈਡ ਆਫ ਦਾ ਟ੍ਰਾਇੰਗਲ। ਤਾਂ ਆਪਾਂ ਉਸ ਟ੍ਰਾਇੰਗਲ ਦੀ ਓਰੀਜਨਲ ਦੱਸਣੀ ਹੈ, ਸਾਈਡ ਕਿੰਨੀ ਸੀ, ਜਿਹਨੂੰ 2 ਘਟਾਇਆ ਤਾਂ ਏਰੀਆ ਇੰਨਾ ਘਟ ਗਿਆ। ਤਾਂ ਬੱਚੇ ਇਕੁਲੇਟਰਲ ਟ੍ਰਾਇੰਗਲ ਦਾ ਏਰੀਆ ਕਿੰਨਾ ਹੁੰਦਾ ਹੈ, ਇਕੁਲੇਟਰਲ ਟ੍ਰਾਇੰਗਲ ਦਾ ਏਰੀਆ ਸਭ ਨੂੰ ਪਤਾ √3/4a² ਹੁੰਦਾ ਹੈ। ਤਾਂ ਇਕੁਲੇਟਰਲ ਟ੍ਰਾਇੰਗਲ ਦਾ ਏਰੀਆ √3/4a² ਹੁੰਦਾ ਹੈ। ਤਾਂ ओरिजिनल ਸਾਈਡ ਜੇ ਅਸੀਂ a ਮੰਨ ਲਈਏ ਤਾਂ ਉਹਦਾ ਏਰੀਆ ਹੋ ਜਾਊਗਾ √3/4a²। ਤੇ ਜੇ ਉਹਦੀ ਸਾਈਡ ਅਸੀਂ 2 ਸੈਂਟੀਮੀਟਰ ਘਟਾ ਦਈਏ ਤਾਂ ਉਹਦਾ ਏਰੀਆ ਕਿੰਨਾ ਹੋ ਜਾਊਗਾ, ਉਹਦੀ ਸਾਈਡ a-2 ਹੋ ਜਾਊ, ਤਾਂ √3/4a-2 ਦਾ ਹੋਲ ਸਕੁਆਇਰ। ਆਹੀ ਉਹਦਾ ਏਰੀਆ ਹੋ ਜਾਊਗਾ ਨਾ। ਮੈਂ -2 ਨੂੰ ਰੰਗ ਬਦਲ ਕੇ ਲਿਖ ਦਿੰਦਾ ਤਾਂ ਕਿ ਦੂਰੋਂ ਹੀ ਦਿਖ ਜੇ ਵੀ ਸਾਈਡ 2 ਘਟਾਤੀ। ओरिजिनल साइड A है तो एरिया √3/4a² ਤੇ ਜੇ ਸਾਈਡ 2 ਘਟਾ ਦਈਏ ਤਾਂ a-2 ਹੋ ਜੂ √3/4a-2 ਦਾ ਹੋਲ ਸਕੁਆਇਰ। ਤਾਂ ਏਰੀਆ ਕਹਿੰਦੇ ਇੱਥੋਂ ਇੱਥੇ ਪਹੁੰਚ ਗਿਆ ਤੇ ਉਹ 4√3 ਘਟਿਆ। ਤਾਂ ਆਪਾਂ ਦੱਸਣਾ ਵੀ ਸਾਈਡ ਕੀ ਸੀ। ਚੁੱਪ ਕਰਕੇ ਆਪਸ਼ਨ ਚੱਕ ਲਓ ਯਾਰ। ਜੇ a ਦੀ ਵੈਲਿਊ 8 ਹੈ ਤਾਂ 8 ਸਕੁਆਇਰ ਕਿੰਨਾ ਹੋ ਗਿਆ ਬੱਚੇ, ਜੇ a ਦੀ ਵੈਲਿਊ 8 ਚੱਕੀ ਤਾਂ 8 ਸਕੁਆਇਰ 64, 64/4 ਹੋ ਗਿਆ 16, 16√3। ਤੇ ਉਧਰ ਕਿੰਨਾ ਹੋ ਗਿਆ, 8 ਚੋਂ 2 ਘਟਾਏ 6, 6 ਸਕੁਆਇਰ 36/4 ਹੋ ਗਿਆ 9, ਤਾਂ 9√3। ਕੀ ਇਹ 4√3 ਹੈਗਾ, ਕਿਉਂਕਿ ਡਿਫਰੈਂਸ ਤਾਂ 4√3 ਹੈ, ਨਹੀਂ ਹੈਗਾ। ਦੂਜਾ ਆਪਸ਼ਨ ਜੇ 6 ਚੱਕੇ ਤਾਂ 6 ਸਕੁਆਇਰ 36, 36/4 ਹੋ ਗਿਆ 9√3। ਜੇ 6 ਹੈ ਤਾਂ ਨਵੀਂ ਸਾਈਡ 4 ਰਹਿ ਗਈ, 4 ਸਕੁਆਇਰ 16/4 ਹੋ ਗਿਆ 4√3। ਕੀ ਇਹਦਾ ਡਿਫਰੈਂਸ 4√3 ਹੈ, ਨਹੀਂ ਜੀ 5√3 ਹੈ। ਤੀਜਾ 5 ਚੱਕੇ ਤਾਂ 5 ਸਕੁਆਇਰ 25, 25/4√3, ਤਾਂ √3/4 ਰੱਖ ਲਓ, 25 ਆ ਗਿਆ। ਇਹ ਕੱਟਿਆ ਨਹੀਂ ਜਾਣਾ ਤਾਂ ਬ੍ਰੈਕਟ 'ਚ 25 ਮਾਈਨਸ, ਜੇ 5 ਹੈ ਤਾਂ ਉਹ 3 ਰਹਿ ਗਿਆ, 3 ਸਕੁਆਇਰ ਹੋ ਗਿਆ 9, ਤਾਂ √3/4 9 ਆ ਗਿਆ। ਤਾਂ ਬੱਚੇ ਜੇ √3/4 ਕਾਮਨ ਲੈ ਲਈਏ ਦੋਨਾਂ ਚੋਂ ਤਾਂ 25 - 9 16 ਹੋ ਗਿਆ। ਤਾਂ ਇਹ ਹੋ ਗਿਆ √3/4 × 16, ਜੋ ਕਿ ਕੀ ਬਣ ਜੂਗਾ ਤੁਹਾਡਾ 4√3। ਤਾਂ ਇਹ ਤੁਹਾਡਾ ਕਰੈਕਟ ਆ ਗਿਆ। ਤਾਂ ਤੁਹਾਡਾ ਆਨਸਰ ਆ ਜਾਊਗਾ 5 ਸੈਂਟੀਮੀਟਰ। ਤਾਂ ਇਸ ਕੁਐਸਚਨ ਦੇ ਵਿੱਚ ਜੇ ਕੁਝ ਵਿਦਿਆਰਥੀਆਂ ਨੇ ਸੋਚਿਆ ਕਿ ਇੱਥੇ a ਤੇ ਇੱਥੇ a-2 ਪੁੱਟ ਕਰਕੇ √3 ਮਾਈਨਸ ਕਰ ਦਈਏ, ਇਕੁਅਲ ਪੁੱਟ ਕਰ ਦਈਏ, ਉਵੇਂ ਸੋਲਵ ਕਰਨਾ ਹੈ, ਬਿਲਕੁਲ ਸੋਲਵ ਹੋ ਜਾਊਗਾ। ਗਿੱਧਾ ਪੈ ਜਾਊਗਾ ਜਿਹੜਾ PSSB ਪਹਿਲਾਂ ਹੀ ਪਵਾ ਰਿਹਾ ਤੁਹਾਡਾ, ਤੁਸੀਂ ਆਪਦਾ ਪਵਾ ਲਓਗੇ। ਤਾਂ ਇਹਨਾਂ ਸਵਾਲਾਂ ਨੂੰ ਹੱਲ ਕਿਵੇਂ ਕਰਨਾ, ਬਾਈ ਬਣ ਕੇ ਥੋੜਾ ਜਿਹਾ ਧਿਆਨ ਨਾਲ, ਕਿੱਥੇ ਆਪਸ਼ਨਸ ਚੰਗੀ ਤਰ੍ਹਾਂ ਚੱਕੇ ਜਾ ਸਕਦੇ, ਕਿੱਥੇ ਸੋਲਵ ਕਰਨਾ, ਕਿੱਥੇ ਕਿਹੜਾ ਟ੍ਰਿਕ ਵਰਤਣਾ ਹੈਗਾ, ਕਿੱਥੇ ਕੁਐਸਚਨ
ਆਪਸ਼ਨਸ ਨੂੰ ਐਲੀਮੀਨੇਟ ਕਰਕੇ ਕਰ ਲੈਣਾਗਾ। ਇਹ ਚੀਜ਼ਾਂ ਬਹੁਤ ਧਿਆਨ ਨਾਲ ਦੇਖਣ ਵਾਲੀਆਂ ਹੁੰਦੀਆਂ ਨੇਗੀਆਂ ਤੇ ਇਹ ਟੀਚਰ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਮੈਂ ਬਹੁਤ ਕਲੀਅਰ ਗੱਲ ਦੱਸ ਰਿਹਾ ਹਾਂਗਾ ਕਿ ਤੁਹਾਡਾ ਜੇ ਪੇਪਰ ਕਲੀਅਰ ਹੋ ਰਿਹਾ ਹੈ ਉਹਦੇ ਵਿੱਚ ਤੁਹਾਡਾ ਵੱਧ ਯੋਗਦਾਨ ਹੈ, ਤੁਹਾਡਾ ਵੱਧ ਕੰਟਰੀਬਿਊਸ਼ਨ ਹੈ। ਟੀਚਰ ਦਾ 10% ਰੋਲ ਹੈ। ਜੇ ਤੁਸੀਂ ਪੇਪਰ ਕਲੀਅਰ ਕਰ ਰਹੇ ਹੋ ਤਾਂ ਟੀਚਰ ਨੇ 10% ਯੋਗਦਾਨ ਪਾਇਆ, ਤੁਹਾਡਾ 90% ਹੈ। ਪਰ ਜੇ ਤੁਹਾਡਾ ਪੇਪਰ ਨਹੀਂ ਕਲੀਅਰ ਹੋ ਰਿਹਾ ਤਾਂ ਉਦੋਂ ਟੀਚਰ 10 ਤੇ ਤੁਸੀਂ 90 ਨਹੀਂ ਹੈਗੇ, ਉਦੋਂ 50 ਤੇ ਹੋ ਜਾਂ ਟੀਚਰ ਦਾ ਹੀ ਪੂਰਾ ਵੱਧ ਰੋਲ ਹੈ। ਟੀਚਰ ਤੁਹਾਡਾ ਪੇਪਰ ਕਲੀਅਰ ਕਰਨ 'ਚ ਘੱਟ ਰੋਲ ਪਲੇ ਕਰਦਾ ਹੈ, ਨਾ ਕਲੀਅਰ ਕਰਨ 'ਚ ਬਹੁਤ ਜ਼ਿਆਦਾ ਰੋਲ ਪਲੇ ਕਰਦਾ। ਸੋ ਇਸ ਕਰਕੇ ਤੁਸੀਂ ਪ੍ਰੈਕਟਿਸ ਕਰਨੀ ਕਿਵੇਂ, ਦੇਖੋ ਕੱਲ ਨੂੰ ਪੇਪਰ ਤੁਹਾਡੀ ਪ੍ਰੈਕਟਿਸ ਨੇ ਕਲੀਅਰ ਕਰਾਉਣਾ, ਪਰ ਤੁਸੀਂ ਪ੍ਰੈਕਟਿਸ ਕਰਨੀ ਕਿਵੇਂ ਉਹ ਟੀਚਰ ਨੇ ਦੱਸਣਾ। ਸੋ ਜੇ ਟੀਚਰ ਨੇ ਚੰਗਾ ਪੜਾਤਾ ਤੁਸੀਂ ਪ੍ਰੈਕਟਿਸ ਕਰਕੇ ਤੇ ਪੇਪਰ ਕੱਢ ਲਓਗੇ, ਪਰ ਜੇ ਟੀਚਰ ਨੇ ਪੜਾਇਆ ਹੀ ਨਹੀਂ ਚੰਗਾ, ਹੋਰ ਹੀ ਲੈਂਥੀ ਮੈਥਡਸ ਇਕੁਏਸ਼ਨਾਂ ਬਣਾ ਕੇ ਫਾਰਮੂਲੇ ਵਰਤ ਕੇ ਚੀਜ਼ਾਂ ਕਰਾਈਆਂ ਨੇ, ਜਿੰਨਾ ਮਰਜ਼ੀ ਪ੍ਰੈਕਟਿਸ ਕਰੀ ਜਾਓ, ਜਿੰਨੀ ਮਰਜ਼ੀ ਪ੍ਰੈਕਟਿਸ ਕਰ ਲਓ, ਜਿੰਨਾ ਮਰਜ਼ੀ ਮੱਥਾ ਮਾਰੀ ਜਾਓ, ਤੁਹਾਡਾ ਜਲੂਸ ਨਿਕਲਣਾ। ਸੋ ਇਸ ਕਰਕੇ ਟੀਚਰ ਪੜ੍ਹਾ ਕੇ ਮੇਰੇ ਬਹੁਤ ਇੰਪੋਰਟੈਂਟ ਹੈ, ਪਰ ਤੁਸੀਂ ਉਹਦੀ ਪ੍ਰੈਕਟਿਸ ਕਿੰਨੀ ਕਰ ਰਹੇ ਹੋ ਉਹ ਹੋਰ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਪਰ ਬੇਸ ਉਹਦਾ ਉੱਥੇ ਹੈ ਕਿ ਟੀਚਰ ਨੇ ਪੜ੍ਹਾਈਆਂ ਕਿਵੇਂ ਨੇ ਚੀਜ਼ਾਂ। ਸੋ ਇਸ ਕਰਕੇ ਆਹ ਛੋਟੀਆਂ ਚੀਜ਼ਾਂ ਨੋਟ ਕਰਨੀਆਂ ਨੇਗੀਆਂ ਕਿ ਪਹਿਲੇ ਆਪਸ਼ਨ ਦੇ ਵਿੱਚ ਆਪਾਂ ਵੈਲਿਊ ਪੁੱਟ ਕੀਤੀ, ਡਿਫਰੈਂਸ ਨਹੀਂ ਆਇਆ, ਦੂਜੇ 'ਚ ਵੈਲਿਊ ਪੁੱਟ ਕੀਤੀ, ਡਿਫਰੈਂਸ ਨਹੀਂ ਆਇਆ, ਤੀਜੇ 'ਚ ਵੈਲਿਊ ਪੁੱਟ ਕੀਤੀ, ਡਿਫਰੈਂਸ ਆ ਗਿਆ, ਆਪਸ਼ਨ ਮਾਰਕ ਕਰੋ, ਚੌਥਾ ਆਪਸ਼ਨ ਹੀ ਨਹੀਂ ਦੇਖਣਾ ਹੈਗਾ। ਤਾਂ ਇਸ ਤਰ੍ਹਾਂ ਕੁਝ ਕੁਐਸਚਨਸ ਸੋਲਵ ਹੁੰਦੇ ਨੇ ਸਾਡੇ। ਅਗਲਾ ਕੁਐਸਚਨ ਦੇਖੋ ਅੱਜ ਦੇ ਸੈਸ਼ਨ ਦਾ ਮੈਂਸੂਰੇਸ਼ਨ ਦੇ ਵਿੱਚੋਂ ਹੀ ਹੈ। ਰੈਕਟੈਂਗੂਲਰ ਟਿਨ ਸ਼ੀਟ, ਪਿਛਲਾ ਇਕੁਇਲੇਟਰਲ ਟ੍ਰਾਇੰਗਲ ਦਾ ਸੀ, ਇਹ ਰੈਕਟੈਂਗਲ ਦੇ ਉੱਤੇ ਹੈ। ਕਹਿੰਦੇ ਇੱਕ ਰੈਕਟੈਂਗਲ ਦੀ ਸ਼ੇਪ ਦੀ ਸ਼ੀਟ ਹੈ, ਦਿਸ ਇਜ਼ 12 ਸੈਂਟੀਮੀਟਰ ਲੌਂਗ ਐਂਡ 5 ਸੈਂਟੀਮੀਟਰ ਬ੍ਰੌਡ। ਇਹ ਰੈਕਟੈਂਗਲ ਦੇ ਉੱਤੇ ਕੁਐਸਚਨ ਨਹੀਂ ਹੈਗਾ ਬੱਚੇ, ਇਹ ਤੁਹਾਡਾ ਮੈਂਸੂਰੇਸ਼ਨ 3D ਦਾ ਸਿਲੰਡਰ ਦੇ ਉੱਤੇ ਕੁਐਸਚਨ ਹੈਗਾ, ਜੋ ਕਿ ਰੈਕਟੈਂਗਲ ਤੋਂ ਸ਼ੁਰੂ ਹੋ ਰਿਹਾ। ਕਹਿੰਦੇ ਇੱਕ ਰੈਕਟੈਂਗਲ ਦੀ ਸ਼ੇਪ ਦੀ ਸ਼ੀਟ ਹੈ ਜੋ ਕਿ 12 ਸੈਂਟੀਮੀਟਰ ਲੰਬੀ ਤੇ 5 ਸੈਂਟੀਮੀਟਰ ਚੌੜੀ ਹੈ। ਇਟ ਇਜ਼ ਰੋਲਡ ਅਲੋਂਗ ਇਟਸ ਲੈਂਥ, ਇਹਨੂੰ ਉਹਦੀ ਲੈਂਥ ਦੇ ਅਰਾਊਂਡ ਘਮਾਤਾ to form a cylinder by making the opposite edges just to touch each other, so the volume of the cylinder is, ਤਾਂ ਸਿਲੰਡਰ ਦਾ ਵੋਲਿਊਮ ਦੱਸਣਾ ਹੈਗਾ। ਮੈਂ ਇਸ ਕੁਐਸਚਨ ਨੂੰ ਸੋਲਵ ਕਰਾਉਣ ਲੱਗਿਆ ਇੱਕ ਗੱਲ ਤਾਂ ਜਿਹੜੇ ਮੇਰੇ ਪੇਡ ਬੈਚ ਵਾਲੇ ਵਿਦਿਆਰਥੀ ਨੇ, ਮੈਂ ਇਹ ਕਿਉਂਕਿ ਰਿਕਾਰਡਡ ਸੈਸ਼ਨ ਹੈਗਾ ਤਾਂ ਮੈਂ ਤੁਹਾਡੇ ਨਾਲ ਸ਼ਾਇਦ ਕਮੈਂਟਸ ਦੇਖ ਵੀ ਰਿਹਾ ਹੋਊਗਾ ਜੇ ਮੈਂ ਵਿਹਲਾ ਹੋਇਆ ਜਦੋਂ ਇਹ ਸੈਸ਼ਨ ਸਟ੍ਰੀਮ ਹੋ ਰਿਹਾ ਹੋਣਾ ਇਸ ਵੇਲੇ, ਤਾਂ ਰਿਕਾਰਡਡ ਆਪਣੇ ਪੇਡ ਬੈਚ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਮੈਂ ਜਦੋਂ ਹੁਣ ਮੈਂਸੂਰੇਸ਼ਨ 3D ਥੋੜੇ ਦਿਨ ਪਹਿਲਾਂ ਹੀ ਕਰਵਾਈ ਹੈਗੀ, ਆਪਾਂ ਆਲ ਦੋ ਸਿਲੇਬਸ ਹੀ ਖਤਮ ਕਰ ਲਿਆ। ਮੈਂਸੂਰੇਸ਼ਨ 3D ਦੇ ਵਿੱਚ ਮੈਂ ਸਿਲੰਡਰ ਸਮਝਾਉਣ ਲੱਗਿਆ ਵੀ ਪੇਪਰ ਨੂੰ ਘੁਮਾ ਕੇ ਜੇ ਸਿਲੰਡਰ ਸਮਝਾਇਆ ਸੀ, ਫਿਰ ਉੱਥੋਂ ਦੀਆਂ ਸਾਰੀਆਂ ਡਾਇਮੈਂਸ਼ਨਸ ਕੱਢੀਆਂ, ਉੱਥੋਂ ਦਾ ਸਰਫੇਸ ਏਰੀਆ ਦੋਨੇ ਤਰ੍ਹਾਂ ਦਾ ਕਰਵਡ ਤੇ ਟੋਟਲ ਕੱਢਿਆ, ਉੱਥੋਂ ਆਪਾਂ ਵੋਲਿਊਮ ਕੱਢਿਆ ਸੀਗਾ। ਤਾਂ ਇੱਥੇ ਜਿਹੜਾ ਕੁਐਸਚਨ ਹੈ, ਕੁਐਸਚਨ ਦੇ ਵਿੱਚ ਵੀ ਸਿਲੰਡਰ ਐਗਜ਼ਾਮੀਨਰ ਨੇ ਉਵੇਂ ਹੀ ਸਮਝਾਇਆ ਹੈਗਾ ਵੀ ਸਿਲੰਡਰ ਬਣਾਇਆ ਕਿਵੇਂ। ਆਹ ਮੰਨ ਲਓ ਇੱਕ A4 ਸ਼ੀਟ ਆ, ਇਹ ਰੈਕਟੈਂਗਲ ਦੀ ਸ਼ੇਪ ਦੀ ਸ਼ੀਟ ਹੈ ਜਿਹਦੇ ਵਿੱਚ ਆਹ ਉਹਦੀ ਲੈਂਥ ਹੈ, ਆਹ ਸਾਰੀ L 12 ਸੈਂਟੀਮੀਟਰ ਹੈ, ਆਹ ਉਹਦੀ ਬ੍ਰੈਡਥ ਹੈ 5 ਸੈਂਟੀਮੀਟਰ। ਪੇਪਰ ਮਤਲਬ ਸ਼ੀਟ ਕੁਝ ਸਵਾਲ ਦੇ ਵਿੱਚ 12 ਸੈਂਟੀਮੀਟਰ ਲੰਬੀ ਤੇ 5 ਸੈਂਟੀਮੀਟਰ ਚੌੜੀ ਕਿਹਾ, ਤਾਂ ਲੈਂਥ ਤੇ ਬ੍ਰੈਡਥ ਐਗਜ਼ਾਮੀਨਰ ਕਹਿੰਦਾ ਇਹਨੂੰ ਰੋਲ ਕੀਤਾ ਲੈਂਥ ਦੇ ਅਰਾਊਂਡ। ਤਾਂ ਬੱਚੇ ਜੇ ਲੈਂਥ ਦੇ ਅਰਾਊਂਡ ਕੀਤਾ, ਆਹ ਲੈਂਥ ਹੈ ਨਾ, ਆਹ ਲੈਂਥ ਇਹਦੇ ਅਰਾਊਂਡ ਰੋਲ ਕਰਾਂਗੇ। ਜੇ ਕਿਤੇ ਬ੍ਰੈਡਥ ਦੇ ਅਰਾਊਂਡ ਰੋਲ ਕੀਤਾ ਹੁੰਦਾ ਫਿਰ ਐ ਰੋਲ ਕਰਦੇ, ਫਿਰ ਇਸ ਤਰ੍ਹਾਂ ਰੋਲ ਹੋਣਾ ਸੀਗਾ ਇਹਨੇ, ਪਰ ਹੁਣ ਇਸ ਤਰ੍ਹਾਂ ਰੋਲ ਕੀਤਾ ਤੇ ਕਹਿੰਦੇ ਸਿਲੰਡਰ ਬਣਾ ਲਿਆ। ਸਿਲੰਡਰ ਬਣਾ ਲਿਆ ਤਾਂ ਤੁਸੀਂ ਆਹ ਦੇਖ ਸਕਦੇ ਹੋ, ਸਿਲੰਡਰ ਮੂੰਹ ਗੋਲ ਹੈ, ਕੁਛ ਇੰਨੀ ਕਿ ਇਹਦੀ ਹਾਈਟ ਆ। ਤਾਂ ਜਦੋਂ ਇਹ ਸਿਲੰਡਰ ਬਣਿਆ ਤਾਂ ਰੈਕਟੈਂਗਲ ਦਾ ਕੀ ਬਣ ਗਿਆ, ਰੈਕਟੈਂਗਲ ਦੀ ਜਿਹੜੀ ਬ੍ਰੈਡਥ ਸੀ ਉਹ ਬੱਚੇ ਤੁਹਾਡੇ ਸਿਲੰਡਰ ਦੀ ਹਾਈਟ ਬਣ ਗਈ, ਉਹ ਤੁਹਾਡੇ ਸਿਲੰਡਰ ਦੀ ਹਾਈਟ ਬਣ ਗਈ। ਤਾਂ ਤੁਸੀਂ ਅਖੀਰ ਤੇ ਜੇ ਸਿਲੰਡਰ ਦਾ ਵੋਲਿਊਮ ਕੱਢਣਾ ਹੈ ਤਾਂ ਸਿਲੰਡਰ ਦਾ ਵੋਲਿਊਮ ਹੁੰਦਾ ਕੀ ਹੈ, ਸਿਲੰਡਰ ਦਾ ਵੋਲਿਊਮ ਹੁੰਦਾ ਪਾਈ r² h, ਇਹੀ ਕੱਢਣਾ ਤੁਸੀਂ ਬੱਚੇ। ਤਾਂ ਤੁਸੀਂ ਦੇਖਣਾ ਪਾਈ ਦੀ ਵੈਲਿਊ ਤਾਂ ਚਲੋ ਪਾਈ ਪੁੱਟ ਕਰ ਦਾਂਗੇ ਕਿਉਂਕਿ ਆਪਸ਼ਨਾਂ ਦੇ ਵਿੱਚ ਪਾਈ ਦੀ ਵੈਲਿਊ ਪਾਈ ਲਿਖੀ ਹੋਈ ਹੈ, ਡਿਵਾਈਡ ਬਾਈ ਪਾਈ ਲਿਖਿਆ, r ਤੇ h ਪਤਾ ਹੋਣੇ ਚਾਹੀਦੇ ਆ। ਤਾਂ ਸਿਲੰਡਰ ਦਾ ਰੇਡੀਅਸ ਤੇ ਸਿਲੰਡਰ ਦੀ ਹਾਈਟ, ਤਾਂ ਬੱਚੇ ਓਰੀਜਨਲ ਰੈਕਟੈਂਗੂਲਰ ਸ਼ੀਟ ਦੇ ਵਿੱਚ ਜਿਹੜੀ ਤੁਹਾਡੀ ਬ੍ਰੈਡਥ ਹੈ ਉਹਨੂੰ ਰੋਲ ਕਰਕੇ ਜਦੋਂ ਸਿਲੰਡਰ ਬਣਾਇਆ ਉਸੇ ਬ੍ਰੈਡਥ ਦੀ ਹਾਈਟ ਬਣ ਗਈ। ਤਾਂ ਇਸ ਸਵਾਲ ਦੇ ਵਿੱਚ ਤੁਸੀਂ ਹਾਈਟ 5 ਪੁੱਟ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਲੈਂਥ ਸੀ 12, ਲੈਂਥ ਦਾ ਕੀ ਬਣ ਗਿਆ, ਰੋਲ ਕਰਕੇ ਤੁਹਾਡੀ ਲੈਂਥ ਕੀ ਬਣ ਗਈ ਬੱਚੇ, ਲੈਂਥ ਬਣ ਗਈ ਤੁਹਾਡੇ ਸਿਲੰਡਰ ਦਾ ਜਿਹੜਾ ਮੂੰਹ ਹੈ ਸਰਕਲ ਦੀ ਸ਼ੇਪ ਦਾ, ਉਹਦਾ ਸਰਕਮਫਰੈਂਸ ਬਣ ਗਿਆ 12। ਤਾਂ 2πr ਦੀ ਵੈਲਿਊ 12 ਬਣ ਗਈ। ਸੋ ਜੇ 2πr ਦੀ ਵੈਲਿਊ 12 ਬਣ ਗਈ ਤਾਂ ਬੱਚੇ ਪਾਈ ਨੂੰ ਪਾਈ ਪੁੱਟ ਕਰ ਲਓ, 2 ਕੱਟੋ 12 ਦੇ ਨਾਲ 6 ਰਹਿ ਗਿਆ। ਤਾਂ ਬੱਚੇ ਤੁਹਾਡੀ r ਦੀ ਵੈਲਿਊ ਕਿੰਨੀ ਆ ਗਈ, ਪਾਈ ਬਟੇ 6 ਬਟੇ ਪਾਈ। ਤਾਂ r ਦੀ ਵੈਲਿਊ ਕਿੰਨੀ ਆ ਗਈ, 6 ਬਟੇ ਪਾਈ। ਤਾਂ ਜਿਵੇਂ h ਨੂੰ 5 ਪੁੱਟ ਕਰਨਾ, r ਨੂੰ ਤੁਸੀਂ 6 ਬਟੇ ਪਾਈ ਪੁੱਟ ਕਰੋਗੇ ਕਿਉਂਕਿ r ਦਾ ਸਕੁਅਰ ਹੋ ਰਿਹਾ ਤਾਂ ਇਹਦਾ ਸਕੁਅਰ ਕਰੋਗੇ। ਤਾਂ ਤੁਹਾਡਾ ਸਿਲੰਡਰ ਦਾ ਵੋਲਿਊਮ ਕਿੰਨਾ ਆ ਗਿਆ, ਪਾਈ r², 6 ਬਟੇ ਪਾਈ 6 ਬਟੇ ਪਾਈ ਇਨਟੂ h 5 ਪੁੱਟ ਕਰੋਗੇ ਤਾਂ ਤੁਹਾਡਾ ਆਨਸਰ ਕਿੰਨਾ ਆ ਜਾਊਗਾ ਬੱਚੇ, 1 ਪਾਈ ਨਾਲ 1 ਪਾਈ ਕੱਟੀ ਜਾਊਗੀ ਤੁਹਾਡੀ,
ਤਾਂ 6 ਗੁਣਾ 6 36 36 5 180 180 ਬਟੇ ਪਾਈ ਤੁਹਾਡਾ ਆਨਸਰ ਆ ਜਾਊਗਾ। ਤਾਂ ਸਿਲੰਡਰ ਦਾ ਵੋਲਿਊਮ ਆ ਗਿਆ 180 ਬਟੇ ਪਾਈ ਸੈਂਟੀਮੀਟਰ ਕਿਊਬ। ਤਾਂ 180 ਬਟੇ ਪਾਈ ਬੱਚੇ ਤੁਹਾਡਾ ਫਸਟ ਆਪਸ਼ਨ ਹੀ ਹੈ 180 ਬਟੇ ਪਾਈ ਸੈਂਟੀਮੀਟਰ ਕਿਊਬ। ਇਹ ਤੁਹਾਡਾ ਮੈਂਸੂਰੇਸ਼ਨ 2D ਦਾ ਘੱਟ ਮੈਂਸੂਰੇਸ਼ਨ 3D ਦਾ ਸਵਾਲ ਹੈ। ਪਿਛਲਾ ਇਕੁਇਲੇਟਰਲ ਟ੍ਰਾਇੰਗਲ ਵਾਲਾ ਮੈਂਸੂਰੇਸ਼ਨ 2D ਦਾ ਹੀ ਸਵਾਲ ਹੈ। ਇਹ ਮੈਂਸੂਰੇਸ਼ਨ 2D ਐਸ ਵੈਲ ਐਸ 3D ਜਿਹਦੇ ਵਿੱਚ ਰੈਕਟੈਂਗਲ ਦੀ ਸ਼ੀਟ ਦੇ ਹਿਸਾਬ ਨਾਲ ਘੁਮਾ ਫਿਰਾ ਕੇ ਸਿਲੰਡਰ ਬਣਾਇਆ ਗਿਆ ਤਾਂ ਸਿਲੰਡਰ ਦਾ ਵੋਲਿਊਮ ਪੁੱਛਿਆ ਤਾਂ ਮੈਂਸੂਰੇਸ਼ਨ 3D ਦਾ ਕੁਐਸਚਨ ਹੈ। ਤਾਂ ਪੇਪਰ ਦੇ ਵਿੱਚ ਮੈਂ ਇੱਕ ਗੱਲ ਕਲੀਅਰ ਕਹਿਣਾ, ਪਟਵਾਰੀ ਦਾ ਪੇਪਰ ਹੋਣਾ ਮੈਂਸੂਰੇਸ਼ਨ ਬਹੁਤ ਪੈਣੀ ਹੈ, ਉਹਦੇ ਵਿੱਚ ਬਹੁਤ ਸਵਾਲ ਮੈਂਸੂਰੇਸ਼ਨ ਦੇ ਹੋਣਗੇ। ਤਾਂ ਮੈਂਸੂਰੇਸ਼ਨ ਦੇ ਸਵਾਲ ਜਿੰਨੇ ਵੀ ਤਰ੍ਹਾਂ ਦੇ ਬਣਦੇ ਨੇਗੇ ਅੱਗੇ ਜਾ ਕੇ ਬਾਈ ਬਣ ਕੇ ਚੰਗੀ ਤਰ੍ਹਾਂ ਮਿਹਨਤ ਕਰਿਓ, ਜਿਹੜੇ ਬੱਚੇ ਦਾ ਪਟਵਾਰੀ ਦੇ ਉੱਤੇ ਫੋਕਸ ਹੋਊਗਾ। ਬਾਕੀ ਪੰਜਾਬ ਦੇ ਪੇਪਰਾਂ ਦੀ ਜਿਹੜੀ ਤਿਆਰੀ ਕਰ ਰਹੇ ਨੇ ਪੂਰੇ ਦਾ ਪੂਰਾ ਮੈਥ ਨਿਗਾਹ ਚੋਂ ਕੱਢੋ। ਸਬ ਇੰਸਪੈਕਟਰ ਦੇ ਪੇਪਰ ਲਈ ਆਪਾਂ YouTube ਤੇ ਇੱਕ ਨਵੀਂ ਸੀਰੀਜ਼ ਇੰਟਰੋਡਿਊਸ ਕਰਨ ਲੱਗੇ ਹਾਂ। ਆਉਂਦੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਤਾਂ ਸਬ ਇੰਸਪੈਕਟਰ ਦੇ ਪੇਪਰ ਵਾਲੇ ਬੱਚੇ ਮੈਥ ਦੇ ਨਾਲ ਉਹਨਾਂ DI ਦੇ ਉੱਤੇ ਵੀ ਧਿਆਨ ਦਿਓ। ਤਾਂ ਜੋ ਤੁਹਾਡੇ ਪੇਪਰਾਂ ਦੇ ਵਿੱਚ ਪੁੱਛਿਆ ਜਾਣਾ ਹੈ, ਜਿੰਨੀ ਵੇਟੇਜ ਹੋਣੀ ਹੈ, ਜਿਸ ਕਿਸਮ ਦੇ ਸਵਾਲ ਹੋਣੇ ਆ, ਜਿਸ ਲੈਵਲ ਦੇ ਸਵਾਲ ਹੋਣੇ ਆ, ਆਪਾਂ ਹੁਣ ਤੱਕ PSSB ਦੀ ਜਿਹੜੀ ਸੀਰੀਜ਼ ਚਲਾਈ ਹੈ ਉਹਦੇ ਵਿੱਚ ਉਹਨਾਂ ਹੀ ਚੀਜ਼ਾਂ ਤੇ ਧਿਆਨ ਦਿੱਤਾ ਹੈ। ਤਾਂ ਆਉਂਦੇ ਦਿਨਾਂ ਦੇ ਵਿੱਚ ਜੇ ਸਬ ਇੰਸਪੈਕਟਰ ਦੀ ਸੀਰੀਜ਼ ਤੇ ਪਟਵਾਰੀ ਦੀ ਸੀਰੀਜ਼ ਸਟਾਰਟ ਕਰਾਂਗੇ ਤਾਂ ਅਕੋਰਡਿੰਗਲੀ ਐਗਜ਼ਾਮ ਸਪੈਸੀਫਿਕ ਜਿਹੜੀਆਂ ਚੀਜ਼ਾਂ ਦੀ ਜਿੰਨੀ ਜ਼ਰੂਰਤ ਹੈ, ਜਿਸ ਹਿਸਾਬ ਨਾਲ ਜ਼ਰੂਰਤ ਹੈ, ਉਹਦੀ ਉਵੇਂ ਹੀ ਪ੍ਰੈਕਟਿਸ ਕਰਾਂਗੇ। ਤਾਂ YouTube ਸੈਸ਼ਨਸ ਤੇ ਬਾਈ ਬਣ ਕੇ ਜੁੜੇ ਰਹੋ। ਅਗਲੇ ਸੈਸ਼ਨ ਦੇ ਵਿੱਚ ਮਿਲਾਂਗੇ। ਧੰਨਵਾਦ।